ਇਹਨਾਂ ਤੋਂ ਹੋ ਰਿਹਾ ਪੰਜਾਬ ਦੇ ਵਿੱਚ ਬਹੁਤ ਮਾੜੀ ਪਾਲਟੀ ਆ। ਅੱਜ ਅਸੀਂ ਆਲ ਇੰਡੀਆ ਸਿੱਖ ਫੈਡਰੇਸ਼ਨ ਅਤੇ ਵਾਰਸ ਪੰਜਾਬ ਦੇ ਬਾਈ ਜੋ ਦੀਪ ਸਿੱਧੂ ਦੀ ਜਥੇਬੰਦੀ ਆ, ਦੋਨੋਂ ਜਥੇਬੰਦੀਆਂ ਵੱਲੋਂ ਅੱਜ ਸ਼ਹੀਦਾਂ ਨੂੰ ਸਰਹੱਦ ਭੇਟ ਕਰਨ ਲਈ ਮਾਰਚ ਕੱਢਿਆ ਗਿਆ। ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਨੇ ਜਿਹੜੀ ਸਾਡੀ ਧਰਮ ਯੁੱਧ ਮੋਰਚਾ ਦੀ ਅਸਲ ਲੜਾਈ ਜੋ ਪੰਜਾਬ ਦੀਆਂ ਮੰਗਾਂ ਸਨ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਦਾ ਮਸਲਾ, ਪੰਜਾਬ ਦੇ ਪਾਣੀਆਂ ਦੀ ਲੜਾਈ, ਪੰਜਾਬ ਨੂੰ ਵੱਧ ਅਧਿਕਾਰਾਂ ਦੀ ਜੋ ਲੜਾਈ ਲੜੀ, ਜਿਹੜੇ 1947 ਦੇ ਵਿੱਚ ਉਹ ਦੇਸ਼ ਦੀ ਵੰਡ ਹੋਈ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਸਰਕਾਰਾਂ ਨੇ। ਉਹ ਲੜਾਈ ਨੂੰ ਉਹਨਾਂ ਨੇ ਅੱਗੇ ਤੋਰਿਆ, ਪਰ ਸਮੇਂ ਦੀ ਹੁਕੂਮਤ ਨੇ ਸਾਡੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਅਤੇ 36 ਹੋਰ ਗੁਰਦੁਆਰਿਆਂ ਤੇ ਹਮਲਾ ਕਰਕੇ ਇੱਥੇ ਜਿਹੜੇ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸੀ, ਜਿਹੜੇ ਮਾਸੂਮ ਨਿੱਕੇ ਨਿੱਕੇ ਬੱਚੇ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ, ਇੱਥੇ ਜੋ ਪ੍ਰਕਾਰਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਹ ਮਾਰਚ ਕੱਢਿਆ ਜਾ ਰਿਹਾ ਦੋਵਾਂ ਜਥੀਆਂ ਬੰਦਿਆਂ ਵੱਲੋਂ। ਜਿਹੜੀਆਂ ਸਾਡੀਆਂ ਮੰਗਾਂ ਹੁਣ ਅੱਜ 38 ਸਾਲ ਹੋ ਗਏ ਜਿਉਂਦੀਆਂ ਤਿਉਂ ਖੜੀਆਂ, ਜਿਹੜੇ ਲੋਕਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਤੇ ਭਾਈ ਅਮਰੀਕ ਸਿੰਘ ਵੱਲੋਂ ਵਿੱਢੇ ਸੰਘਰਸ਼ ਦੌਰਾਨ ਉਹਨਾਂ ਦੌਰਾਨ ਜਿਹੜੀ ਲੜਾਈ ਅੱਗੇ ਵਧਾਈ, ਭਾਈ ਅੱਜ ਬੰਦੀ ਸਿੰਘ ਸਾਡੇ ਜੇਲ੍ਹਾਂ 'ਚ ਬੈਠੇ ਆ, ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ। ਦੇਖੋ ਭਾਰਤ ਦਾ ਸੰਵਿਧਾਨ ਦੂਰੇ ਮਾਪਦੰਡ ਆ, ਇੱਥੇ ਕਿਸ਼ੋਰੀ ਲਾਲ ਵਰਗੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕਾਪੇ ਦੇ ਨਾਲ ਜਿਹੜੇ ਸਿੱਖਾਂ ਨੂੰ ਵੱਢਿਆ, ਗਲਾਂ 'ਚ ਟਾਇਰ ਪਾ ਕੇ ਸਾੜਿਆ, ਸੱਜਣ ਕੁਮਾਰ ਜਗਦੀਸ਼ ਟਰੈਕਟਰ ਵਰਗੇ ਸਰੇਆਮ ਘੁੰਮ ਰਹੇ ਆ। ਪਰ ਜਿਹੜੇ ਅੱਜ ਬੰਦੀ ਸਿੰਘ ਆ ਸਾਡੇ, ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ, ਉਹ ਅੱਜ ਜੇਲ੍ਹਾਂ ਦੇ ਵਿੱਚ ਬੰਦ ਆ। ਉਹਨਾਂ ਦੀ ਰਿਹਾਈ ਲਈ ਜੋ ਕਿ ਅੱਜ ਅਸੀਂ ਇੱਥੇ ਇਹ ਮਾਰਚ ਕਰ ਰਹੇ ਹਾਂ ਜੀ। ਤੇ ਗੱਲ ਕਰੀਏ ਦੀਪ ਸਿੱਧੂ ਹੁਣਾਂ ਨੇ ਸਿਮਰਜੀਤ ਮਾਨ ਦੀ ਪੂਰੀ ਸਪੋਰਟ ਕੀਤੀ ਸੀ ਜਦੋਂ ਵਿਧਾਨ ਸਭਾ ਚੋਣਾਂ ਸੀ। ਸਿਮਰਜੀਤ ਮਾਨ ਦੁਬਾਰਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਨੇ ਜਿਮਣੀ। ਕੀ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਆ ਸਪੋਰਟ? ਬਿਲਕੁਲ ਜੀ, ਅਸੀਂ ਪਹਿਲਾਂ ਹੀ ਕਲੀਅਰ ਕਰ ਚੁੱਕੇ ਹਾਂ ਕਿ ਵਾਰਸ ਪੰਜਾਬ ਦੇ ਜਥੇਬੰਦੀ ਸਿਮਰਨਜੀਤ ਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਬਿਲਕੁਲ ਉਹਦੀ ਸਪੋਰਟ ਕਰੂਗੀ, ਕਿਉਂਕਿ ਬਾਈ ਜਾਂਦਿਆਂ ਹੋਇਆਂ ਉਹਦੀ ਸਪੋਰਟ ਕਰਕੇ ਗਏ ਆ। ਕਿਉਂਕਿ ਸਿਮਰਨਜੀਤ ਮਾਨ ਦੀ ਜਿਹੜੀ ਪਾਰਟੀ ਆ ਉਹ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਆ। ਹੋਰ ਕੋਈ ਵੀ ਨੈਸ਼ਨਲ ਪਾਰਟੀ ਜਾਂ ਇੱਥੋਂ ਦੀ ਪੰਜਾਬ ਦੀ ਲੋਕਲ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰਦੀ, ਉਹ ਸਾਡੇ ਜਜ਼ਬਾਤਾਂ ਨੂੰ ਮਸਲਦੀਆਂ ਵਾ। ਤੇ ਜਿਹੜਾ ਸਿਮਰਨਜੀਤ ਮਾਨ ਆ ਉਹਦੀ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ। ਇਸੇ ਕਰਕੇ ਬਾਈ ਨੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਉਸ ਟਾਈਮ ਤੇ ਵੀ ਉਹਨਾਂ ਦੀ ਸਪੋਰਟ ਕੀਤੀ ਸੀ ਤੇ ਉਹ ਅੱਜ ਵੀ ਕਰੂਗਾ। ਜੇ ਗੱਲ ਕਰੀਏ ਹੁਣ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ ਰਾਜੋਆਣਾ ਦੀ ਭੈਣ ਨੂੰ ਸਪੋਰਟ ਕੀਤੀ ਜਾ ਰਹੀ ਆ, ਉਹ ਵੀ ਬੰਦੀ ਸਿੰਘਾਂ ਦੇ ਵਿੱਚ ਆਉਂਦੇ ਨੇ, ਕੀ ਉਸ ਦੀ ਸਪੋਰਟ ਕੀਤੀ ਜਾਊਗੀ ਤੁਹਾਡੇ ਵੱਲੋਂ? ਨਹੀਂ, ਬਿਲਕੁਲ ਵੇਖੋ, ਜੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜੇ ਨੇ ਤਾਂ ਫਿਰ ਉਹਨਾਂ ਦੀ ਕੋਈ ਸਪੋਰਟ ਨਹੀਂ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹਦਾ ਹਜੇ ਤੱਕ ਸ਼ਿਵ ਸੈਨਾ ਦੇ ਨਾਲ ਗੱਠਜੋੜ ਆ। ਜਦ ਤੱਕ ਅਕਾਲੀ ਦਲ ਕਲੀਅਰ ਕਰੇ ਸਾਡਾ ਸ਼ਿਵ ਸੈਨਾ ਨਾਲ ਗੱਠਜੋੜ ਨਹੀਂ ਆ ਤਾਂ ਅਸੀਂ ਉਹਨਾਂ ਸਾਡੇ ਸਿੱਖ ਵਿਰੋਧੀ ਲੋਕਾਂ ਦੇ ਨਾਲ ਨਹੀਂ ਖੜ ਸਕਦੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਅੱਜ ਉਹਨਾਂ ਨੂੰ ਬੰਦੀ ਸਿੰਘ ਯਾਦ ਆਉਂਦੇ ਨੇ, ਜਦੋਂ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਸੀਗਾ ਉਸ ਟਾਈਮ ਤੇ ਇਹ ਬੰਦੀ ਸਿੰਘਾਂ ਨੂੰ ਕਾਤਲ ਪਾਰਟੀ ਕਹਿੰਦੇ ਹੁੰਦੇ ਸੀ। ਸੁਖਬੀਰ ਬਾਦਲ ਇਹ ਗੱਲ ਕਲੀਅਰ ਕਰਨ ਕਿ ਉਹ ਕਾਤਲ ਨੂੰ ਟਿਕਟ ਦੇ ਰਹੇ ਨੇ। ਪਹਿਲਾਂ ਉਹ ਬੰਦੀ ਸਿੰਘਾਂ ਨੂੰ ਕਾਤਲ ਕਹਿ ਕੇ ਸੰਬੋਧਨ ਹੁੰਦੇ ਸੀਗੇ। ਮੈਂ ਤਾਂ ਰਾਜੋਆਣਾ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਪਹਿਲਾਂ ਵਾਲੇ ਬਿਆਨਾਂ ਨੂੰ ਵੀ ਮੱਦੇਨਜ਼ਰ ਰੱਖਿਆ ਜਾਵੇ ਇਹੋ ਜਿਹਾ ਫੈਸਲਾ ਲੈਣ ਲਈ, ਕਿਉਂਕਿ ਤੁਸੀਂ ਸਾਡੇ ਸਤਿਕਾਰਯੋਗ ਸ਼ਖਸੀਅਤ ਹੋ ਸਾਡੀ ਕੌਮ ਦੇ। 11 ਮੈਂਬਰੀ ਕਮੇਟੀ ਬਣਾਈ ਸੀ, ਕਮੇਟੀ ਦੇ ਵੀ ਬਾਅਦ ਵਿੱਚ ਵਿਰੋਧ ਹੋਣ ਲੱਗਿਆ। ਕਿਹਾ ਜਾ ਰਿਹਾ ਦਾਦੂਵਾਲ ਸਾਹਿਬ ਵੱਲੋਂ ਵੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ, ਤਾਂ ਕਰਕੇ ਅਸੀਂ ਸਪੋਰਟ ਕਰਾਂਗੇ ਬੰਦੀ ਸਿੰਘਾਂ ਨੂੰ। ਬਿਲਕੁਲ ਜਾਇਜ਼ ਗੱਲ ਆ ਜੀ, ਬਿਲਕੁਲ ਜਾਇਜ਼ ਗੱਲ ਆ, ਕਿਉਂਕਿ ਇਹਨਾਂ ਦੀ ਵਜ੍ਹਾ ਕਰਕੇ ਤਾਂ ਬੰਦੀ ਸਿੰਘ ਬਣੇ ਨੇ। ਇਹ ਬਾਦਲ ਕਿਆਂ ਦੇ ਪਰਿਵਾਰ ਦੀ ਵਜ੍ਹਾ ਕਰਕੇ ਅੱਜ ਸਾਡੇ ਸਿੰਘ ਅੱਜ ਬੈਠੇ ਨੇ। ਇਹ ਕਿੰਨੇ ਵਾਰੀ ਪਾਵਰ ਚ ਆਏ ਨੇ ਤੇ ਉਦੋਂ ਤੱਕ ਇਹਨਾਂ ਨੇ ਕਿਉਂ ਨਹੀਂ ਕਮੇਟੀਆਂ ਬਣਾਈਆਂ? ਅੱਜ ਇਹਨਾਂ ਨੂੰ ਕਮੇਟੀਆਂ ਬਣਾਉਣ ਦਾ ਯਾਦ ਆਉਂਦਾ। ਅਸੀਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੇ ਹਾਂ। ਹਾਂ, ਕਮੇਟੀ ਬਣਨੀ ਚਾਹੀਦੀ ਆ, ਬਿਲਕੁਲ ਗੱਲ ਆ, ਪਰ ਇਹ ਜਿਹੜੇ ਕਾਤਲ ਨੇ ਸਾਡੇ ਉਹ ਵਿੱਚ ਨਹੀਂ ਹੋਣੇ ਚਾਹੀਦੇ। ਬਹੁਤ ਸਾਰੇ ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਪੇ ਆ, ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਪੇ ਆ। ਬਿਲਕੁਲ ਜੀ, ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਗੱਲ ਹੈ, ਜਿਵੇਂ ਸੁਖਬੀਰ ਬਾਦਲ ਦੀ ਗੱਲ, ਜੇਕਰ 71 ਹੋਣਾ ਤਾਂ ਕਿਸੇ ਸਿਧਾਂਤ ਤੇ ਹੋਇਆ ਜਾਂਦਾ ਹੁੰਦਾ। ਸਿਧਾਂਤ ਬਣਾ ਲੈਣ, ਸਿਧਾਂਤ ਤੇ 71 ਹੋ ਜਾਣ। ਅੱਜ ਉਹ ਕਹਿੰਦੇ ਨੇ ਵੀ ਬੰਦੀ ਸਿੰਘਾਂ ਨੂੰ ਟਿਕਟ ਦਿੰਨੇ ਅਸੀਂ। ਜਿਸ ਦਿਨ ਬੀਬੀ ਖਾਲੜਾ ਜੀ ਇਲੈਕਸ਼ਨ ਲੜ ਰਹੇ ਸੀ, ਉਹਨਾਂ ਨੇ ਬਰਾਬਰ ਬੀਬੀ ਜਗੀਰ ਕੌਰ ਨੂੰ ਇਲੈਕਸ਼ਨ ਲੜਾਇਆ। ਉਸ ਟਾਈਮ ਤੇ ਉਹਨਾਂ ਨੇ ਇਸ ਗੱਲ ਨੂੰ ਕਿਉਂ ਨਾ ਮੱਦੇਨਜ਼ਰ ਰੱਖਿਆ? ਹੋਂਦ ਨੂੰ ਬਚਾਉਣ ਵਾਸਤੇ ਅੱਜ ਬੰਦੀ ਸਿੰਘਾਂ ਦੀ ਯਾਦ ਆ ਗਈ।
ਪਾਰਟੀ ਆ। ਕਿੰਨਾ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਪਹਿਲਾਂ ਯਾਦ ਨਹੀਂ ਆਈ। ਜਗਤਾਰ ਸਿੰਘ ਹਵਾਰੇ ਨੂੰ ਕਾਤਲ ਕਹਿੰਦੇ ਸੀ, ਹੁਣ ਤੱਕ ਅੱਜ ਇਹਨਾਂ ਨੂੰ ਬੰਦੀ ਸਿੰਘਾਂ ਦਾ ਸਹਾਰਾ ਲੈ ਕੇ ਡੁੱਬਦੀ ਹੋਈ ਬੇੜੀ ਨੂੰ ਸੁਖਬੀਰ ਸਿੰਘ ਬਾਦਲ ਪਾਰ ਲਾਉਣਾ ਚਾਹੁੰਦੇ ਆ। ਭੁੱਲਾਂ ਹੀ ਐਡੀਆਂ ਤਗੜੀਆਂ ਕਰਕੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਕੋਟਕਪੂਰੇ ਦੇ ਵਿੱਚ। ਉੱਥੇ ਗੁਰੂ ਸਾਹਿਬ ਦਾ ਜਾਪ ਕਰਦਿਆਂ ਸੰਗਤਾਂ ਤੇ ਗੋਲੀ ਚਲਾਈ ਗਈ। ਗੁਰੂ ਸਰਸਾ ਸੌਦਾ ਸਾਹਿਬ ਜੋ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ, ਸੌਦਾ ਸਾਹਿਬ ਦੀ ਜਿਹੜੀ ਮਾਫੀ ਸੀਗੀ, ਇਥੋਂ ਕਾਲ ਤਖਤ ਸਾਹਿਬ ਦਵਾਈ, ਕਾਲ ਤਖਤ ਸਾਹਿਬ ਦਾ ਸਤਿਕਾਰ ਘਟਾਇਆ ਉਸ ਸਮੇਂ ਇਹਨਾਂ ਨੇ, ਕਿਉਂਕਿ ਇਹਨਾਂ ਦੇ ਗੁਨਾਹ ਹੀ ਬਹੁਤ ਤਕੜੇ। ਇਹਨਾਂ ਨੂੰ ਕਿਵੇਂ ਮਾਫ ਕਰੂਗੀ ਸਿੱਖ ਕੌਮ ਜੀ? ਮਿਸਲਾਂ ਕਹਿੰਦੇ ਜਦੋਂ ਇਕੱਠੀਆਂ ਹੋ ਜਾਂਦੇ ਸੀ ਦੁਸ਼ਮਣ ਨਾਲ ਜੰਗ ਗਰਦਾਸ ਦਾ ਟਾਈਮ ਹੋਇਆ। ਮਿਸਲਾਂ ਕਦੇ ਬੇਅਦਬੀਆਂ ਦੇ ਨਾਲ ਕਰਾਉਂਦੀਆਂ ਸੀ। ਮਿਸਲਾਂ ਦੇ ਵਿਚਾਰਕ ਮਤਭੇਦ ਹੁੰਦੇ ਸੀ, ਪੰਥਕ ਮਤਭੇਦ ਨਹੀਂ ਸੀ ਹੁੰਦੇ। ਜਿਹੜੀਆਂ ਮਿਸਲਾਂ ਸੀ ਨਾ, ਇੱਕ ਸਵਾਲ ਹੋਇਆ ਕਿ ਮਿਸਲਾਂ ਵੀ ਇਕੱਤਰ ਹੋ ਜਾਂਦੀਆਂ ਸੀ। ਮਿਸਲਾਂ ਬੇਅਦਬੀ ਨਹੀਂ ਸੀ ਕਰਾਉਂਦੀਆਂ ਹੁੰਦੀਆਂ। ਮਿਸਲਾਂ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਸੀ ਪਹੁੰਚਾਉਂਦੀਆਂ ਹੁੰਦੀਆਂ। ਸਿੱਖਾਂ ਨੂੰ ਮਸਲ ਕੇ ਨਹੀਂ ਸੀ ਮਾਰਦੀਆਂ ਹੁੰਦੀਆਂ ਮਿਸਲਾਂ। ਅਸੀਂ ਸਿਧਾਂਤਕ ਇਕੱਠ ਕਰਨਾ ਚਾਹੁੰਦੇ ਆ, ਸਾਰੀ ਕੌਮ ਇਕੱਤਰ ਹੋਵੇ, ਪਰ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਜੇ ਉਹ ਵੀ ਵਿੱਚ ਬੈਠਣਗੇ ਤਾਂ ਫਿਰ ਅਸੀਂ ਇਨਸਾਫ ਕਿਹਦੇ ਤੋਂ ਲਵਾਂਗੇ? ਕੋਈ ਕੰਟਰੋਲ ਨਹੀਂ ਇਹਨਾਂ ਤੋਂ ਹੋ ਰਿਹਾ ਪੰਜਾਬ ਦੇ ਵਿੱਚ। ਬਹੁਤ ਮਾੜੀ ਪਾਰਟੀ ਆ। ਹੈਲੋ ਅੱਜ ਅਸੀਂ ਆਲ ਇੰਡੀਆ ਸਿੱਖ ਫੈਡਰੇਸ਼ਨ ਅਤੇ ਵਾਰਸ ਪੰਜਾਬ ਦੇ ਬਾਈ ਜੋ ਦੀਪ ਸਿੱਧੂ ਦੀ ਜਥੇਬੰਦੀ ਆ, ਦੋਨੋਂ ਜਥੇਬੰਦੀਆਂ ਵੱਲੋਂ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮਾਰਚ ਕੱਢਿਆ ਗਿਆ। ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਨੇ ਜਿਹੜੀ ਧਰਮ ਦੀ ਸਾਡੀ ਧਰਮ ਯੁੱਧ ਮੋਰਚਾ ਦੀ ਅਸਲ ਲੜਾਈ, ਜੋ ਪੰਜਾਬ ਦੀਆਂ ਮੰਗਾਂ ਸਨ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਦਾ ਮਸਲਾ, ਪੰਜਾਬ ਦੇ ਪਾਣੀਆਂ ਦੀ ਲੜਾਈ, ਪੰਜਾਬ ਨੂੰ ਵੱਧ ਅਧਿਕਾਰਾਂ ਦੀ ਜੋ ਲੜਾਈ ਲੜੀ, ਜਿਹੜੇ 1947 ਦੇ ਵਿੱਚ ਉਹ ਦੇਸ਼ ਦੀ ਵੰਡ ਹੋਈ, ਸਾਡੇ ਨਾਲ ਵਾਅਦੇ ਕੀਤੇ ਸੀ, ਉਹ ਪੂਰੇ ਨਹੀਂ ਕੀਤੇ ਸਰਕਾਰਾਂ ਨੇ। ਉਹ ਲੜਾਈ ਨੂੰ ਉਹਨਾਂ ਨੇ ਅੱਗੇ ਤੋਰਿਆ, ਪਰ ਸਮੇਂ ਦੀ ਹੁਕੂਮਤ ਨੇ ਸਾਡੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਅਤੇ 36 ਹੋਰ ਗੁਰਦੁਆਰਿਆਂ ਤੇ ਹਮਲਾ ਕਰਕੇ ਇੱਥੇ ਜਿਹੜੇ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸੀ, ਜਿਹੜੇ ਮਾਸੂਮ ਨਿੱਕੇ ਨਿੱਕੇ ਬੱਚੇ, ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ। ਇੱਥੇ ਜੋ ਪ੍ਰਕਾਰਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਮਾਰਚ ਕੱਢਿਆ ਜਾ ਰਿਹਾ ਦੋਵਾਂ ਜਥੀਆਂ ਬੰਦਿਆਂ ਵੱਲੋਂ। ਜਿਹੜੀਆਂ ਸਾਡੀਆਂ ਮੰਗਾਂ ਹੁਣ ਅੱਜ 38 ਸਾਲ ਹੋ ਗਏ ਜਿਉਂਦੀਆਂ ਤਿਉਂ ਖੜੀਆਂ, ਜਿਹੜੇ ਲੋਕਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਤੇ ਭਾਈ ਅਮਰੀਕ ਸਿੰਘ ਵੱਲੋਂ ਵਿੱਢੇ ਸੰਘਰਸ਼ ਦੌਰਾਨ, ਉਹਨਾਂ ਦੌਰਾਨ ਜਿਹੜੀ ਲੜਾਈ ਅੱਗੇ ਵਧਾਈ, ਭਾਈ ਅੱਜ ਬੰਦੀ ਸਿੰਘ ਸਾਡੇ ਜੇਲ੍ਹਾਂ 'ਚ ਬੈਠੇ ਆ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ। ਦੇਖੋ ਭਾਰਤ ਦਾ ਸੰਵਿਧਾਨ ਦੂਰੇ ਮਾਪਦੰਡ ਆ। ਇੱਥੇ ਕਿਸ਼ੋਰੀ ਲਾਲ ਵਰਗੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕਾਪੇ ਦੇ ਨਾਲ ਜਿਹੜੇ ਸਿੱਖਾਂ ਨੂੰ ਵੱਢਿਆ, ਗਲਾਂ 'ਚ ਟਾਇਰ ਪਾ ਕੇ ਸਾੜਿਆ, ਸੱਜਣ ਕੁਮਾਰ, ਜਗਦੀਸ਼ ਟਰੈਕਟਰ ਵਰਗੇ ਸਰੇਆਮ ਘੁੰਮ ਰਹੇ ਆ। ਪਰ ਜਿਹੜੇ ਅੱਜ ਬੰਦੀ ਸਿੰਘ ਆ ਸਾਡੇ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ, ਉਹ ਅੱਜ ਜੇਲ੍ਹਾਂ ਦੇ ਵਿੱਚ ਬੰਦ ਆ। ਉਹਨਾਂ ਦੀ ਰਿਹਾਈ ਲਈ ਜੋ ਕਿ ਅੱਜ ਅਸੀਂ ਇੱਥੇ ਇਹ ਮਾਰਚ ਕਰ ਰਹੇ ਹਾਂ ਜੀ। ਤੇ ਗੱਲ ਕਰੀਏ ਦੀਪ ਸਿੱਧੂ ਹੁਣਾਂ ਨੇ ਸਿਮਰਜੀਤ ਮਾਨ ਦੀ ਪੂਰੀ ਸਪੋਰਟ ਕੀਤੀ ਸੀ ਜਦੋਂ ਵਿਧਾਨ ਸਭਾ ਚੋਣਾਂ ਸੀ। ਸਿਮਰਜੀਤ ਮਾਨ ਦੁਬਾਰਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਨੇ ਜਿਮਣੀ। ਕੀ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਆ ਸਪੋਰਟ? ਬਿਲਕੁਲ ਜੀ, ਅਸੀਂ ਪਹਿਲੇ ਹੀ ਕਲੀਅਰ ਕਰ ਚੁੱਕੇ ਹਾਂ ਕਿ ਵਾਰਸ ਪੰਜਾਬ ਦੇ ਜਥੇਬੰਦੀ ਸਿਮਰਨਜੀਤ ਸਿੰਘ ਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਬਿਲਕੁਲ ਉਹਦੀ ਸਪੋਰਟ ਕਰੂਗੀ, ਕਿਉਂਕਿ ਬਾਈ ਜਾਂਦਿਆਂ ਹੋਇਆਂ ਉਹਦੀ ਸਪੋਰਟ ਕਰਕੇ ਗਏ ਆ। ਕਿਉਂਕਿ ਸਿਮਰਨਜੀਤ ਮਾਨ ਦੀ ਜਿਹੜੀ ਪਾਰਟੀ ਆ ਉਹ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਆ। ਹੋਰ ਕੋਈ ਵੀ ਨੈਸ਼ਨਲ ਪਾਰਟੀ ਜਾਂ ਇੱਥੋਂ ਦੀ ਪੰਜਾਬ ਦੀ ਲੋਕਲ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰਦੀ, ਉਹ ਸਾਡੇ ਜਜ਼ਬਾਤਾਂ ਨੂੰ ਮਸਲਦੀਆਂ ਵਾ। ਤੇ ਜਿਹੜਾ ਸਿਮਰਨਜੀਤ ਮਾਨ ਆ ਉਹਦੀ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ। ਇਸੇ ਕਰਕੇ ਬਾਈ ਨੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਉਸ ਟਾਈਮ ਤੇ ਵੀ ਉਹਨਾਂ ਦੀ ਸਪੋਰਟ ਕੀਤੀ ਸੀ ਤੇ ਉਹ ਅੱਜ ਵੀ ਕਰੂਗਾ। ਜੇ ਗੱਲ ਕਰੀਏ ਹੁਣ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ ਰਾਜੋਆਣਾ ਦੀ ਭੈਣ ਨੂੰ ਸਪੋਰਟ ਕੀਤੀ ਜਾ ਰਹੀ ਆ, ਉਹ ਵੀ ਬੰਦੀ ਸਿੰਘਾਂ ਦੇ ਵਿੱਚ ਆਉਂਦੇ ਨੇ, ਕੀ ਉਸ ਦੀ ਵੀ ਸਪੋਰਟ ਕੀਤੀ ਜਾਊਗੀ ਤੁਹਾਡੇ ਵੱਲੋਂ? ਨਹੀਂ, ਬਿਲਕੁਲ। ਵੇਖੋ, ਜੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜੇ ਨੇ ਤਾਂ ਫਿਰ ਉਹਨਾਂ ਦੀ ਕੋਈ ਸਪੋਰਟ ਨਹੀਂ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹਦਾ ਹਜੇ ਤੱਕ ਸ਼ਿਵ ਸੈਨਾ ਦੇ ਨਾਲ ਗੱਠਜੋੜ ਆ।
ਜਾਂ ਤੱਕ ਅਕਾਲੀ ਦਲ ਕਲੀਅਰ ਕਰੇ ਸਾਡਾ ਸ਼ਿਵ ਸੈਨਾ ਨਾਲ ਗੱਠਜੋੜ ਨਹੀਂ ਆ ਤਾਂ ਅਸੀਂ ਉਹਨਾਂ ਸਾਡੇ ਸਿੱਖ ਵਿਰੋਧੀ ਲੋਕਾਂ ਦੇ ਨਾਲ ਨਹੀਂ ਖੜ ਸਕਦੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਅੱਜ ਉਹਨਾਂ ਨੂੰ ਬੰਦੀ ਸਿੰਘ ਯਾਦ ਆਉਂਦੇ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਸੀਗਾ ਉਸ ਟਾਈਮ ਤੇ ਇਹ ਬੰਦੀ ਸਿੰਘਾਂ ਨੂੰ ਕਾਤਲ ਪਾਰਟੀ ਕਹਿੰਦੇ ਹੁੰਦੇ ਸੀ। ਸੁਖਬੀਰ ਬਾਦਲ ਇਹ ਗੱਲ ਕਲੀਅਰ ਕਰਨ ਕਿ ਉਹ ਕਾਤਲ ਨੂੰ ਟਿਕਟ ਦੇ ਰਹੇ ਨੇ। ਪਹਿਲਾਂ ਉਹ ਬੰਦੀ ਸਿੰਘਾਂ ਨੂੰ ਕਾਤਲ ਕਹਿ ਕੇ ਸੰਬੋਧਨ ਹੁੰਦੇ ਸੀਗੇ। ਮੈਂ ਤਾਂ ਰਾਜਵਾਨਾ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਪਹਿਲਾਂ ਵਾਲੇ ਬਿਆਨਾਂ ਨੂੰ ਵੀ ਮੱਦੇਨਜ਼ਰ ਰੱਖਿਆ ਜਾਵੇ ਇਹੋ ਜਿਹਾ ਫੈਸਲਾ ਲੈਣ ਲਈ ਕਿਉਂਕਿ ਤੁਸੀਂ ਸਾਡੇ ਸਤਿਕਾਰਯੋਗ ਸ਼ਖਸੀਅਤ ਤੋਂ ਸਾਡੀ ਕੌਮ ਦੇ। ਯਾਰ ਮੈਂਬਰੀ ਕਮੇਟੀ ਬਣਾਈ ਸੀ, ਕਮੇਟੀ ਦੇ ਵੀ ਬਾਅਦ ਵਿੱਚ ਵਿਰੋਧ ਹੋਣ ਲੱਗਿਆ। ਕਿਹਾ ਜਾ ਰਿਹਾ ਦਾਦੂਵਾਲ ਸਾਹਿਬ ਵੱਲੋਂ ਵੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤਾਂ ਕਰਕੇ ਅਸੀਂ ਸਪੋਰਟ ਕਰਾਂਗੇ ਬੰਦੀ ਸਿੰਘਾਂ ਨੂੰ। ਬਿਲਕੁਲ ਜਾਇਜ਼ ਗੱਲ ਆ ਜੀ, ਬਿਲਕੁਲ ਜਾਇਜ਼ ਗੱਲ ਆ ਕਿਉਂਕਿ ਇਹਨਾਂ ਦੀ ਵਜ੍ਹਾ ਕਰਕੇ ਤਾਂ ਬੰਦੀ ਸਿੰਘ ਬਣੇ ਨੇ। ਇਹ ਬਾਦਲ ਕਿਆਂ ਦੇ ਪਰਿਵਾਰ ਦੀ ਵਜ੍ਹਾ ਕਰਕੇ ਅੱਜ ਸਾਡੇ ਸਿੰਘ ਅੱਜ ਬੈਠੇ ਨੇ। ਇਹ ਕਿੰਨੇ ਵਾਰੀ ਪਾਵਰ ਚ ਆਏ ਨੇ ਤੇ ਉਦੋਂ ਤੱਕ ਇਹਨਾਂ ਨੇ ਕਿਉਂ ਨਹੀਂ ਕਮੇਟੀਆਂ ਬਣਾਈਆਂ? ਅੱਜ ਇਹਨਾਂ ਨੂੰ ਕਮੇਟੀਆਂ ਬਣਾਉਣ ਦਾ ਯਾਦ ਆਉਂਦਾ। ਅਸੀਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਮੇਟੀ ਬਣਨੀ ਚਾਹੀਦੀ ਆ, ਬਿਲਕੁਲ ਗੱਲ ਆ, ਪਰ ਇਹ ਜਿਹੜੇ ਕਾਤਲ ਨੇ ਸਾਡੇ ਉਹ ਵਿੱਚ ਨਹੀਂ ਹੋਣੇ ਚਾਹੀਦੇ। ਬਹੁਤ ਸਾਰੇ ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਪੇ ਆ, ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਪੇ ਆ। ਬਿਲਕੁਲ ਜੀ, ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਗੱਲ ਹੈ, ਜਿਵੇਂ ਸੁਖਬੀਰ ਬਾਦਲ ਦੀ ਗੱਲ, ਜੇਕਰ 71 ਹੋਣਾ ਤਾਂ ਕਿਸੇ ਸਿਧਾਂਤ ਤੇ ਹੋਇਆ ਜਾਂਦਾ ਹੁੰਦਾ। ਸਿਧਾਂਤ ਬਣਾ ਲੈਣ, ਸਿਧਾਂਤ ਤੇ 71 ਹੋ ਜਾਣ। ਅੱਜ ਉਹ ਕਹਿੰਦੇ ਨੇ ਵੀ ਬੰਦੀ ਸਿੰਘਾਂ ਨੂੰ ਟਿਕਟ ਦਿੰਨੇ ਅਸੀਂ। ਜਿਸ ਦਿਨ ਬੀਬੀ ਖਾਲੜਾ ਜੀ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੇ ਬਰਾਬਰ ਬੀਬੀ ਜਗੀਰ ਕੌਰ ਨੂੰ ਇਲੈਕਸ਼ਨ ਲੜਾਇਆ। ਉਸ ਟਾਈਮ ਤੇ ਉਹਨਾਂ ਨੇ ਇਸ ਗੱਲ ਨੂੰ ਕਿਉਂ ਨਾ ਮੱਦੇਨਜ਼ਰ ਰੱਖਿਆ? ਹੋਂਦ ਨੂੰ ਬਚਾਉਣ ਵਾਸਤੇ ਅੱਜ ਬੰਦੀ ਸਿੰਘਾਂ ਦੀ ਯਾਦ ਆ ਗਈ ਆ। ਕਿੰਨਾ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਪਹਿਲਾਂ ਯਾਦ ਨਹੀਂ ਆਈ। ਜਗਤਾਰ ਸਿੰਘ ਹਵਾਰੇ ਨੂੰ ਕਾਤਲ ਕਹਿੰਦੇ ਸੀ ਹੁਣ ਤੱਕ। ਅੱਜ ਇਹਨਾਂ ਨੂੰ ਬੰਦੀ ਸਿੰਘਾਂ ਦਾ ਸਹਾਰਾ ਲੈ ਕੇ ਡੁੱਬਦੀ ਹੋਈ ਬੇੜੀ ਨੂੰ ਸੁਖਬੀਰ ਸਿੰਘ ਬਾਦਲ ਪਾਰ ਲਾਉਣਾ ਚਾਹੁੰਦੇ ਆ। ਭੁੱਲਾਂ ਹੀ ਐਡੀਆਂ ਤਗੜੀਆਂ ਕਰਕੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਕੋਟਕਪੂਰੇ ਦੇ ਵਿੱਚ। ਉੱਥੇ ਗੁਰੂ ਸਾਹਿਬ ਦਾ ਜਾਪ ਕਰਦਿਆਂ ਸੰਗਤਾਂ ਤੇ ਗੋਲੀ ਚਲਾਈ ਗਈ। ਗੁਰੂ ਸਰਸਾ ਸੌਦਾ ਸਾਹਿਬ ਜੋ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ, ਸੌਦਾ ਸਾਹਿਬ ਦੀ ਜਿਹੜੀ ਮਾਫੀ ਸੀਗੀ, ਇਥੋਂ ਕਾਲ ਤਖਤ ਸਾਹਿਬ ਦਵਾਈ, ਕਾਲ ਤਖਤ ਸਾਹਿਬ ਦਾ ਸਤਿਕਾਰ ਘਟਾਇਆ ਉਸ ਸਮੇਂ ਇਹਨਾਂ ਨੇ, ਕਿਉਂਕਿ ਇਹਨਾਂ ਦੇ ਗੁਨਾਹ ਹੀ ਬਹੁਤ ਤਕੜੇ। ਇਹਨਾਂ ਨੂੰ ਕਿਵੇਂ ਮਾਫ ਕਰੂਗੀ ਸਿੱਖ ਕੌਮ ਜੀ? ਮਿਸਲਾਂ ਕਹਿੰਦੇ ਜਦੋਂ ਇਕੱਠੀਆਂ ਹੋ ਜਾਂਦੀਆਂ ਸੀ ਦੁਸ਼ਮਣ ਦਾ ਜਾਨ ਬਸ ਅਰਦਾਸ ਦਾ ਟਾਈਮ ਹੋਇਆ। ਮਿਸਲਾਂ ਕਦੇ ਬੇਅਦਬੀਆਂ ਤੇ ਨਾ ਕਰਾਉਂਦੀਆਂ ਸੀ। ਮਿਸਲਾਂ ਦੇ ਵਿਚਾਰਕ ਮਤਭੇਦ ਹੁੰਦੇ ਸੀ, ਪੰਥਕ ਮਤਭੇਦ ਨਹੀਂ ਸੀ ਹੁੰਦੇ। ਜਿਹੜੀਆਂ ਮਿਸਲਾਂ ਸੀ ਨਾ, ਇੱਕ ਸਵਾਲ ਹੋਇਆ ਕਿ ਮਿਸਲਾਂ ਵੀ 71 ਹੋ ਜਾਂਦੀਆਂ ਸੀ। ਮਿਸਲਾਂ ਬੇਅਦਬੀ ਨਹੀਂ ਸੀ ਕਰਾਉਂਦੀਆਂ ਹੁੰਦੀਆਂ। ਮਿਸਲਾਂ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਸੀ ਪਹੁੰਚਾਉਂਦੀਆਂ ਹੁੰਦੀਆਂ। ਸਿੱਖਾਂ ਨੂੰ ਮਸਲ ਕੇ ਨਹੀਂ ਸੀ ਮਾਰਦੀਆਂ ਹੁੰਦੀਆਂ ਮਿਸਲਾਂ। ਅਸੀਂ ਸਿਧਾਂਤ ਇਕੱਠ ਕਰਨਾ ਚਾਹੁੰਦੇ ਆ, ਸਾਰੀ ਕੌਮ ਇਕੱਤਰ ਹੋਵੇ, ਪਰ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਜੇ ਉਹ ਵੀ ਵਿੱਚ ਬੈਠਣਗੇ ਤਾਂ ਫਿਰ ਅਸੀਂ ਇਨਸਾਫ ਕਿਹਦੇ ਤੋਂ ਲਵਾਂਗੇ? ਕੋਈ ਕੰਟਰੋਲ ਨਹੀਂ ਇਹਨਾਂ ਤੋਂ ਹੋ ਰਿਹਾ ਪੰਜਾਬ ਦੇ ਵਿੱਚ। ਬਹੁਤ ਮਾੜੀ ਪਾਰਟੀ ਆ। ਹੈਲੋ ਅੱਜ ਅਸੀਂ ਆਲ ਇੰਡੀਆ ਸਿੱਖ ਫੈਡਰੇਸ਼ਨ ਅਤੇ ਵਾਰਸ ਪੰਜਾਬ ਦੇ ਬਾਈ ਜੋ ਦੀਪ ਸਿੱਧੂ ਦੀ ਜਥੇਬੰਦੀ ਆ, ਦੋਨੋਂ ਜਥੇਬੰਦੀਆਂ ਵੱਲੋਂ ਅੱਜ ਸ਼ਹੀਦਾਂ ਨੂੰ ਸਰਹੱਦ ਭੇਟ ਕਰਨ ਲਈ ਮਾਰਚ ਕੱਢਿਆ ਗਿਆ। ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਨੇ ਜਿਹੜੀ ਧਰਮ ਦੀ ਸਾਡੀ ਧਰਮ ਯੁੱਧ ਮੋਰਚਾ ਦੀ ਅਸਲ ਲੜਾਈ, ਜੋ ਪੰਜਾਬ ਦੀਆਂ ਮੰਗਾਂ ਸਨ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਦਾ ਮਸਲਾ, ਪੰਜਾਬ ਦੇ ਪਾਣੀਆਂ ਦੀ ਲੜਾਈ, ਪੰਜਾਬ ਨੂੰ ਵੱਧ ਅਧਿਕਾਰਾਂ ਦੀ ਜੋ ਲੜਾਈ ਲੜੀ, ਜਿਹੜੇ 1947 ਦੇ ਵਿੱਚ ਉਹ ਦੇਸ਼ ਦੀ ਵੰਡ ਹੋਈ, ਸਾਡੇ ਨਾਲ ਵਾਅਦੇ ਕੀਤੇ ਸੀ, ਉਹ ਪੂਰੇ ਨਹੀਂ ਕੀਤੇ ਸਰਕਾਰਾਂ ਨੇ। ਉਹ ਲੜਾਈ ਨੂੰ ਉਹਨਾਂ ਨੇ ਅੱਗੇ ਤੋਰਿਆ, ਪਰ ਸਮੇਂ ਦੀ ਹੁਕੂਮਤ ਨੇ ਸਾਡੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ 36 ਹੋਰ ਗੁਰਦੁਆਰਿਆਂ ਤੇ ਹਮਲਾ ਕਰਕੇ ਇੱਥੇ ਜਿਹੜੇ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸੀ, ਜਿਹੜੇ ਮਾਸੂਮ ਨਿੱਕੇ ਨਿੱਕੇ ਬੱਚੇ, ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ। ਇੱਥੇ ਜੋ ਪ੍ਰਕਾਰਮਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਮਾਰਚ ਕੱਢਿਆ ਜਾ ਰਿਹਾ ਦੋਵਾਂ ਜਥੀਆਂ ਬੰਦਿਆਂ ਵੱਲੋਂ। ਜਿਹੜੀਆਂ ਸਾਡੀਆਂ ਮੰਗਾਂ ਅੱਜ 38 ਸਾਲ ਹੋ ਗਏ ਜਿਉਂਦੀਆਂ ਤਿਉਂ ਖੜੀਆਂ, ਜਿਹੜੇ ਲੋਕਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਤੇ ਭਾਈ ਅਮਰੀਕ ਸਿੰਘ ਵੱਲੋਂ ਵਿੱਢੇ ਸੰਘਰਸ਼ ਦੌਰਾਨ, ਉਹਨਾਂ ਦੌਰਾਨ ਜਿਹੜੀ ਲੜਾਈ ਅੱਗੇ ਵਧਾਈ,
ਭਾਈ ਅੱਜ ਬੰਦੀ ਸਿੰਘ ਸਾਡੇ ਜੇਲ੍ਹਾਂ 'ਚ ਬੈਠੇ ਆ, ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ। ਦੇਖੋ ਭਾਰਤ ਦਾ ਸੰਵਿਧਾਨ ਦੂਰੇ ਮਾਪਦੰਡ ਆ। ਇੱਥੇ ਕਿਸ਼ੋਰੀ ਲਾਲ ਵਰਗੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕਾਪੇ ਦੇ ਨਾਲ ਜਿਹੜੇ ਸਿੱਖਾਂ ਨੂੰ ਵੱਢਿਆ, ਗਲਾਂ 'ਚ ਟਾਇਰ ਪਾ ਕੇ ਸਾੜਿਆ, ਸੱਜਣ ਕੁਮਾਰ ਜਗਦੀਸ਼ ਟਰੈਕਟਰ ਵਰਗੇ ਸਰੇਆਮ ਘੁੰਮ ਰਹੇ ਆ। ਪਰ ਜਿਹੜੇ ਅੱਜ ਬੰਦੀ ਸਿੰਘ ਆ ਸਾਡੇ, ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ, ਉਹ ਅੱਜ ਜੇਲ੍ਹਾਂ ਦੇ ਵਿੱਚ ਬੰਦ ਆ। ਉਹਨਾਂ ਦੀ ਰਿਹਾਈ ਲਈ ਜੋ ਕਿ ਅੱਜ ਅਸੀਂ ਇੱਥੇ ਇਹ ਮਾਰਚ ਕਰ ਰਹੇ ਹਾਂ ਜੀ। ਤੇ ਗੱਲ ਕਰੀਏ ਦੀਪ ਸਿੱਧੂ ਹੁਣਾਂ ਨੇ ਸਿਮਰਜੀਤ ਸਮਾਨ ਦੀ ਪੂਰੀ ਸਪੋਰਟ ਕੀਤੀ ਸੀ ਜਦੋਂ ਵਿਧਾਨ ਸਭਾ ਚੋਣਾਂ ਸੀ। ਸਿਮਰਜੀਤ ਸਮਾਨ ਦੁਬਾਰਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਨੇ ਜਿਮਣੀ। ਕੀ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਆ ਉਹ ਸਪੋਰਟ? ਬਿਲਕੁਲ ਜੀ, ਅਸੀਂ ਪਹਿਲੇ ਹੀ ਕਲੀਅਰ ਕਰ ਚੁੱਕੇ ਹਾਂ ਕਿ ਵਾਰਸ ਪੰਜਾਬ ਦੇ ਜਥੇਬੰਦੀ ਸਿਮਰਨਜੀਤ ਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਬਿਲਕੁਲ ਉਹਦੀ ਸਪੋਰਟ ਕਰੂਗੀ, ਕਿਉਂਕਿ ਬਾਈ ਜਾਂਦਿਆਂ ਹੋਇਆਂ ਉਹਦੀ ਸਪੋਰਟ ਕਰਕੇ ਗਏ ਆ। ਕਿਉਂਕਿ ਸਿਮਰਨਜੀਤ ਮਾਨ ਦੀ ਜਿਹੜੀ ਪਾਰਟੀ ਆ ਉਹ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਆ। ਹੋਰ ਕੋਈ ਵੀ ਨੈਸ਼ਨਲ ਪਾਰਟੀ ਜਾਂ ਇੱਥੋਂ ਦੀ ਪੰਜਾਬ ਦੀ ਲੋਕਲ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰਦੀ, ਉਹ ਸਾਡੇ ਜਜ਼ਬਾਤਾਂ ਨੂੰ ਮਸਲਦੀਆਂ ਵਾ। ਤੇ ਜਿਹੜਾ ਸਿਮਰਨਜੀਤ ਮਾਨ ਆ ਉਹਦੀ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਐ। ਇਸੇ ਕਰਕੇ ਬਾਈ ਨੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਉਸ ਟਾਈਮ ਤੇ ਵੀ ਉਹਨਾਂ ਦੀ ਸਪੋਰਟ ਕੀਤੀ ਸੀ ਤੇ ਉਹ ਅੱਜ ਵੀ ਕਰੂਗਾ। ਜੇ ਗੱਲ ਕਰੀਏ ਹੁਣ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ ਰਾਜੋਆਣਾ ਦੀ ਭੈਣ ਨੂੰ ਸਪੋਰਟ ਕੀਤੀ ਜਾ ਰਹੀ ਆ, ਉਹ ਵੀ ਬੰਦੀ ਸਿੰਘਾਂ ਦੇ ਵਿੱਚ ਆਉਂਦੇ ਨੇ, ਕੀ ਉਸ ਦੀ ਸਪੋਰਟ ਕੀਤੀ ਜਾਊਗੀ ਤੁਹਾਡੇ ਵੱਲੋਂ? ਨਹੀਂ, ਬਿਲਕੁਲ ਵੇਖੋ, ਜੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜੇ ਨੇ ਤਾਂ ਫਿਰ ਉਹਨਾਂ ਦੀ ਕੋਈ ਸਪੋਰਟ ਨਹੀਂ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹਦਾ ਹਜੇ ਤੱਕ ਸ਼ਿਵ ਸੈਨਾ ਦੇ ਨਾਲ ਗੱਠਜੋੜ ਆ। ਜਦ ਤੱਕ ਅਕਾਲੀ ਦਲ ਕਲੀਅਰ ਕਰੇ ਸਾਡਾ ਸ਼ਿਵ ਸੈਨਾ ਨਾਲ ਗੱਠਜੋੜ ਨਹੀਂ ਆ, ਤਾਂ ਅਸੀਂ ਉਹਨਾਂ ਸਾਡੇ ਸਿੱਖ ਵਿਰੋਧੀ ਲੋਕਾਂ ਦੇ ਨਾਲ ਨਹੀਂ ਖੜ ਸਕਦੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਅੱਜ ਉਹਨਾਂ ਨੂੰ ਬੰਦੀ ਸਿੰਘ ਯਾਦ ਆਉਂਦੇ ਨੇ, ਜਦੋਂ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਸੀਗਾ ਉਸ ਟਾਈਮ ਤੇ ਇਹ ਬੰਦੀ ਸਿੰਘਾਂ ਨੂੰ ਕਾਤਲ ਪਾਰਟੀ ਕਹਿੰਦੇ ਹੁੰਦੇ ਸੀ। ਸੁਖਬੀਰ ਬਾਦਲ ਇਹ ਗੱਲ ਕਲੀਅਰ ਕਰਨ ਕਿ ਉਹ ਕਾਤਲ ਨੂੰ ਟਿਕਟ ਦੇ ਰਹੇ ਨੇ। ਪਹਿਲਾਂ ਉਹ ਬੰਦੀ ਸਿੰਘਾਂ ਨੂੰ ਕਾਤਲ ਕਹਿ ਕੇ ਸੰਬੋਧਨ ਹੁੰਦੇ ਸੀਗੇ। ਮੈਂ ਤਾਂ ਰਾਜੋਆਣਾ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਪਹਿਲਾਂ ਵਾਲੇ ਬਿਆਨਾਂ ਨੂੰ ਵੀ ਮੱਦੇਨਜ਼ਰ ਰੱਖਿਆ ਜਾਵੇ ਇਹੋ ਜਿਹਾ ਫੈਸਲਾ ਲੈਣ ਲਈ, ਕਿਉਂਕਿ ਤੁਸੀਂ ਸਾਡੇ ਸਤਿਕਾਰਯੋਗ ਸ਼ਖਸੀਅਤ ਹੋ ਸਾਡੀ ਕੌਮ ਦੇ। ਯਾਰ ਮੈਂਬਰੀ ਕਮੇਟੀ ਬਣਾਈ ਸੀ, ਕਮੇਟੀ ਦੇ ਵੀ ਬਾਅਦ ਵਿੱਚ ਵਿਰੋਧ ਹੋਣ ਲੱਗਿਆ। ਕਿਹਾ ਜਾ ਰਿਹਾ ਦਾਦੂਵਾਲ ਸਾਹਿਬ ਵੱਲੋਂ ਵੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ, ਤਾਂ ਕਰਕੇ ਅਸੀਂ ਸਪੋਰਟ ਕਰਾਂਗੇ ਬੰਦੀ ਸਿੰਘਾਂ ਨੂੰ। ਬਿਲਕੁਲ ਜਾਇਜ਼ ਗੱਲ ਆ ਜੀ, ਬਿਲਕੁਲ ਜਾਇਜ਼ ਗੱਲ ਆ, ਕਿਉਂਕਿ ਇਹਨਾਂ ਦੀ ਵਜ੍ਹਾ ਕਰਕੇ ਤਾਂ ਬੰਦੀ ਸਿੰਘ ਬਣੇ ਨੇ। ਇਹ ਬਾਦਲ ਕਿਆਂ ਦੇ ਪਰਿਵਾਰ ਦੀ ਵਜ੍ਹਾ ਕਰਕੇ ਅੱਜ ਸਾਡੇ ਸਿੰਘ ਅੱਜ ਬੈਠੇ ਨੇ। ਇਹ ਕਿੰਨੇ ਵਾਰੀ ਪਾਵਰ ਚ ਆਏ ਨੇ ਤੇ ਉਦੋਂ ਤੱਕ ਇਹਨਾਂ ਨੇ ਕਿਉਂ ਨਹੀਂ ਕਮੇਟੀਆਂ ਬਣਾਈਆਂ? ਅੱਜ ਇਹਨਾਂ ਨੂੰ ਕਮੇਟੀਆਂ ਬਣਾਉਣ ਦਾ ਯਾਦ ਆਉਂਦਾ। ਅਸੀਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੇ ਹਾਂ। ਹਾਂ, ਕਮੇਟੀ ਬਣਨੀ ਚਾਹੀਦੀ ਆ, ਬਿਲਕੁਲ ਗੱਲ ਆ, ਪਰ ਇਹ ਜਿਹੜੇ ਬੰਦੇ ਜਿਹੜੇ ਕਾਤਲ ਨੇ ਸਾਡੇ ਉਹ ਵਿੱਚ ਨਹੀਂ ਹੋਣੇ ਚਾਹੀਦੇ। ਬਹੁਤ ਸਾਰੇ ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਏ ਆ। ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਏ ਆ। ਬਿਲਕੁਲ ਜੀ, ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਗੱਲ ਹੈ, ਜਿਵੇਂ ਸੁਖਬੀਰ ਬਾਦਲ ਦੀ ਗੱਲ, ਜੇਕਰ 71 ਹੋਣਾ ਤਾਂ ਕਿਸੇ ਸਿਧਾਂਤ ਤੇ ਹੋਇਆ ਜਾਂਦਾ ਹੁੰਦਾ। ਸਿਧਾਂਤ ਬਣਾ ਲੈਣ, ਸਿਧਾਂਤ ਤੇ 71 ਹੋ ਜਾਣ। ਅੱਜ ਉਹ ਕਹਿੰਦੇ ਨੇ ਵੀ ਬੰਦੀ ਸਿੰਘਾਂ ਨੂੰ ਟਿਕਟ ਦਿੰਨੇ ਅਸੀਂ। ਜਿਸ ਦਿਨ ਬੀਬੀ ਖਾਲੜਾ ਜੀ ਇਲੈਕਸ਼ਨ ਲੜ ਰਹੇ ਸੀ, ਉਹਨਾਂ ਨੇ ਬਰਾਬਰ ਬੀਬੀ ਜਗੀਰ ਕੌਰ ਨੂੰ ਇਲੈਕਸ਼ਨ ਲੜਾਇਆ। ਉਸ ਟਾਈਮ ਤੇ ਉਹਨਾਂ ਨੇ ਇਸ ਗੱਲ ਨੂੰ ਕਿਉਂ ਨਾ ਮੱਦੇਨਜ਼ਰ ਰੱਖਿਆ? ਹੋਂਦ ਨੂੰ ਬਚਾਉਣ ਵਾਸਤੇ ਅੱਜ ਬੰਦੀ ਸਿੰਘਾਂ ਦੀ ਯਾਦ ਆ ਗਈ ਆ। ਕਿੰਨਾ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਪਹਿਲਾਂ ਯਾਦ ਨਹੀਂ ਆਈ। ਜਗਤਾਰ ਸਿੰਘ ਹਵਾਰੇ ਨੂੰ ਕਾਤਲ ਕਹਿੰਦੇ ਸੀ, ਹੁਣ ਤੱਕ ਅੱਜ ਇਹਨਾਂ ਨੂੰ ਬੰਦੀ ਸਿੰਘਾਂ ਦਾ ਸਹਾਰਾ ਲੈ ਕੇ ਡੁੱਬਦੀ ਹੋਈ ਬੇੜੀ ਨੂੰ ਸੁਖਬੀਰ ਸਿੰਘ ਬਾਦਲ ਪਾਰ ਲਾਉਣਾ ਚਾਹੁੰਦੇ ਆ। ਭੁੱਲਾਂ ਹੀ ਐਡੀਆਂ ਤਗੜੀਆਂ ਕਰਕੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਕੋਟਕਪੂਰੇ ਦੇ ਵਿੱਚ। ਉੱਥੇ ਗੁਰੂ ਸਾਹਿਬ ਦਾ ਜਾਪ ਕਰਦਿਆਂ ਸੰਗਤਾਂ ਤੇ ਗੋਲੀ ਚਲਾਈ ਗਈ। ਗੁਰੂ ਸਰਸਾ ਸੌਦਾ ਸਾਹਿਬ ਜੋ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ, ਸੌਦਾ ਸਾਹਿਬ ਦੀ ਜਿਹੜੀ ਮਾਫੀ ਸੀਗੀ, ਇਥੋਂ ਕਾਲ ਤਖਤ ਸਾਹਿਬ ਦਵਾਈ, ਕਾਲ ਤਖਤ ਸਾਹਿਬ ਦਾ ਸਤਿਕਾਰ ਘਟਾਇਆ ਉਸ ਸਮੇਂ ਇਹਨਾਂ ਨੇ, ਕਿਉਂਕਿ ਇਹਨਾਂ ਦੇ ਗੁਨਾਹ ਹੀ ਬਹੁਤ ਤਕੜੇ। ਇਹਨਾਂ ਨੂੰ ਕਿਵੇਂ ਮਾਫ ਕਰੂਗੀ ਸਿੱਖ ਕੌਮ ਜੀ? ਮਿਸਲਾਂ ਕਹਿੰਦੇ ਜਦੋਂ ਇਕੱਠੀਆਂ ਹੋ ਜਾਂਦੀਆਂ ਸੀ ਦੁਸ਼ਮਣ ਦਾ ਜਾਨ ਬਸ ਦਰਦਾਸ ਦਾ ਟਾਈਮ ਹੋਇਆ। ਮਿਸਲਾਂ ਕਦੇ ਬੇਅਦਬੀਆਂ ਦੇ ਨਾਲ ਕਰਾਉਂਦੀਆਂ ਸੀ। ਮਿਸਲਾਂ ਦੇ ਵਿਚਾਰਕ ਮਤਭੇਦ ਹੁੰਦੇ ਸੀ, ਪੰਥਕ ਮਤਭੇਦ ਨਹੀਂ ਸੀ ਹੁੰਦੇ। ਜਿਹੜੀਆਂ ਮਿਸਲਾਂ ਸੀ ਨਾ, ਇੱਕ ਸਵਾਲ ਹੋਇਆ ਕਿ ਮਿਸਲਾਂ ਵੀ 71 ਹੋ ਜਾਂਦੀਆਂ ਸੀ। ਮਿਸਲਾਂ ਬੇਅਦਬੀ ਨਹੀਂ ਸੀ ਕਰਾਉਂਦੀਆਂ ਹੁੰਦੀਆਂ। ਮਿਸਲਾਂ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਸੀ ਪਹੁੰਚਾਉਂਦੀਆਂ ਹੁੰਦੀਆਂ। ਸਿੱਖਾਂ ਨੂੰ ਮਸਲ ਕੇ ਨਹੀਂ ਸੀ ਮਾਰਦੀਆਂ ਹੁੰਦੀਆਂ ਮਿਸਲਾਂ। ਅਸੀਂ ਸਿਧਾਂਤ ਇਕੱਠ ਕਰਨਾ ਚਾਹੁੰਦੇ ਆ, ਸਾਰੀ ਕੌਮ ਇਕੱਤਰ ਹੋਵੇ, ਪਰ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਜੇ ਉਹ ਵੀ ਵਿੱਚ ਬੈਠਣਗੇ ਤਾਂ ਫਿਰ ਅਸੀਂ ਇਨਸਾਫ ਕਿਹਦੇ ਤੋਂ ਲਵਾਂਗੇ? ਕੋਈ ਕੰਟਰੋਲ ਨਹੀਂ ਇਹਨਾਂ ਤੋਂ ਹੋ ਰਿਹਾ ਪੰਜਾਬ ਦੇ ਵਿੱਚ। ਬਹੁਤ ਮਾੜੀ ਪਾਰਟੀ ਆ।
ਅੱਜ ਅਸੀਂ ਆਲ ਇੰਡੀਆ ਸਿੱਖ ਫੈਡਰੇਸ਼ਨ ਅਤੇ ਵਾਰਸ ਪੰਜਾਬ ਦੇ ਬਾਈ ਜੋ ਦੀਪ ਸਿੱਧੂ ਦੀ ਜਥੇਬੰਦੀ ਆ ਦੋਨੋਂ ਜਥੇਬੰਦੀਆਂ ਵੱਲੋਂ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮਾਰਚ ਕੱਢਿਆ ਗਿਆ ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਨੇ ਜਿਹੜੀ ਧਰਮ ਦੀ ਸਾਡੀ ਧਰਮ ਯੁੱਧ ਮੋਰਚਾ ਦੀ ਅਸਲ ਲੜਾਈ ਜੋ ਪੰਜਾਬ ਦੀਆਂ ਮੰਗਾਂ ਸਨ ਪੰਜਾਬੀ ਬੋਲਦੇ ਇਲਾਕੇ ਚੰਡੀਗੜ੍ਹ ਦਾ ਮਸਲਾ ਪੰਜਾਬ ਦੇ ਪਾਣੀਆਂ ਦੀ ਲੜਾਈ ਪੰਜਾਬ ਨੂੰ ਵੱਧ ਅਧਿਕਾਰਾਂ ਦੀ ਜੋ ਲੜਾਈ ਲੜੀ ਜਿਹੜੇ 1947 ਦੇ ਵਿੱਚ ਉਹ ਦੇਸ਼ ਦੀ ਵੰਡ ਹੋਈ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਸਰਕਾਰਾਂ ਨੇ ਉਹ ਲੜਾਈ ਨੂੰ ਉਹਨਾਂ ਨੇ ਅੱਗੇ ਤੋਰਿਆ ਪਰ ਸਮੇਂ ਦੀ ਹਕੂਮਤ ਨੇ ਸਾਡੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਅਤੇ 36 ਹੋਰ ਗੁਰਦੁਆਰਿਆਂ ਤੇ ਹਮਲਾ ਕਰਕੇ ਇੱਥੇ ਜਿਹੜੇ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸੀ ਜਿਹੜੇ ਮਾਸੂਮ ਨਿੱਕੇ ਨਿੱਕੇ ਬੱਚੇ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ ਇੱਥੇ ਜੋ ਪ੍ਰਕਰਮਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਹ ਮਾਰਚ ਕੱਢਿਆ ਜਾ ਰਿਹਾ ਦੋਵਾਂ ਜਥੀਆਂ ਬੰਦਿਆਂ ਵੱਲੋਂ ਜਿਹੜੀਆਂ ਸਾਡੀਆਂ ਮੰਗਾਂ ਅੱਜ 38 ਸਾਲ ਹੋ ਗਏ ਜਿਉਂਦੀਆਂ ਤਿਉਂ ਖੜੀਆਂ ਜਿਹੜੇ ਲੋਕਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਤੇ ਭਾਈ ਅਮਰੀਕ ਸਿੰਘ ਵੱਲੋਂ ਵਿੱਢੇ ਸੰਘਰਸ਼ ਦੌਰਾਨ ਉਹਨਾਂ ਦੌਰਾਨ ਜਿਹੜੀ ਲੜਾਈ ਅੱਗੇ ਵਧਾਈ ਭਾਈ ਅੱਜ ਬੰਦੀ ਸਿੰਘ ਸਾਡੇ ਜੇਲ੍ਹਾਂ 'ਚ ਬੈਠੇ ਆ ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਦੇਖੋ ਭਾਰਤ ਦਾ ਸੰਵਿਧਾਨ ਦੂਰੇ ਮਾਪਦੰਡ ਆ ਇੱਥੇ ਕਿਸ਼ੋਰੀ ਲਾਲ ਵਰਗੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕਾਪੇ ਦੇ ਨਾਲ ਜਿਹੜੇ ਸਿੱਖਾਂ ਨੂੰ ਵੱਢਿਆ ਗਲਾਂ 'ਚ ਟਾਇਰ ਪਾ ਕੇ ਸਾੜਿਆ ਸੱਜਣ ਕੁਮਾਰ ਜਗਦੀਸ਼ ਟਰੈਕਟਰ ਵਰਗੇ ਸਰੇਆਮ ਘੁੰਮ ਰਹੇ ਆ ਪਰ ਜਿਹੜੇ ਅੱਜ ਬੰਦੀ ਸਿੰਘ ਆ ਸਾਡੇ ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਉਹ ਅੱਜ ਜੇਲ੍ਹਾਂ ਦੇ ਵਿੱਚ ਬੰਦ ਆ ਉਹਨਾਂ ਦੀ ਰਿਹਾਈ ਲਈ ਜੋ ਕਿ ਅੱਜ ਅਸੀਂ ਇੱਥੇ ਇਹ ਮਾਰਚ ਕਰ ਰਹੇ ਹਾਂ ਜੀ ਤੇ ਗੱਲ ਕਰੀਏ ਦੀਪ ਸਿੱਧੂ ਹੁਣਾਂ ਨੇ ਸਿਮਰਜੀਤ ਸਮਾਨ ਦੀ ਪੂਰੀ ਸਪੋਰਟ ਕੀਤੀ ਸੀ ਜਦੋਂ ਵਿਧਾਨ ਸਭਾ ਚੋਣਾਂ ਸੀ ਸਿਮਰਜੀਤ ਸਮਾਨ ਦੁਬਾਰਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਨੇ ਜਿਮਣੀ ਕੀ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਆ ਉਹ ਸਪੋਰਟ ਬਿਲਕੁਲ ਜੀ ਅਸੀਂ ਪਹਿਲੇ ਕਲੀਅਰ ਕਰ ਚੁੱਕੇ ਹਾਂ ਕਿ ਵਾਰਸ ਪੰਜਾਬ ਦੇ ਜਥੇਬੰਦੀ ਸਿਮਰਨਜੀਤ ਸਿੰਘ ਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਬਿਲਕੁਲ ਉਹਦੀ ਸਪੋਰਟ ਕਰੂਗੀ ਕਿਉਂਕਿ ਬਾਈ ਜਾਂਦਿਆਂ ਹੋਇਆਂ ਉਹਦੀ ਸਪੋਰਟ ਕਰਕੇ ਗਏ ਆ ਕਿਉਂਕਿ ਸਿਮਰਨਜੀਤ ਮਾਨ ਦੀ ਜਿਹੜੀ ਪਾਰਟੀ ਆ ਉਹ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਆ ਹੋਰ ਕੋਈ ਵੀ ਨੈਸ਼ਨਲ ਪਾਰਟੀ ਜਾਂ ਇੱਥੋਂ ਦੀ ਪੰਜਾਬ ਦੀ ਲੋਕਲ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰਦੀ ਉਹ ਸਾਡੇ ਜਜ਼ਬਾਤਾਂ ਨੂੰ ਮਸਲਦੀਆਂ ਵਾ ਤੇ ਜਿਹੜਾ ਸਿਮਰਨਜੀਤ ਮਾਨ ਆ ਉਹਦੀ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਐ ਇਸੇ ਕਰਕੇ ਬਾਈ ਨੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਉਸ ਟਾਈਮ ਤੇ ਵੀ ਉਹਨਾਂ ਦੀ ਸਪੋਰਟ ਕੀਤੀ ਸੀ ਤੇ ਉਹ ਅੱਜ ਵੀ ਕਰੂਗਾ ਜੇ ਗੱਲ ਕਰੀਏ ਹੁਣ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ ਰਾਜੋਵਾਲ ਦੀ ਭੈਣ ਨੂੰ ਸਪੋਰਟ ਕੀਤੀ ਜਾ ਰਹੀ ਆ ਉਹ ਵੀ ਬੰਦੀ ਸਿੰਘਾਂ ਦੇ ਵਿੱਚ ਆਉਂਦੇ ਨੇ ਕੀ ਉਸ ਦੀ ਸਪੋਰਟ ਕੀਤੀ ਜਾਊਗੀ ਤੁਹਾਡੇ ਵੱਲੋਂ ਨਹੀਂ ਬਿਲਕੁਲ ਵੇਖੋ ਜੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜੇ ਨੇ ਤਾਂ ਫਿਰ ਉਹਨਾਂ ਦੀ ਕੋਈ ਸਪੋਰਟ ਨਹੀਂ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹਦਾ ਹਜੇ ਤੱਕ ਸ਼ਿਵ ਸੈਨਾ ਦੇ ਨਾਲ ਗੱਠਜੋੜ ਆ ਜਦ ਤੱਕ ਅਕਾਲੀ ਦਲ ਕਲੀਅਰ ਕਰੇ ਸਾਡਾ ਸ਼ਿਵ ਸੈਨਾ ਨਾਲ ਗੱਠਜੋੜ ਨਹੀਂ ਆ ਤਾਂ ਅਸੀਂ ਉਹਨਾਂ ਸਾਡੇ ਸਿੱਖ ਵਿਰੋਧੀ ਲੋਕਾਂ ਦੇ ਨਾਲ ਨਹੀਂ ਖੜ ਸਕਦੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਅੱਜ ਉਹਨਾਂ ਨੂੰ ਬੰਦੀ ਸਿੰਘ ਯਾਦ ਆਉਂਦੇ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਸੀਗਾ ਉਸ ਟਾਈਮ ਤੇ ਇਹ ਬੰਦੀ ਸਿੰਘਾਂ ਨੂੰ ਕਾਤਲ ਪਾਰਟੀ ਕਹਿੰਦੇ ਹੁੰਦੇ ਸੀ ਸੁਖਬੀਰ ਬਾਦਲ ਇਹ ਗੱਲ ਕਲੀਅਰ ਕਰਨ ਕਿ ਉਹ ਕਾਤਲ ਨੂੰ ਟਿਕਟ ਦੇ ਰਹੇ ਨੇ ਪਹਿਲਾਂ ਉਹ ਬੰਦੀ ਸਿੰਘਾਂ ਨੂੰ ਕਾਤਲ ਕਹਿ ਕੇ ਸੰਬੋਧਨ ਹੁੰਦੇ ਸੀਗੇ ਮੈਂ ਤਾਂ ਰਾਜਵਾਨਾ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਪਹਿਲਾਂ ਵਾਲੇ ਬਿਆਨਾਂ ਨੂੰ ਵੀ ਮੱਦੇਨਜ਼ਰ ਰੱਖਿਆ ਜਾਵੇ ਇਹੋ ਜਿਹਾ ਫੈਸਲਾ ਲੈਣ ਲਈ ਕਿਉਂਕਿ ਤੁਸੀਂ ਸਾਡੇ ਸਤਿਕਾਰਯੋਗ ਸ਼ਖਸੀਅਤ ਹੋ ਸਾਡੀ ਕੌਮ ਦੇ 11 ਮੈਂਬਰੀ ਕਮੇਟੀ ਬਣਾਈ ਸੀ ਕਮੇਟੀ ਦੇ ਵੀ ਬਾਅਦ ਵਿੱਚ ਵਿਰੋਧ ਹੋਣ ਲੱਗਿਆ ਕਿਹਾ ਜਾ ਰਿਹਾ ਦਾਦੂਵਾਲ ਸਾਹਿਬ ਵੱਲੋਂ ਵੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤਾਂ ਕਰਕੇ ਅਸੀਂ ਸਪੋਰਟ ਕਰਾਂਗੇ ਬੰਦੀ ਸਿੰਘਾਂ ਨੂੰ ਬਿਲਕੁਲ ਜਾਇਜ਼ ਗੱਲ ਆ ਜੀ ਬਿਲਕੁਲ ਜਾਇਜ਼ ਗੱਲ ਆ ਕਿਉਂਕਿ ਇਹਨਾਂ ਦੀ ਵਜ੍ਹਾ ਕਰਕੇ ਤਾਂ ਬੰਦੀ ਸਿੰਘ ਬਣੇ ਨੇ ਇਹ ਬਾਦਲ ਕਿਆਂ ਦੇ ਪਰਿਵਾਰ ਦੀ ਵਜ੍ਹਾ ਕਰਕੇ ਅੱਜ ਸਾਡੇ ਸਿੰਘ ਅੱਜ ਬੈਠੇ ਨੇ ਇਹ ਕਿੰਨੇ ਵਾਰੀ ਪਾਵਰ ਚ ਆਏ ਨੇ ਤੇ ਉਦੋਂ ਤੱਕ ਇਹਨਾਂ ਨੇ ਕਿਉਂ ਨਹੀਂ ਕਮੇਟੀਆਂ ਬਣਾਈਆਂ ਅੱਜ ਇਹਨਾਂ ਨੂੰ ਕਮੇਟੀਆਂ ਬਣਾਉਣ ਦਾ ਯਾਦ ਆਉਂਦਾ ਅਸੀਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਮੇਟੀ ਬਣਨੀ ਚਾਹੀਦੀ ਆ ਬਿਲਕੁਲ ਗੱਲ ਆ ਪਰ ਇਹ ਜਿਹੜੇ ਕਾਤਲ ਨੇ ਸਾਡੇ ਉਹ ਵਿੱਚ ਨਹੀਂ ਹੋਣੇ ਚਾਹੀਦੇ ਬਹੁਤ ਸਾਰੇ ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਿਆ ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਿਆ ਬਿਲਕੁਲ ਜੀ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਗੱਲ ਹੈ ਜਿਵੇਂ ਸੁਖਬੀਰ ਬਾਦਲ ਦੀ ਗੱਲ ਜੇਕਰ 71 ਹੋਣਾ ਤਾਂ ਕਿਸੇ ਸਿਧਾਂਤ ਤੇ ਹੋਇਆ ਜਾਂਦਾ ਹੁੰਦਾ ਸਿਧਾਂਤ ਬਣਾ ਲੈਣ ਸਿਧਾਂਤ ਤੇ 71 ਹੋ ਜਾਣ ਅੱਜ ਉਹ ਕਹਿੰਦੇ ਨੇ ਵੀ ਬੰਦੀ ਸਿੰਘਾਂ ਨੂੰ ਟਿਕਟ ਦਿੰਨੇ ਅਸੀਂ ਜਿਸ ਦਿਨ ਬੀਬੀ ਖਾਲੜਾ ਜੀ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੇ ਬਰਾਬਰ ਬੀਬੀ ਜਗੀਰ ਕੌਰ ਨੂੰ ਇਲੈਕਸ਼ਨ ਲੜਾਇਆ ਉਸ ਟਾਈਮ ਤੇ ਉਹਨਾਂ ਨੇ ਇਸ ਗੱਲ ਨੂੰ ਕਿਉਂ ਨਾ ਮੱਦੇਨਜ਼ਰ ਰੱਖਿਆ ਹੋਂਦ ਨੂੰ ਬਚਾਉਣ ਵਾਸਤੇ ਅੱਜ ਬੰਦੀ ਸਿੰਘਾਂ ਦੀ ਯਾਦ ਆ ਗਈ ਆ ਕਿੰਨਾ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਪਹਿਲਾਂ ਯਾਦ ਨਹੀਂ ਆਈ ਜਗਤਾਰ ਸਿੰਘ ਹਵਾਰੇ ਨੂੰ ਕਾਤਲ ਕਹਿੰਦੇ ਸੀ ਹੁਣ ਤੱਕ ਅੱਜ ਇਹਨਾਂ ਨੂੰ ਬੰਦੀ ਸਿੰਘਾਂ ਦਾ ਸਹਾਰਾ ਲੈ ਕੇ ਡੁੱਬਦੀ ਹੋਈ ਬੇੜੀ ਨੂੰ ਸੁਖਬੀਰ ਸਿੰਘ ਬਾਦਲ ਪਾਰ ਲਾਉਣਾ ਚਾਹੁੰਦੇ ਆ ਭੁੱਲਾਂ ਹੀ ਐਡੀਆਂ ਤਗੜੀਆਂ ਕਰਕੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਕੋਟਕਪੂਰੇ ਦੇ ਵਿੱਚ ਉੱਥੇ ਗੁਰੂ ਸਾਹਿਬ ਦਾ ਜਾਪ ਕਰਦਿਆਂ ਸੰਗਤਾਂ ਤੇ ਗੋਲੀ ਚਲਾਈ ਗਈ ਗੁਰੂ ਸਰਸਾ ਸੌਦਾ ਸਾਹਿਬ ਜੋ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਸੌਦਾ ਸਾਹਿਬ ਦੀ ਜਿਹੜੀ ਮਾਫੀ ਸੀਗੀ ਇਥੋਂ ਕਾਲ ਤਖਤ ਸਾਹਿਬ ਦਵਾਈ ਕਾਲ ਤਖਤ ਸਾਹਿਬ ਦਾ ਸਤਿਕਾਰ ਘਟਾਇਆ ਉਸ ਸਮੇਂ ਇਹਨਾਂ ਨੇ ਕਿਉਂਕਿ ਇਹਨਾਂ ਦੇ ਗੁਨਾਹ ਹੀ ਬਹੁਤ ਤਕੜੇ ਇਹਨਾਂ ਨੂੰ ਕਿਵੇਂ ਮਾਫ ਕਰੂਗੀ ਸਿੱਖ ਕੌਮ ਜੀ ਮਿਸਲਾਂ ਕਹਿੰਦੇ ਜਦੋਂ ਇਕੱਠੀਆਂ ਹੋ ਜਾਂਦੇ ਸੀ ਦੁਸ਼ਮਣ ਦਾ ਜਾਨ ਗਰਦਾਸ ਦਾ ਟਾਈਮ ਹੋਇਆ ਮਿਸਲਾਂ ਕਦੇ ਬੇਅਦਬੀਆਂ ਦੇ ਨਾਲ ਕਰਾਉਂਦੀਆਂ ਸੀ ਮਿਸਲਾਂ ਦੇ ਵਿਚਾਰਕ ਮਤਭੇਦ ਹੁੰਦੇ ਸੀ ਪੰਥਕ ਮਤਭੇਦ ਨਹੀਂ ਸੀ ਹੁੰਦੇ ਜਿਹੜੇਗਾ ਮਿਸਲਾਂ ਸੀ ਨਾ ਇੱਕ ਸਵਾਲ ਹੋਇਆ ਕਿ ਮਿਸਲਾਂ ਵੀ 71 ਹੋ ਜਾਂਦੀਆਂ ਸੀ ਮਿਸਲਾਂ ਬੇਅਦਬੀ ਨਹੀਂ ਸੀ ਕਰਾਉਂਦੀਆਂ ਹੁੰਦੀਆਂ ਮਿਸਲਾਂ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਸੀ ਪਹੁੰਚਾਉਂਦੀਆਂ ਹੁੰਦੀਆਂ ਸਿੱਖਾਂ ਨੂੰ ਮਸਲ ਕੇ ਨਹੀਂ ਸੀ ਮਾਰਦੀਆਂ ਹੁੰਦੀਆਂ ਮਿਸਲਾਂ
ਅਸੀਂ ਸਿਧਾਂਤ ਇਕੱਠ ਕਰਨਾ ਚਾਹੁੰਦੇ ਆ, ਸਾਰੀ ਕੌਮ ਇਕੱਤਰ ਹੋਵੇ, ਪਰ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਜੇ ਉਹ ਵੀ ਵਿੱਚ ਬੈਠਣਗੇ ਤਾਂ ਫਿਰ ਅਸੀਂ ਇਨਸਾਫ ਕਿਹਦੇ ਤੋਂ ਲਵਾਂਗੇ? ਕੋਈ ਕੰਟਰੋਲ ਨਹੀਂ ਇਹਨਾਂ ਤੋਂ ਹੋ ਰਿਹਾ ਪੰਜਾਬ ਦੇ ਵਿੱਚ। ਬਹੁਤ ਮਾੜੀ ਪਾਰਟੀ ਆ। ਹੈਲੋ ਅੱਜ ਅਸੀਂ ਆਲ ਇੰਡੀਆ ਸਿੱਖ ਫੈਡਰੇਸ਼ਨ ਅਤੇ ਵਾਰਸ ਪੰਜਾਬ ਦੇ ਬਾਈ ਜੋ ਦੀਪ ਸਿੱਧੂ ਦੀ ਜਥੇਬੰਦੀ ਆ, ਦੋਨੋਂ ਜਥੇਬੰਦੀਆਂ ਵੱਲੋਂ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮਾਰਚ ਕੱਢਿਆ ਗਿਆ। ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਨੇ ਜਿਹੜੀ ਧਰਮ ਦੀ ਸਾਡੀ ਧਰਮ ਯੁੱਧ ਮੋਰਚਾ ਦੀ ਅਸੀਂ ਲੜਾਈ ਜੋ ਪੰਜਾਬ ਦੀਆਂ ਮੰਗਾਂ ਸਨ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਦਾ ਮਸਲਾ, ਪੰਜਾਬ ਦੇ ਪਾਣੀਆਂ ਦੀ ਲੜਾਈ, ਪੰਜਾਬ ਨੂੰ ਵੱਧ ਅਧਿਕਾਰਾਂ ਦੀ ਜੋ ਲੜਾਈ ਲੜੀ, ਜਿਹੜੇ 1947 ਦੇ ਵਿੱਚ ਉਹ ਦੇਸ਼ ਦੀ ਵੰਡ ਹੋਈ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਸਰਕਾਰਾਂ ਨੇ। ਉਹ ਲੜਾਈ ਨੂੰ ਉਹਨਾਂ ਨੇ ਅੱਗੇ ਤੋਰਿਆ, ਪਰ ਸਮੇਂ ਦੀ ਹੁਕੂਮਤ ਨੇ ਸਾਡੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਅਤੇ 36 ਹੋਰ ਗੁਰਦੁਆਰਿਆਂ ਤੇ ਹਮਲਾ ਕਰਕੇ ਇੱਥੇ ਜਿਹੜੇ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸੀ, ਜਿਹੜੇ ਮਾਸੂਮ ਨਿੱਕੇ ਨਿੱਕੇ ਬੱਚੇ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ, ਇੱਥੇ ਜੋ ਪ੍ਰਕਾਰਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਹ ਮਾਰਚ ਕੱਢਿਆ ਜਾ ਰਿਹਾ ਦੋਵਾਂ ਜਥੀਆਂ ਬੰਦਿਆਂ ਵੱਲੋਂ। ਜਿਹੜੀਆਂ ਸਾਡੀਆਂ ਮੰਗਾਂ ਅੱਜ 38 ਸਾਲ ਹੋ ਗਏ ਜਿਉਂਦੀਆਂ ਤਿਉਂ ਖੜੀਆਂ, ਜਿਹੜੇ ਲੋਕਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਤੇ ਭਾਈ ਅਮਰੀਕ ਸਿੰਘ ਵੱਲੋਂ ਵਿੱਢੇ ਸੰਘਰਸ਼ ਦੌਰਾਨ ਉਹਨਾਂ ਦੌਰਾਨ ਜਿਹੜੀ ਲੜਾਈ ਅੱਗੇ ਵਧਾਈ, ਭਾਈ ਅੱਜ ਬੰਦੀ ਸਿੰਘ ਸਾਡੇ ਜੇਲ੍ਹਾਂ 'ਚ ਬੈਠੇ ਆ, ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ। ਦੇਖੋ ਭਾਰਤ ਦਾ ਸੰਵਿਧਾਨ ਦੂਰੇ ਮਾਪਦੰਡ ਆ, ਇੱਥੇ ਕਿਸ਼ੋਰੀ ਲਾਲ ਵਰਗੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕਾਪੇ ਦੇ ਨਾਲ ਜਿਹੜੇ ਸਿੱਖਾਂ ਨੂੰ ਵੱਢਿਆ, ਗਲਾਂ 'ਚ ਟਾਇਰ ਪਾ ਕੇ ਸਾੜਿਆ, ਸੱਜਣ ਕੁਮਾਰ ਜਗਦੀਸ਼ ਟਰੈਕਟਰ ਵਰਗੇ ਸਰੇਆਮ ਘੁੰਮ ਰਹੇ ਆ। ਪਰ ਜਿਹੜੇ ਅੱਜ ਬੰਦੀ ਸਿੰਘ ਆ ਸਾਡੇ, ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ, ਉਹ ਅੱਜ ਜੇਲ੍ਹਾਂ ਦੇ ਵਿੱਚ ਬੰਦ ਆ। ਉਹਨਾਂ ਦੀ ਰਿਹਾਈ ਲਈ ਜੋ ਕਿ ਅੱਜ ਅਸੀਂ ਇੱਥੇ ਇਹ ਮਾਰਚ ਕਰ ਰਹੇ ਹਾਂ ਜੀ। ਤੇ ਗੱਲ ਕਰੀਏ ਦੀਪ ਸਿੱਧੂ ਹੁਣਾਂ ਨੇ ਸਿਮਰਜੀਤ ਸਮਾਨ ਦੀ ਪੂਰੀ ਸਪੋਰਟ ਕੀਤੀ ਸੀ ਜਦੋਂ ਵਿਧਾਨ ਸਭਾ ਚੋਣਾਂ ਸੀ। ਸਿਮਰਜੀਤ ਸਮਾਨ ਦੁਬਾਰਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਨੇ ਜਿਮਣੀ। ਕੀ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਆ ਉਹ ਸਪੋਰਟ? ਬਿਲਕੁਲ ਜੀ, ਅਸੀਂ ਪਹਿਲੇ ਕਲੀਅਰ ਕਰ ਚੁੱਕੇ ਹਾਂ ਕਿ ਵਾਰਸ ਪੰਜਾਬ ਦੇ ਜਥੇਬੰਦੀ ਸਿਮਰਨਜੀਤ ਸਿੰਘ ਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਬਿਲਕੁਲ ਉਹਦੀ ਸਪੋਰਟ ਕਰੂਗੀ, ਕਿਉਂਕਿ ਬਾਈ ਜਾਂਦਿਆਂ ਹੋਇਆਂ ਉਹਦੀ ਸਪੋਰਟ ਕਰਕੇ ਗਏ ਆ। ਕਿਉਂਕਿ ਸਿਮਰਨਜੀਤ ਮਾਨ ਦੀ ਜਿਹੜੀ ਪਾਰਟੀ ਆ ਉਹ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਆ। ਹੋਰ ਕੋਈ ਵੀ ਨੈਸ਼ਨਲ ਪਾਰਟੀ ਜਾਂ ਇੱਥੋਂ ਦੀ ਪੰਜਾਬ ਦੀ ਲੋਕਲ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰਦੀ, ਉਹ ਸਾਡੇ ਜਜ਼ਬਾਤਾਂ ਨੂੰ ਮਸਲਦੀਆਂ ਵਾ। ਤੇ ਜਿਹੜਾ ਸਿਮਰਨਜੀਤ ਮਾਨ ਆ ਉਹਦੀ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ, ਇਸੇ ਕਰਕੇ ਬਾਈ ਨੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਉਸ ਟਾਈਮ ਤੇ ਵੀ ਉਹਨਾਂ ਦੀ ਸਪੋਰਟ ਕੀਤੀ ਸੀ ਤੇ ਉਹ ਅੱਜ ਵੀ ਕਰੂਗਾ। ਜੇ ਗੱਲ ਕਰੀਏ ਹੁਣ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ ਰਾਜੋਵਾਲ ਦੀ ਭੈਣ ਨੂੰ ਸਪੋਰਟ ਕੀਤੀ ਜਾ ਰਹੀ ਆ, ਉਹ ਵੀ ਬੰਦੀ ਸਿੰਘਾਂ ਦੇ ਵਿੱਚ ਆਉਂਦੇ ਨੇ, ਕੀ ਉਸ ਦੀ ਵੀ ਸਪੋਰਟ ਕੀਤੀ ਜਾਊਗੀ ਤੁਹਾਡੇ ਵੱਲੋਂ? ਨਹੀਂ, ਬਿਲਕੁਲ ਵੇਖੋ, ਜੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜੇ ਨੇ ਤਾਂ ਫਿਰ ਉਹਨਾਂ ਦੀ ਕੋਈ ਸਪੋਰਟ ਨਹੀਂ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹਦਾ ਹਜੇ ਤੱਕ ਸ਼ਿਵ ਸੈਨਾ ਦੇ ਨਾਲ ਗੱਠਜੋੜ ਆ। ਜਦ ਤੱਕ ਅਕਾਲੀ ਦਲ ਕਲੀਅਰ ਕਰੇ ਸਾਡਾ ਸ਼ਿਵ ਸੈਨਾ ਨਾਲ ਗੱਠਜੋੜ ਨਹੀਂ ਆ ਤਾਂ ਅਸੀਂ ਉਹਨਾਂ ਸਾਡੇ ਸਿੱਖ ਵਿਰੋਧੀ ਲੋਕਾਂ ਦੇ ਨਾਲ ਨਹੀਂ ਖੜ ਸਕਦੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਅੱਜ ਉਹਨਾਂ ਨੂੰ ਬੰਦੀ ਸਿੰਘ ਯਾਦ ਆਉਂਦੇ ਨੇ, ਜਦੋਂ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਸੀਗਾ ਉਸ ਟਾਈਮ ਤੇ ਇਹ ਬੰਦੀ ਸਿੰਘਾਂ ਨੂੰ ਕਾਤਲ ਪਾਰਟੀ ਕਹਿੰਦੇ ਹੁੰਦੇ ਸੀ। ਸੁਖਬੀਰ ਬਾਦਲ ਇਹ ਗੱਲ ਕਲੀਅਰ ਕਰਨ ਕਿ ਉਹ ਕਾਤਲ ਨੂੰ ਟਿਕਟ ਦੇ ਰਹੇ ਨੇ। ਪਹਿਲਾਂ ਉਹ ਬੰਦੀ ਸਿੰਘਾਂ ਨੂੰ ਕਾਤਲ ਕਹਿ ਕੇ ਸੰਬੋਧਨ ਹੁੰਦੇ ਸੀਗੇ। ਮੈਂ ਤਾਂ ਰਾਜਵਾਨਾ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਪਹਿਲਾਂ ਵਾਲੇ ਬਿਆਨਾਂ ਨੂੰ ਵੀ ਮੱਦੇਨਜ਼ਰ ਰੱਖਿਆ ਜਾਵੇ ਇਹੋ ਜਿਹਾ ਫੈਸਲਾ ਲੈਣ ਲਈ, ਕਿਉਂਕਿ ਤੁਸੀਂ ਸਾਡੇ ਸਤਿਕਾਰਯੋਗ ਸ਼ਖਸੀਅਤ ਹੋ ਸਾਡੀ ਕੌਮ ਦੇ। ਯਾਰ ਮੈਂਬਰੀ ਕਮੇਟੀ ਬਣਾਈ ਸੀ, ਕਮੇਟੀ ਦੇ ਵੀ ਬਾਅਦ ਵਿੱਚ ਵਿਰੋਧ ਹੋਣ ਲੱਗਿਆ। ਕਿਹਾ ਜਾ ਰਿਹਾ ਦਾਦੂਵਾਲ ਸਾਹਿਬ ਵੱਲੋਂ ਵੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ, ਤਾਂ ਕਰਕੇ ਅਸੀਂ ਸਪੋਰਟ ਕਰਾਂਗੇ ਬੰਦੀ ਸਿੰਘਾਂ ਨੂੰ। ਬਿਲਕੁਲ ਜਾਇਜ਼ ਗੱਲ ਆ ਜੀ, ਬਿਲਕੁਲ ਜਾਇਜ਼ ਗੱਲ ਆ, ਕਿਉਂਕਿ ਇਹਨਾਂ ਦੀ ਵਜ੍ਹਾ ਕਰਕੇ ਤਾਂ ਬੰਦੀ ਸਿੰਘ ਬਣੇ ਨੇ। ਇਹ ਬਾਦਲ ਕਿਆਂ ਦੇ ਪਰਿਵਾਰ ਦੀ ਵਜ੍ਹਾ ਕਰਕੇ ਅੱਜ ਸਾਡੇ ਸਿੰਘ ਅੱਜ ਬੈਠੇ ਨੇ। ਇਹ ਕਿੰਨੇ ਵਾਰੀ ਪਾਵਰ ਚ ਆਏ ਨੇ ਤੇ ਉਦੋਂ ਤੱਕ ਇਹਨਾਂ ਨੇ ਕਿਉਂ ਨਹੀਂ ਕਮੇਟੀਆਂ ਬਣਾਈਆਂ? ਅੱਜ ਇਹਨਾਂ ਨੂੰ ਕਮੇਟੀਆਂ ਬਣਾਉਣ ਦਾ ਯਾਦ ਆਉਂਦਾ। ਅਸੀਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੇ ਹਾਂ। ਹਾਂ, ਕਮੇਟੀ ਬਣਨੀ ਚਾਹੀਦੀ ਆ, ਬਿਲਕੁਲ
ਗੱਲ ਆ, ਪਰ ਇਹ ਜਿਹੜੇ ਬੰਦੇ ਜਿਹੜੇ ਕਾਤਲ ਨੇ ਸਾਡੇ ਉਹ ਵਿੱਚ ਨਹੀਂ ਹੋਣੇ ਚਾਹੀਦੇ। ਬਹੁਤ ਸਾਰੇ ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਏ ਆ, ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਏ ਆ। ਬਿਲਕੁਲ ਜੀ, ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਗੱਲ ਹੈ, ਜਿਵੇਂ ਸੁਖਬੀਰ ਬਾਦਲ ਦੀ ਗੱਲ ਜੇਕਰ 71 ਹੋਣਾ ਤਾਂ ਕਿਸੇ ਸਿਧਾਂਤ ਤੇ ਹੋਇਆ ਜਾਂਦਾ ਹੁੰਦਾ, ਸਿਧਾਂਤ ਬਣਾ ਲੈਣ, ਸਿਧਾਂਤ ਤੇ 71 ਹੋ ਜਾਣ। ਅੱਜ ਉਹ ਕਹਿੰਦੇ ਨੇ ਵੀ ਬੰਦੀ ਸਿੰਘਾਂ ਨੂੰ ਟਿਕਟ ਦਿੰਨੇ ਅਸੀਂ। ਜਿਸ ਦਿਨ ਬੀਬੀ ਖਾਲੜਾ ਜੀ ਇਲੈਕਸ਼ਨ ਲੜ ਰਹੇ ਸੀ, ਉਹਨਾਂ ਨੇ ਬਰਾਬਰ ਬੀਬੀ ਜਗੀਰ ਕੌਰ ਨੂੰ ਇਲੈਕਸ਼ਨ ਲੜਾਇਆ। ਉਸ ਟਾਈਮ ਤੇ ਉਹਨਾਂ ਨੇ ਇਸ ਗੱਲ ਨੂੰ ਕਿਉਂ ਨਾ ਮੱਦੇ ਨਜ਼ਰ ਰੱਖਿਆ? ਹੋਂਦ ਨੂੰ ਬਚਾਉਣ ਵਾਸਤੇ ਅੱਜ ਬੰਦੀ ਸਿੰਘਾਂ ਦੀ ਯਾਦ ਆ ਗਈ ਆ। ਕਿੰਨਾ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਪਹਿਲਾਂ ਯਾਦ ਨਹੀਂ ਆਈ। ਜਗਤਾਰ ਸਿੰਘ ਹਵਾਰੇ ਨੂੰ ਕਾਤਲ ਕਹਿੰਦੇ ਸੀ ਹੁਣ ਤੱਕ, ਅੱਜ ਇਹਨਾਂ ਨੂੰ ਬੰਦੀ ਸਿੰਘਾਂ ਦਾ ਸਹਾਰਾ ਲੈ ਕੇ ਡੁੱਬਦੀ ਹੋਈ ਬੇੜੀ ਨੂੰ ਸੁਖਬੀਰ ਸਿੰਘ ਬਾਦਲ ਪਾਰ ਲਾਉਣਾ ਚਾਹੁੰਦੇ ਆ। ਭੁੱਲਾਂ ਹੀ ਐਡੀਆਂ ਤਗੜੀਆਂ ਕਰਕੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਕੋਟਕਪੂਰੇ ਦੇ ਵਿੱਚ। ਉੱਥੇ ਗੁਰੂ ਸਾਹਿਬ ਦਾ ਜਾਪ ਕਰਦਿਆਂ ਸੰਗਤਾਂ ਤੇ ਗੋਲੀ ਚਲਾਈ ਗਈ। ਗੁਰੂ ਸਰਸਾ ਸੌਦਾ ਸਾਹਿਬ ਜੋ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ, ਸੌਦਾ ਸਾਹਿਬ ਦੀ ਜਿਹੜੀ ਮਾਫੀ ਸੀਗੀ, ਇਥੋਂ ਕਾਲ ਤਖਤ ਸਾਹਿਬ ਦਵਾਈ, ਕਾਲ ਤਖਤ ਸਾਹਿਬ ਦਾ ਸਤਿਕਾਰ ਘਟਾਇਆ ਉਸ ਸਮੇਂ ਇਹਨਾਂ ਨੇ, ਕਿਉਂਕਿ ਇਹਨਾਂ ਦੇ ਗੁਨਾਹ ਹੀ ਬਹੁਤ ਤਕੜੇ। ਇਹਨਾਂ ਨੂੰ ਕਿਵੇਂ ਮਾਫ ਕਰੂਗੀ ਸਿੱਖ ਕੌਮ ਜੀ? ਮਿਸਲਾਂ ਕਹਿੰਦੇ ਜਦੋਂ ਇਕੱਠੀਆਂ ਹੋ ਜਾਂਦੇ ਸੀ ਦੁਸ਼ਮਣ ਦਾ ਜਾਨ ਅਰਦਾਸ ਦਾ ਟਾਈਮ ਹੋਇਆ। ਮਿਸਲਾਂ ਕਦੇ ਬੇਅਦਬੀਆਂ ਦੇ ਨਾਲ ਕਰਾਉਂਦੀਆਂ ਸੀ। ਮਿਸਲਾਂ ਦੇ ਵਿਚਾਰਕ ਮਤਭੇਦ ਹੁੰਦੇ ਸੀ, ਪੰਥਕ ਮਤਭੇਦ ਨਹੀਂ ਸੀ ਹੁੰਦੇ। ਜਿਹੜੀਆਂ ਮਿਸਲਾਂ ਸੀ ਨਾ, ਇੱਕ ਸਵਾਲ ਹੋਇਆ ਕਿ ਮਿਸਲਾਂ ਵੀ 71 ਹੋ ਜਾਂਦੀਆਂ ਸੀ, ਮਿਸਲਾਂ ਬੇਅਦਬੀ ਨਹੀਂ ਸੀ ਕਰਾਉਂਦੀਆਂ ਹੁੰਦੀਆਂ। ਮਿਸਲਾਂ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਸੀ ਪਹੁੰਚਾਉਂਦੀਆਂ ਹੁੰਦੀਆਂ, ਸਿੱਖਾਂ ਨੂੰ ਮਸਲ ਕੇ ਨਹੀਂ ਸੀ ਮਾਰਦੀਆਂ ਹੁੰਦੀਆਂ ਮਿਸਲਾਂ। ਅਸੀਂ ਸਿਧਾਂਤ ਇਕੱਠ ਕਰਨਾ ਚਾਹੁੰਦੇ ਆ, ਸਾਰੀ ਕੌਮ ਇਕੱਤਰ ਹੋਵੇ, ਪਰ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਜੇ ਉਹ ਵੀ ਵਿੱਚ ਬੈਠਣਗੇ ਤਾਂ ਫਿਰ ਅਸੀਂ ਇਨਸਾਫ ਕਿਹਦੇ ਤੋਂ ਲਵਾਂਗੇ? ਕੋਈ ਕੰਟਰੋਲ ਨਹੀਂ ਇਹਨਾਂ ਤੋਂ ਹੋ ਰਿਹਾ ਪੰਜਾਬ ਦੇ ਵਿੱਚ। ਬਹੁਤ ਮਾੜੀ ਪਾਰਟੀ ਆ। ਹੈਲੋ ਅੱਜ ਅਸੀਂ ਆਲ ਇੰਡੀਆ ਸਿੱਖ ਫੈਡਰੇਸ਼ਨ ਅਤੇ ਵਾਰਸ ਪੰਜਾਬ ਦੇ ਬਾਈ ਜੋ ਦੀਪ ਸਿੱਧੂ ਦੀ ਜਥੇਬੰਦੀ ਆ, ਦੋਨੋਂ ਜਥੇਬੰਦੀਆਂ ਵੱਲੋਂ ਅੱਜ ਸ਼ਹੀਦਾਂ ਨੂੰ ਸਰਹੱਦ ਭੇਟ ਕਰਨ ਲਈ ਮਾਰਚ ਕੱਢਿਆ ਗਿਆ। ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਨੇ ਜਿਹੜੀ ਸਾਡੀ ਧਰਮ ਯੁੱਧ ਮੋਰਚਾ ਦੀ ਅਸਲ ਲੜਾਈ, ਜੋ ਪੰਜਾਬ ਦੀਆਂ ਮੰਗਾਂ ਸਨ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਦਾ ਮਸਲਾ, ਪੰਜਾਬ ਦੇ ਪਾਣੀਆਂ ਦੀ ਲੜਾਈ, ਪੰਜਾਬ ਨੂੰ ਵੱਧ ਅਧਿਕਾਰਾਂ ਦੀ ਜੋ ਲੜਾਈ ਲੜੀ, ਜਿਹੜੇ 1947 ਦੇ ਵਿੱਚ ਉਹ ਦੇਸ਼ ਦੀ ਵੰਡ ਹੋਈ, ਸਾਡੇ ਨਾਲ ਵਾਅਦੇ ਕੀਤੇ ਸੀ, ਉਹ ਪੂਰੇ ਨਹੀਂ ਕੀਤੇ ਸਰਕਾਰਾਂ ਨੇ। ਉਹ ਲੜਾਈ ਨੂੰ ਉਹਨਾਂ ਨੇ ਅੱਗੇ ਤੋਰਿਆ, ਪਰ ਸਮੇਂ ਦੀ ਹੁਕੂਮਤ ਨੇ ਸਾਡੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ 36 ਹੋਰ ਗੁਰਦੁਆਰਿਆਂ ਤੇ ਹਮਲਾ ਕਰਕੇ ਇੱਥੇ ਜਿਹੜੇ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸੀ, ਜਿਹੜੇ ਮਾਸੂਮ ਨਿੱਕੇ ਨਿੱਕੇ ਬੱਚੇ, ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ। ਇੱਥੇ ਜੋ ਪ੍ਰਕਾਰਮਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਹ ਮਾਰਚ ਕੱਢਿਆ ਜਾ ਰਿਹਾ ਦੋਵਾਂ ਜਥੀਆਂ ਬੰਦਿਆਂ ਵੱਲੋਂ। ਜਿਹੜੀਆਂ ਸਾਡੀਆਂ ਮੰਗਾਂ ਹੁਣ ਅੱਜ 38 ਸਾਲ ਹੋ ਗਏ ਜਿਉਂਦੀਆਂ ਤਿਉਂ ਖੜੀਆਂ, ਜਿਹੜੇ ਲੋਕਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਤੇ ਭਾਈ ਅਮਰੀਕ ਸਿੰਘ ਵੱਲੋਂ ਵਿੱਢੇ ਸੰਘਰਸ਼ ਦੌਰਾਨ ਉਹਨਾਂ ਦੌਰਾਨ ਜਿਹੜੀ ਲੜਾਈ ਅੱਗੇ ਵਧਾਈ, ਭਾਈ ਅੱਜ ਬੰਦੀ ਸਿੰਘ ਸਾਡੇ ਜੇਲ੍ਹਾਂ 'ਚ ਬੈਠੇ ਆ, ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ। ਦੇਖੋ ਭਾਰਤ ਦਾ ਸੰਵਿਧਾਨ ਦੂਰੇ ਮਾਪਦੰਡ ਆ। ਇੱਥੇ ਕਿਸ਼ੋਰੀ ਲਾਲ ਵਰਗੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕਾਪੇ ਦੇ ਨਾਲ ਜਿਹੜੇ ਸਿੱਖਾਂ ਨੂੰ ਵੱਢਿਆ, ਗਲਾਂ 'ਚ ਟਾਇਰ ਪਾ ਕੇ ਸਾੜਿਆ, ਸੱਜਣ ਕੁਮਾਰ ਜਗਦੀਸ਼ ਟਰੈਕਟਰ ਵਰਗੇ ਸਰੇਆਮ ਘੁੰਮ ਰਹੇ ਆ। ਪਰ ਜਿਹੜੇ ਅੱਜ ਬੰਦੀ ਸਿੰਘ ਆ ਸਾਡੇ, ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ, ਉਹ ਅੱਜ ਜੇਲ੍ਹਾਂ ਦੇ ਵਿੱਚ ਬੰਦ ਆ। ਉਹਨਾਂ ਦੀ ਰਿਹਾਈ ਲਈ ਜੋ ਕਿ ਅੱਜ ਅਸੀਂ ਇੱਥੇ ਇਹ ਮਾਰਚ ਕਰ ਰਹੇ ਹਾਂ ਜੀ। ਤੇ ਗੱਲ ਕਰੀਏ ਦੀਪ ਸਿੱਧੂ ਹੁਣਾਂ ਨੇ ਸਿਮਰਜੀਤ ਮਾਨ ਦੀ ਪੂਰੀ ਸਪੋਰਟ ਕੀਤੀ ਸੀ ਜਦੋਂ ਵਿਧਾਨ ਸਭਾ ਚੋਣਾਂ ਸੀ। ਸਿਮਰਜੀਤ ਮਾਨ ਦੁਬਾਰਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਨੇ ਜਿਮਣੀ। ਕੀ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਆ ਉਹ ਸਪੋਰਟ? ਬਿਲਕੁਲ ਜੀ, ਅਸੀਂ ਪਹਿਲਾਂ ਹੀ ਕਲੀਅਰ ਕਰ ਚੁੱਕੇ ਹਾਂ ਕਿ ਵਾਰਸ ਪੰਜਾਬ ਦੇ ਜਥੇਬੰਦੀ ਸਿਮਰਨਜੀਤ ਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਬਿਲਕੁਲ ਉਹਦੀ ਸਪੋਰਟ ਕਰੂਗੀ, ਕਿਉਂਕਿ ਬਾਈ ਜਾਂਦਿਆਂ ਹੋਇਆਂ ਉਹਦੀ ਸਪੋਰਟ ਕਰਕੇ ਗਏ ਆ। ਕਿਉਂਕਿ ਸਿਮਰਨਜੀਤ ਮਾਨ ਦੀ ਜਿਹੜੀ ਪਾਰਟੀ ਆ ਉਹ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਆ। ਹੋਰ ਕੋਈ ਵੀ ਨੈਸ਼ਨਲ ਪਾਰਟੀ ਜਾਂ ਇੱਥੋਂ ਦੀ ਪੰਜਾਬ ਦੀ ਲੋਕਲ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰਦੀ, ਉਹ ਸਾਡੇ ਜਜ਼ਬਾਤਾਂ ਨੂੰ ਮਸਲਦੀਆਂ ਵਾ। ਤੇ ਜਿਹੜਾ ਸਿਮਰਨਜੀਤ ਮਾਨ ਆ ਉਹਦੀ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ, ਇਸੇ ਕਰਕੇ ਬਾਈ ਨੇ
ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਉਸ ਟਾਈਮ ਤੇ ਵੀ ਉਹਨਾਂ ਦੀ ਸਪੋਰਟ ਕੀਤੀ ਸੀ ਤੇ ਉਹ ਅੱਜ ਵੀ ਕਰੂਗਾ। ਜੇ ਗੱਲ ਕਰੀਏ ਹੁਣ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ ਰਾਜੋਆਣਾ ਦੀ ਭੈਣ ਨੂੰ ਸਪੋਰਟ ਕੀਤੀ ਜਾ ਰਹੀ ਆ, ਉਹ ਵੀ ਬੰਦੀ ਸਿੰਘਾਂ ਦੇ ਵਿੱਚ ਆਉਂਦੇ ਨੇ, ਕੀ ਉਹ ਉਸ ਦੀ ਵੀ ਸਪੋਰਟ ਕੀਤੀ ਜਾਊਗੀ ਤੁਹਾਡੇ ਵੱਲੋਂ? ਨਹੀਂ, ਬਿਲਕੁਲ ਵੇਖੋ, ਜੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜੇ ਨੇ ਤਾਂ ਫਿਰ ਉਹਨਾਂ ਦੀ ਕੋਈ ਸਪੋਰਟ ਨਹੀਂ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹਦਾ ਹਜੇ ਤੱਕ ਸ਼ਿਵ ਸੈਨਾ ਦੇ ਨਾਲ ਗੱਠਜੋੜ ਆ। ਜਦ ਤੱਕ ਅਕਾਲੀ ਦਲ ਕਲੀਅਰ ਕਰੇ ਸਾਡਾ ਸ਼ਿਵ ਸੈਨਾ ਨਾਲ ਗੱਠਜੋੜ ਨਹੀਂ ਆ ਤਾਂ ਅਸੀਂ ਉਹਨਾਂ ਸਾਡੇ ਸਿੱਖ ਵਿਰੋਧੀ ਲੋਕਾਂ ਦੇ ਨਾਲ ਨਹੀਂ ਖੜ ਸਕਦੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਅੱਜ ਉਹਨਾਂ ਨੂੰ ਬੰਦੀ ਸਿੰਘ ਯਾਦ ਆਉਂਦੇ ਨੇ, ਜਦੋਂ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਸੀਗਾ ਉਸ ਟਾਈਮ ਤੇ ਇਹ ਬੰਦੀ ਸਿੰਘਾਂ ਨੂੰ ਕਾਤਲ ਪਾਰਟੀ ਕਹਿੰਦੇ ਹੁੰਦੇ ਸੀ। ਸੁਖਬੀਰ ਬਾਦਲ ਇਹ ਗੱਲ ਕਲੀਅਰ ਕਰਨ ਕਿ ਉਹ ਕਾਤਲ ਨੂੰ ਟਿਕਟ ਦੇ ਰਹੇ ਨੇ। ਪਹਿਲਾਂ ਉਹ ਬੰਦੀ ਸਿੰਘਾਂ ਨੂੰ ਕਾਤਲ ਕਹਿ ਕੇ ਸੰਬੋਧਨ ਹੁੰਦੇ ਸੀਗੇ। ਮੈਂ ਤਾਂ ਰਾਜੋਆਣਾ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਪਹਿਲਾਂ ਵਾਲੇ ਬਿਆਨਾਂ ਨੂੰ ਵੀ ਮੱਦੇਨਜ਼ਰ ਰੱਖਿਆ ਜਾਵੇ ਇਹੋ ਜਿਹਾ ਫੈਸਲਾ ਲੈਣ ਲਈ, ਕਿਉਂਕਿ ਤੁਸੀਂ ਸਾਡੇ ਸਤਿਕਾਰਯੋਗ ਸ਼ਖਸੀਅਤ ਹੋ ਸਾਡੀ ਕੌਮ ਦੇ। ਯਾਦ ਮੈਂਬਰੀ ਕਮੇਟੀ ਬਣਾਈ ਸੀ, ਕਮੇਟੀ ਦੇ ਵੀ ਬਾਅਦ ਵਿੱਚ ਵਿਰੋਧ ਹੋਣ ਲੱਗਿਆ। ਕਿਹਾ ਜਾ ਰਿਹਾ ਦਾਦੂਵਾਲ ਸਾਹਿਬ ਵੱਲੋਂ ਵੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ, ਤਾਂ ਕਰਕੇ ਅਸੀਂ ਸਪੋਰਟ ਕਰਾਂਗੇ ਬੰਦੀ ਸਿੰਘਾਂ ਨੂੰ। ਬਿਲਕੁਲ ਜਾਇਜ਼ ਗੱਲ ਆ ਜੀ, ਬਿਲਕੁਲ ਜਾਇਜ਼ ਗੱਲ ਆ, ਕਿਉਂਕਿ ਇਹਨਾਂ ਦੀ ਵਜ੍ਹਾ ਕਰਕੇ ਤਾਂ ਬੰਦੀ ਸਿੰਘ ਬਣੇ ਨੇ। ਇਹ ਬਾਦਲ ਕਿਆਂ ਦੇ ਪਰਿਵਾਰ ਦੀ ਵਜ੍ਹਾ ਕਰਕੇ ਅੱਜ ਸਾਡੇ ਸਿੰਘ ਅੱਜ ਬੈਠੇ ਨੇ। ਇਹ ਕਿੰਨੇ ਵਾਰੀ ਪਾਵਰ ਚ ਆਏ ਨੇ ਤੇ ਉਦੋਂ ਤੱਕ ਇਹਨਾਂ ਨੇ ਕਿਉਂ ਨਹੀਂ ਕਮੇਟੀਆਂ ਬਣਾਈਆਂ? ਅੱਜ ਇਹਨਾਂ ਨੂੰ ਕਮੇਟੀਆਂ ਬਣਾਉਣ ਦਾ ਯਾਦ ਆਉਂਦਾ। ਅਸੀਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੇ ਹਾਂ। ਹਾਂ, ਕਮੇਟੀ ਬਣਨੀ ਚਾਹੀਦੀ ਆ, ਬਿਲਕੁਲ ਗੱਲ ਆ, ਪਰ ਇਹ ਜਿਹੜੇ ਕਾਤਲ ਨੇ ਸਾਡੇ ਉਹ ਵਿੱਚ ਨਹੀਂ ਹੋਣੇ ਚਾਹੀਦੇ। ਬਹੁਤ ਸਾਰੇ ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਏ ਆ, ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਏ ਆ। ਬਿਲਕੁਲ ਜੀ, ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਗੱਲ ਹੈ, ਜਿਵੇਂ ਸੁਖਬੀਰ ਬਾਦਲ ਦੀ ਗੱਲ, ਜੇਕਰ 71 ਹੋਣਾ ਤਾਂ ਕਿਸੇ ਸਿਧਾਂਤ ਤੇ ਹੋਇਆ ਜਾਂਦਾ ਹੁੰਦਾ। ਸਿਧਾਂਤ ਬਣਾ ਲੈਣ, ਸਿਧਾਂਤ ਤੇ 71 ਹੋ ਜਾਣ। ਅੱਜ ਉਹ ਕਹਿੰਦੇ ਨੇ ਵੀ ਬੰਦੀ ਸਿੰਘਾਂ ਨੂੰ ਟਿਕਟ ਦਿੰਨੇ ਅਸੀਂ। ਜਿਸ ਦਿਨ ਬੀਬੀ ਖਾਲੜਾ ਜੀ ਇਲੈਕਸ਼ਨ ਲੜ ਰਹੇ ਸੀ, ਉਹਨਾਂ ਨੇ ਬਰਾਬਰ ਬੀਬੀ ਜਗੀਰ ਕੌਰ ਨੂੰ ਇਲੈਕਸ਼ਨ ਲੜਾਇਆ। ਉਸ ਟਾਈਮ ਤੇ ਉਹਨਾਂ ਨੇ ਇਸ ਗੱਲ ਨੂੰ ਕਿਉਂ ਨਾ ਮੱਦੇਨਜ਼ਰ ਰੱਖਿਆ? ਹੋਂਦ ਨੂੰ ਬਚਾਉਣ ਵਾਸਤੇ ਅੱਜ ਬੰਦੀ ਸਿੰਘਾਂ ਦੀ ਯਾਦ ਆ ਗਈ ਆ। ਕਿੰਨਾ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਪਹਿਲਾਂ ਯਾਦ ਨਹੀਂ ਆਈ। ਜਗਤਾਰ ਸਿੰਘ ਹਵਾਰੇ ਨੂੰ ਕਾਤਲ ਕਹਿੰਦੇ ਸੀ ਹੁਣ ਤੱਕ। ਅੱਜ ਇਹਨਾਂ ਨੂੰ ਬੰਦੀ ਸਿੰਘਾਂ ਦਾ ਸਹਾਰਾ ਲੈ ਕੇ ਡੁੱਬਦੀ ਹੋਈ ਬੇੜੀ ਨੂੰ ਸੁਖਬੀਰ ਸਿੰਘ ਬਾਦਲ ਪਾਰ ਲਾਉਣਾ ਚਾਹੁੰਦੇ ਆ। ਭੁੱਲਾਂ ਹੀ ਐਡੀਆਂ ਤਗੜੀਆਂ ਕਰਕੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਕੋਟਕਪੂਰੇ ਦੇ ਵਿੱਚ। ਉੱਥੇ ਗੁਰੂ ਸਾਹਿਬ ਦਾ ਜਾਪ ਕਰਦਿਆਂ ਸੰਗਤਾਂ ਤੇ ਗੋਲੀ ਚਲਾਈ ਗਈ। ਗੁਰੂ ਸਰਸਾ ਸੌਦਾ ਸਾਧ ਜੋ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ, ਸੌਦਾ ਸਾਹਿਬ ਦੀ ਜਿਹੜੀ ਮਾਫੀ ਸੀਗੀ, ਇਥੋਂ ਕਾਲ ਤਖਤ ਸਾਹਿਬ ਦਵਾਈ, ਕਾਲ ਤਖਤ ਸਾਹਿਬ ਦਾ ਸਤਿਕਾਰ ਘਟਾਇਆ ਉਸ ਸਮੇਂ ਇਹਨਾਂ ਨੇ, ਕਿਉਂਕਿ ਇਹਨਾਂ ਦੇ ਗੁਨਾਹ ਹੀ ਬਹੁਤ ਤਕੜੇ। ਇਹਨਾਂ ਨੂੰ ਕਿਵੇਂ ਮਾਫ ਕਰੂਗੀ ਸਿੱਖ ਕੌਮ ਜੀ? ਮਿਸਲਾਂ ਕਹਿੰਦੇ ਜਦੋਂ ਇਕੱਠੀਆਂ ਹੋ ਜਾਂਦੀਆਂ ਸੀ ਦੁਸ਼ਮਣ ਨਾਲ ਜਾਣ ਬਸ ਅਰਦਾਸ ਦਾ ਟਾਈਮ ਹੋਇਆ। ਮਿਸਲਾਂ ਕਦੇ ਬੇਅਦਬੀਆਂ ਤੇ ਨਾ ਕਰਾਉਂਦੀਆਂ ਸੀ। ਮਿਸਲਾਂ ਦੇ ਵਿਚਾਰਕ ਮਤਭੇਦ ਹੁੰਦੇ ਸੀ, ਪੰਥਕ ਮਤਭੇਦ ਨਹੀਂ ਸੀ ਹੁੰਦੇ। ਜਿਹੜੀਆਂ ਮਿਸਲਾਂ ਸੀ ਨਾ, ਇੱਕ ਸਵਾਲ ਹੋਇਆ ਕਿ ਮਿਸਲਾਂ ਵੀ 71 ਹੋ ਜਾਂਦੀਆਂ ਸੀ। ਮਿਸਲਾਂ ਬੇਅਦਬੀ ਨਹੀਂ ਸੀ ਕਰਾਉਂਦੀਆਂ ਹੁੰਦੀਆਂ। ਮਿਸਲਾਂ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਸੀ ਪਹੁੰਚਾਉਂਦੀਆਂ ਹੁੰਦੀਆਂ। ਸਿੱਖਾਂ ਨੂੰ ਮਸਲ ਕੇ ਨਹੀਂ ਸੀ ਮਾਰਦੀਆਂ ਹੁੰਦੀਆਂ ਮਿਸਲਾਂ। ਅਸੀਂ ਸਿਧਾਂਤ ਇਕੱਠ ਕਰਨਾ ਚਾਹੁੰਦੇ ਆ, ਸਾਰੀ ਕੌਮ ਇਕੱਤਰ ਹੋਵੇ, ਪਰ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਜੇ ਉਹ ਵੀ ਵਿੱਚ ਬੈਠਣਗੇ ਤਾਂ ਫਿਰ ਅਸੀਂ ਇਨਸਾਫ ਕਿਹਦੇ ਤੋਂ ਲਵਾਂਗੇ? ਕੋਈ ਕੰਟਰੋਲ ਨਹੀਂ ਇਹਨਾਂ ਤੋਂ ਹੋ ਰਿਹਾ ਪੰਜਾਬ ਦੇ ਵਿੱਚ। ਬਹੁਤ ਮਾੜੀ ਪਾਰਟੀ ਆ। ਹੈਲੋ ਅੱਜ ਅਸੀਂ ਆਲ ਇੰਡੀਆ ਸਿੱਖ ਫੈਡਰੇਸ਼ਨ ਅਤੇ ਵਾਰਸ ਪੰਜਾਬ ਦੇ ਬਾਈ ਜੋ ਦੀਪ ਸਿੱਧੂ ਦੀ ਜਥੇਬੰਦੀ ਆ, ਦੋਨੋਂ ਜਥੇਬੰਦੀਆਂ ਵੱਲੋਂ ਅੱਜ ਸ਼ਹੀਦਾਂ ਨੂੰ ਸਰਹੱਦ ਭੇਟ ਕਰਨ ਲਈ ਮਾਰਚ ਕੱਢਿਆ ਗਿਆ। ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਨੇ ਜਿਹੜੀ ਸਾਡੀ ਧਰਮ ਯੁੱਧ ਮੋਰਚਾ ਦੀ ਅਸਲ ਲੜਾਈ, ਜੋ ਪੰਜਾਬ ਦੀਆਂ ਮੰਗਾਂ ਸਨ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਦਾ ਮਸਲਾ, ਪੰਜਾਬ ਦੇ ਪਾਣੀਆਂ ਦੀ ਲੜਾਈ, ਪੰਜਾਬ ਨੂੰ ਵੱਧ ਅਧਿਕਾਰਾਂ ਦੀ ਜੋ ਲੜਾਈ ਲੜੀ, ਜਿਹੜੇ 1947 ਦੇ ਵਿੱਚ ਉਹ ਦੇਸ਼ ਦੀ ਵੰਡ ਹੋਈ, ਸਾਡੇ ਨਾਲ ਵਾਅਦੇ ਕੀਤੇ ਸੀ, ਉਹ ਪੂਰੇ ਨਹੀਂ ਕੀਤੇ ਸਰਕਾਰਾਂ ਨੇ। ਉਹ ਲੜਾਈ ਨੂੰ ਉਹਨਾਂ ਨੇ ਅੱਗੇ ਤੋਰਿਆ, ਪਰ ਸਮੇਂ ਦੀ ਹਕੂਮਤ ਨੇ ਸਾਡੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ 36 ਹੋਰ ਗੁਰਦੁਆਰਿਆਂ ਤੇ ਹਮਲਾ ਕਰਕੇ ਇੱਥੇ ਜਿਹੜੇ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸੀ,
ਜਿਹੜੇ ਮਾਸੂਮ ਨਿੱਕੇ ਨਿੱਕੇ ਬੱਚੇ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ ਇੱਥੇ ਜੋ ਪ੍ਰਕਾਰਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਹ ਮਾਰਚ ਕੱਢਿਆ ਜਾ ਰਿਹਾ ਦੋਵਾਂ ਜਥੀਆਂ ਬੰਦਿਆਂ ਵੱਲੋਂ। ਜਿਹੜੀਆਂ ਸਾਡੀਆਂ ਮੰਗਾਂ ਹੁਣ ਅੱਜ 38 ਸਾਲ ਹੋ ਗਏ ਜਿਉਂਦੀਆਂ ਤਿਉਂ ਖੜੀਆਂ, ਜਿਹੜੇ ਲੋਕਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਤੇ ਭਾਈ ਅਮਰੀਕ ਸਿੰਘ ਵੱਲੋਂ ਵਿੱਢੇ ਸੰਘਰਸ਼ ਦੌਰਾਨ ਉਹਨਾਂ ਦੌਰਾਨ ਜਿਹੜੀ ਲੜਾਈ ਅੱਗੇ ਵਧਾਈ, ਭਾਈ ਅੱਜ ਬੰਦੀ ਸਿੰਘ ਸਾਡੇ ਜੇਲ੍ਹਾਂ 'ਚ ਬੈਠੇ ਆ ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ। ਦੇਖੋ ਭਾਰਤ ਦਾ ਸੰਵਿਧਾਨ ਦੂਰੇ ਮਾਪਦੰਡ ਆ, ਇੱਥੇ ਕਿਸ਼ੋਰੀ ਲਾਲ ਵਰਗੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕਾਪੇ ਦੇ ਨਾਲ ਜਿਹੜੇ ਸਿੱਖਾਂ ਨੂੰ ਵੱਢਿਆ, ਗਲਾਂ 'ਚ ਟਾਇਰ ਪਾ ਕੇ ਸਾੜਿਆ, ਸੱਜਣ ਕੁਮਾਰ ਜਗਦੀਸ਼ ਟਰੈਕਟਰ ਵਰਗੇ ਸਰੇਆਮ ਘੁੰਮ ਰਹੇ ਆ। ਪਰ ਜਿਹੜੇ ਅੱਜ ਬੰਦੀ ਸਿੰਘ ਆ ਸਾਡੇ ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ, ਉਹ ਅੱਜ ਜੇਲ੍ਹਾਂ ਦੇ ਵਿੱਚ ਬੰਦ ਆ। ਉਹਨਾਂ ਦੀ ਰਿਹਾਈ ਲਈ ਜੋ ਕਿ ਅੱਜ ਅਸੀਂ ਇੱਥੇ ਇਹ ਮਾਰਚ ਕਰ ਰਹੇ ਹਾਂ ਜੀ। ਜੇ ਗੱਲ ਕਰੀਏ ਦੀਪ ਸਿੱਧੂ ਹੁਣਾਂ ਨੇ ਸਿਮਰਜੀਤ ਮਾਨ ਦੀ ਪੂਰੀ ਸਪੋਰਟ ਕੀਤੀ ਸੀ ਜਦੋਂ ਵਿਧਾਨ ਸਭਾ ਚੋਣਾਂ ਸੀ। ਸਿਮਰਜੀਤ ਮਾਨ ਦੁਬਾਰਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਨੇ ਜਿਮਣੀ। ਕੀ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਆ ਸਪੋਰਟ? ਬਿਲਕੁਲ ਜੀ, ਅਸੀਂ ਪਹਿਲੇ ਹੀ ਕਲੀਅਰ ਕਰ ਚੁੱਕੇ ਹਾਂ ਕਿ ਵਾਰਸ ਪੰਜਾਬ ਦੇ ਜਥੇਬੰਦੀ ਸਿਮਰਨਜੀਤ ਸਿੰਘ ਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਬਿਲਕੁਲ ਉਹਦੀ ਸਪੋਰਟ ਕਰੂਗੀ, ਕਿਉਂਕਿ ਬਾਈ ਜਾਂਦਿਆਂ ਹੋਇਆਂ ਉਹਦੀ ਸਪੋਰਟ ਕਰਕੇ ਗਏ ਆ। ਕਿਉਂਕਿ ਸਿਮਰਨਜੀਤ ਮਾਨ ਦੀ ਜਿਹੜੀ ਪਾਰਟੀ ਆ ਉਹ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਆ। ਹੋਰ ਕੋਈ ਵੀ ਨੈਸ਼ਨਲ ਪਾਰਟੀ ਜਾਂ ਇੱਥੋਂ ਦੀ ਪੰਜਾਬ ਦੀ ਲੋਕਲ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰਦੀ, ਉਹ ਸਾਡੇ ਜਜ਼ਬਾਤਾਂ ਨੂੰ ਮਸਲਦੀਆਂ ਵਾ। ਤੇ ਜਿਹੜਾ ਸਿਮਰਨਜੀਤ ਮਾਨ ਆ ਉਹਦੀ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ। ਇਸੇ ਕਰਕੇ ਬਾਈ ਨੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਉਸ ਟਾਈਮ ਤੇ ਵੀ ਉਹਨਾਂ ਦੀ ਸਪੋਰਟ ਕੀਤੀ ਸੀ ਤੇ ਉਹ ਅੱਜ ਵੀ ਕਰੂਗਾ। ਜੇ ਗੱਲ ਕਰੀਏ ਹੁਣ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ ਰਾਜੋਆਣਾ ਦੀ ਭੈਣ ਨੂੰ ਸਪੋਰਟ ਕੀਤੀ ਜਾ ਰਹੀ ਆ, ਉਹ ਵੀ ਬੰਦੀ ਸਿੰਘਾਂ ਦੇ ਵਿੱਚ ਆਉਂਦੇ ਨੇ, ਕੀ ਉਸ ਦੀ ਵੀ ਸਪੋਰਟ ਕੀਤੀ ਜਾਊਗੀ ਤੁਹਾਡੇ ਵੱਲੋਂ? ਨਹੀਂ, ਬਿਲਕੁਲ ਵੇਖੋ, ਜੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜੇ ਨੇ ਤਾਂ ਫਿਰ ਉਹਨਾਂ ਦੀ ਕੋਈ ਸਪੋਰਟ ਨਹੀਂ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹਦਾ ਹਜੇ ਤੱਕ ਸ਼ਿਵ ਸੈਨਾ ਦੇ ਨਾਲ ਗੱਠਜੋੜ ਆ। ਜਦ ਤੱਕ ਅਕਾਲੀ ਦਲ ਕਲੀਅਰ ਕਰੇ ਸਾਡਾ ਸ਼ਿਵ ਸੈਨਾ ਨਾਲ ਗੱਠਜੋੜ ਨਹੀਂ ਆ ਤਾਂ ਅਸੀਂ ਉਹਨਾਂ ਸਾਡੇ ਸਿੱਖ ਵਿਰੋਧੀ ਲੋਕਾਂ ਦੇ ਨਾਲ ਨਹੀਂ ਖੜ ਸਕਦੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਅੱਜ ਉਹਨਾਂ ਨੂੰ ਬੰਦੀ ਸਿੰਘ ਯਾਦ ਆਉਂਦੇ ਨੇ, ਜਦੋਂ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਸੀਗਾ ਉਸ ਟਾਈਮ ਤੇ ਇਹ ਬੰਦੀ ਸਿੰਘਾਂ ਨੂੰ ਕਾਤਲ ਪਾਰਟੀ ਕਹਿੰਦੇ ਹੁੰਦੇ ਸੀ। ਸੁਖਬੀਰ ਬਾਦਲ ਇਹ ਗੱਲ ਕਲੀਅਰ ਕਰਨ ਕਿ ਉਹ ਕਾਤਲ ਨੂੰ ਟਿਕਟ ਦੇ ਰਹੇ ਨੇ। ਪਹਿਲਾਂ ਉਹ ਬੰਦੀ ਸਿੰਘਾਂ ਨੂੰ ਕਾਤਲ ਕਹਿ ਕੇ ਸੰਬੋਧਨ ਹੁੰਦੇ ਸੀਗੇ। ਮੈਂ ਤਾਂ ਰਾਜੋਆਣਾ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਪਹਿਲਾਂ ਵਾਲੇ ਬਿਆਨਾਂ ਨੂੰ ਵੀ ਮੱਦੇਨਜ਼ਰ ਰੱਖਿਆ ਜਾਵੇ ਇਹੋ ਜਿਹਾ ਫੈਸਲਾ ਲੈਣ ਲਈ, ਕਿਉਂਕਿ ਤੁਸੀਂ ਸਾਡੇ ਸਤਿਕਾਰਯੋਗ ਸ਼ਖਸੀਅਤ ਹੋ ਸਾਡੀ ਕੌਮ ਦੇ। ਯਾਦ ਮੈਂਬਰੀ ਕਮੇਟੀ ਬਣਾਈ ਸੀ, ਕਮੇਟੀ ਦੇ ਵੀ ਬਾਅਦ ਵਿੱਚ ਵਿਰੋਧ ਹੋਣ ਲੱਗਿਆ। ਕਿਹਾ ਜਾ ਰਿਹਾ ਦਾਦੂਵਾਲ ਸਾਹਿਬ ਵੱਲੋਂ ਵੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ, ਤਾਂ ਕਰਕੇ ਅਸੀਂ ਸਪੋਰਟ ਕਰਾਂਗੇ ਬੰਦੀ ਸਿੰਘਾਂ ਨੂੰ। ਬਿਲਕੁਲ ਜਾਇਜ਼ ਗੱਲ ਆ ਜੀ, ਬਿਲਕੁਲ ਜਾਇਜ਼ ਗੱਲ ਆ, ਕਿਉਂਕਿ ਇਹਨਾਂ ਦੀ ਵਜ੍ਹਾ ਕਰਕੇ ਤਾਂ ਬੰਦੀ ਸਿੰਘ ਬਣੇ ਨੇ। ਇਹ ਬਾਦਲ ਕਿਆਂ ਦੇ ਪਰਿਵਾਰ ਦੀ ਵਜ੍ਹਾ ਕਰਕੇ ਅੱਜ ਸਾਡੇ ਸਿੰਘ ਅੱਜ ਬੈਠੇ ਨੇ। ਇਹ ਕਿੰਨੇ ਵਾਰੀ ਪਾਵਰ ਚ ਆਏ ਨੇ ਤੇ ਉਦੋਂ ਤੱਕ ਇਹਨਾਂ ਨੇ ਕਿਉਂ ਨਹੀਂ ਕਮੇਟੀਆਂ ਬਣਾਈਆਂ? ਅੱਜ ਇਹਨਾਂ ਨੂੰ ਕਮੇਟੀਆਂ ਬਣਾਉਣ ਦਾ ਯਾਦ ਆਉਂਦਾ। ਅਸੀਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੇ ਹਾਂ। ਹਾਂ, ਕਮੇਟੀ ਬਣਨੀ ਚਾਹੀਦੀ ਆ, ਬਿਲਕੁਲ ਗੱਲ ਆ, ਪਰ ਇਹ ਜਿਹੜੇ ਕਾਤਲ ਨੇ ਸਾਡੇ ਉਹ ਵਿੱਚ ਨਹੀਂ ਹੋਣੇ ਚਾਹੀਦੇ। ਬਹੁਤ ਸਾਰੇ ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਪੇ ਆ, ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਪੇ ਆ। ਬਿਲਕੁਲ ਜੀ, ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਗੱਲ ਹੈ, ਜਿਵੇਂ ਸੁਖਬੀਰ ਬਾਦਲ ਦੀ ਗੱਲ, ਜੇਕਰ 71 ਹੋਣਾ ਤਾਂ ਕਿਸੇ ਸਿਧਾਂਤ ਤੇ ਹੋਇਆ ਜਾਂਦਾ ਹੁੰਦਾ। ਸਿਧਾਂਤ ਬਣਾ ਲੈਣ, ਸਿਧਾਂਤ ਤੇ 71 ਹੋ ਜਾਣ। ਅੱਜ ਉਹ ਕਹਿੰਦੇ ਨੇ ਵੀ ਬੰਦੀ ਸਿੰਘਾਂ ਨੂੰ ਟਿਕਟ ਦਿੰਨੇ ਅਸੀਂ। ਜਿਸ ਦਿਨ ਬੀਬੀ ਖਾਲੜਾ ਜੀ ਇਲੈਕਸ਼ਨ ਲੜ ਰਹੇ ਸੀ, ਉਹਨਾਂ ਨੇ ਬਰਾਬਰ ਬੀਬੀ ਜਗੀਰ ਕੌਰ ਨੂੰ ਇਲੈਕਸ਼ਨ ਲੜਾਇਆ। ਉਸ ਟਾਈਮ ਤੇ ਉਹਨਾਂ ਨੇ ਇਸ ਗੱਲ ਨੂੰ ਕਿਉਂ ਨਾ ਮੱਦੇਨਜ਼ਰ ਰੱਖਿਆ? ਹੋਂਦ ਨੂੰ ਬਚਾਉਣ ਵਾਸਤੇ ਅੱਜ ਬੰਦੀ ਸਿੰਘਾਂ ਦੀ ਯਾਦ ਆ ਗਈ ਆ। ਕਿੰਨਾ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਪਹਿਲਾਂ ਯਾਦ ਨਹੀਂ ਆਈ। ਜਗਤਾਰ ਸਿੰਘ ਹਵਾਰੇ ਨੂੰ ਕਾਤਲ ਕਹਿੰਦੇ ਸੀ ਹੁਣ ਤੱਕ। ਅੱਜ ਇਹਨਾਂ ਨੂੰ ਬੰਦੀ ਸਿੰਘਾਂ ਦਾ ਸਹਾਰਾ ਲੈ ਕੇ ਡੁੱਬਦੀ ਹੋਈ ਬੇੜੀ ਨੂੰ ਸੁਖਬੀਰ ਸਿੰਘ ਬਾਦਲ ਪਾਰ ਲਾਉਣਾ ਚਾਹੁੰਦੇ ਆ। ਭੁੱਲਾਂ ਹੀ ਐਡੀਆਂ ਤਗੜੀਆਂ ਕਰਕੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਕੋਟਕਪੂਰੇ ਦੇ ਵਿੱਚ। ਉੱਥੇ ਗੁਰੂ ਸਾਹਿਬ ਦਾ ਜਾਪ ਕਰਦਿਆਂ ਸੰਗਤਾਂ ਤੇ ਗੋਲੀ ਚਲਾਈ ਗਈ। ਗੁਰੂ ਸਰਸਾ ਸੌਦਾ ਸਾਹਿਬ ਜੋ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ, ਸੌਦਾ ਸਾਹਿਬ ਦੀ ਜਿਹੜੀ ਮਾਫੀ ਸੀਗੀ, ਇਥੋਂ ਅਕਾਲ ਤਖ਼ਤ ਸਾਹਿਬ ਦਵਾਈ, ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਘਟਾਇਆ ਉਸ ਸਮੇਂ ਇਹਨਾਂ ਨੇ, ਕਿਉਂਕਿ ਇਹਨਾਂ ਦੇ ਗੁਨਾਹ ਹੀ ਬਹੁਤ ਤਕੜੇ। ਇਹਨਾਂ ਨੂੰ ਕਿਵੇਂ ਮਾਫ ਕਰੂਗੀ ਸਿੱਖ ਕੌਮ ਜੀ? ਮਿਸਲਾਂ ਕਹਿੰਦੇ ਜਦੋਂ ਇਕੱਠੀਆਂ ਹੋ ਜਾਂਦੀਆਂ ਸੀ ਦੁਸ਼ਮਣ ਨਾਲ ਜਾਣ ਬਸ ਅਰਦਾਸ ਦਾ ਟਾਈਮ ਹੋਇਆ। ਮਿਸਲਾਂ ਕਦੇ ਬੇਅਦਬੀਆਂ ਦੇ ਨਾਲ ਕਰਾਉਂਦੀਆਂ ਸੀ। ਮਿਸਲਾਂ ਦੇ ਵਿਚਾਰਕ ਮਤਭੇਦ ਹੁੰਦੇ ਸੀ, ਪੰਥਕ ਮਤਭੇਦ ਨਹੀਂ ਸੀ ਹੁੰਦੇ। ਜਿਹੜੀਆਂ ਮਿਸਲਾਂ ਸੀ ਨਾ, ਇੱਕ ਸਵਾਲ ਹੋਇਆ ਕਿ ਮਿਸਲਾਂ ਵੀ 71 ਹੋ ਜਾਂਦੀਆਂ ਸੀ। ਮਿਸਲਾਂ ਬੇਅਦਬੀ ਨਹੀਂ ਸੀ ਕਰਾਉਂਦੀਆਂ ਹੁੰਦੀਆਂ। ਮਿਸਲਾਂ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਸੀ ਪਹੁੰਚਾਉਂਦੀਆਂ ਹੁੰਦੀਆਂ। ਸਿੱਖਾਂ ਨੂੰ ਮਸਲ ਕੇ ਨਹੀਂ ਸੀ ਮਾਰਦੀਆਂ ਹੁੰਦੀਆਂ ਮਿਸਲਾਂ। ਅਸੀਂ ਸਿਧਾਂਤ ਇਕੱਠ ਕਰਨਾ ਚਾਹੁੰਦੇ ਆ, ਸਾਰੀ ਕੌਮ ਇਕੱਤਰ ਹੋਵੇ, ਪਰ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਜੇ ਉਹ ਵੀ ਵਿੱਚ ਬੈਠਣਗੇ ਤਾਂ ਫਿਰ ਅਸੀਂ ਇਨਸਾਫ ਕਿਹਦੇ ਤੋਂ ਲਵਾਂਗੇ? ਕੋਈ ਕੰਟਰੋਲ ਨਹੀਂ ਇਹਨਾਂ ਤੋਂ ਹੋ ਰਿਹਾ ਪੰਜਾਬ ਦੇ ਵਿੱਚ। ਬਹੁਤ ਮਾੜੀ ਪਾਰਟੀ ਆ।
ਹੈਲੋ ਅੱਜ ਅਸੀਂ ਆਲ ਇੰਡੀਆ ਸਿੱਖ ਫੈਡਰੇਸ਼ਨ ਅਤੇ ਵਾਰਸ ਪੰਜਾਬ ਦੇ ਬਾਈ ਜੋ ਦੀਪ ਸਿੱਧੂ ਦੀ ਜਥੇਬੰਦੀ ਆ ਦੋਨੋਂ ਜਥੇਬੰਦੀਆਂ ਵੱਲੋਂ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮਾਰਚ ਕੱਢਿਆ ਗਿਆ ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਨੇ ਜਿਹੜੀ ਸਾਡੀ ਧਰਮ ਯੁੱਧ ਮੋਰਚਾ ਦੀ ਅਸਲ ਲੜਾਈ ਜੋ ਪੰਜਾਬ ਦੀਆਂ ਮੰਗਾਂ ਸਨ ਪੰਜਾਬੀ ਬੋਲਦੇ ਇਲਾਕੇ ਚੰਡੀਗੜ੍ਹ ਦਾ ਮਸਲਾ ਪੰਜਾਬ ਦੇ ਪਾਣੀਆਂ ਦੀ ਲੜਾਈ ਪੰਜਾਬ ਨੂੰ ਵੱਧ ਅਧਿਕਾਰਾਂ ਦੀ ਜੋ ਲੜਾਈ ਲੜੀ ਜਿਹੜੇ 1947 ਦੇ ਵਿੱਚ ਉਹ ਦੇਸ਼ ਦੀ ਵੰਡ ਹੋਈ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਸਰਕਾਰਾਂ ਨੇ ਉਹ ਲੜਾਈ ਨੂੰ ਉਹਨਾਂ ਨੇ ਅੱਗੇ ਤੋਰਿਆ ਪਰ ਸਮੇਂ ਦੀ ਹੁਕੂਮਤ ਨੇ ਸਾਡੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਅਤੇ 36 ਹੋਰ ਗੁਰਦੁਆਰਿਆਂ ਤੇ ਹਮਲਾ ਕਰਕੇ ਇੱਥੇ ਜਿਹੜੇ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸੀ ਜਿਹੜੇ ਮਾਸੂਮ ਨਿੱਕੇ ਬੱਚੇ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ ਇੱਥੇ ਜੋ ਪ੍ਰਕਾਰਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਹ ਮਾਰਚ ਕੱਢਿਆ ਜਾ ਰਿਹਾ ਦੋਵਾਂ ਜਥੀਆਂ ਬੰਦਿਆਂ ਵੱਲੋਂ ਜਿਹੜੀਆਂ ਸਾਡੀਆਂ ਮੰਗਾਂ ਹੁਣ ਅੱਜ 38 ਸਾਲ ਹੋ ਗਏ ਜਿਉਂਦੀਆਂ ਤਾਂ ਖੜੀਆਂ ਜਿਹੜੇ ਲੋਕਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਤੇ ਭਾਈ ਅਮਰੀਕ ਸਿੰਘ ਵੱਲੋਂ ਵਿੱਢੇ ਸੰਘਰਸ਼ ਦੌਰਾਨ ਉਹਨਾਂ ਦੌਰਾਨ ਜਿਹੜੀ ਲੜਾਈ ਅੱਗੇ ਵਧਾਈ ਭਾਈ ਅੱਜ ਬੰਦੀ ਸਿੰਘ ਸਾਡੇ ਜੇਲ੍ਹਾਂ 'ਚ ਬੈਠੇ ਆ ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਦੇਖੋ ਭਾਰਤ ਦਾ ਸੰਵਿਧਾਨ ਦੂਰੇ ਮਾਪਦੰਡ ਆ ਇੱਥੇ ਕਿਸ਼ੋਰੀ ਲਾਲ ਵਰਗੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕਾਪੇ ਦੇ ਨਾਲ ਜਿਹੜੇ ਸਿੱਖਾਂ ਨੂੰ ਵੱਢਿਆ ਗਲਾਂ 'ਚ ਟਾਇਰ ਪਾ ਕੇ ਸਾੜਿਆ ਸੱਜਣ ਕੁਮਾਰ ਜਗਦੀਸ਼ ਟਰੈਕਟਰ ਵਰਗੇ ਸਰੇਆਮ ਘੁੰਮ ਰਹੇ ਆ ਪਰ ਜਿਹੜੇ ਅੱਜ ਬੰਦੀ ਸਿੰਘ ਆ ਸਾਡੇ ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਉਹ ਅੱਜ ਜੇਲ੍ਹਾਂ ਦੇ ਵਿੱਚ ਬੰਦ ਆ ਉਹਨਾਂ ਦੀ ਰਿਹਾਈ ਲਈ ਜੋ ਕਿ ਅੱਜ ਅਸੀਂ ਇੱਥੇ ਇਹ ਮਾਰਚ ਕਰ ਰਹੇ ਹਾਂ ਜੀ ਤੇ ਗੱਲ ਕਰੀਏ ਦੀਪ ਸਿੱਧੂ ਹੁਣਾਂ ਨੇ ਸਿਮਰਜੀਤ ਮਾਨ ਦੀ ਪੂਰੀ ਸਪੋਰਟ ਕੀਤੀ ਸੀ ਜਦੋਂ ਵਿਧਾਨ ਸਭਾ ਚੋਣਾਂ ਸੀ ਸਿਮਰਜੀਤ ਮਾਨ ਦੁਬਾਰਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਨੇ ਜਿਮਣੀ ਕੀ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਆ ਉਹ ਸਪੋਰਟ ਬਿਲਕੁਲ ਜੀ ਅਸੀਂ ਪਹਿਲੇ ਹੀ ਕਲੀਅਰ ਕਰ ਚੁੱਕੇ ਹਾਂ ਕਿ ਵਾਰਸ ਪੰਜਾਬ ਦੇ ਜਥੇਬੰਦੀ ਸਿਮਰਨਜੀਤ ਸਿੰਘ ਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਬਿਲਕੁਲ ਉਹਦੀ ਸਪੋਰਟ ਕਰੂਗੀ ਕਿਉਂਕਿ ਬਾਈ ਜਾਂਦਿਆਂ ਹੋਇਆਂ ਉਹਦੀ ਸਪੋਰਟ ਕਰਕੇ ਗਏ ਆ ਕਿਉਂਕਿ ਸਿਮਰਨਜੀਤ ਮਾਨ ਦੀ ਜਿਹੜੀ ਪਾਰਟੀ ਆ ਉਹ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਆ ਹੋਰ ਕੋਈ ਵੀ ਨੈਸ਼ਨਲ ਪਾਰਟੀ ਜਾਂ ਇੱਥੋਂ ਦੀ ਪੰਜਾਬ ਦੀ ਲੋਕਲ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰਦੀ ਉਹ ਸਾਡੇ ਜਜ਼ਬਾਤਾਂ ਨੂੰ ਮਸਲਦੀਆਂ ਵਾ ਤੇ ਜਿਹੜਾ ਸਿਮਰਨਜੀਤ ਮਾਨ ਆ ਉਹਦੀ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਇਸੇ ਕਰਕੇ ਬਾਈ ਨੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਉਸ ਟਾਈਮ ਤੇ ਵੀ ਉਹਨਾਂ ਦੀ ਸਪੋਰਟ ਕੀਤੀ ਸੀ ਤੇ ਉਹ ਅੱਜ ਵੀ ਕਰੂਗਾ ਜੇ ਗੱਲ ਕਰੀਏ ਹੁਣ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ ਰਾਜੋਆਣਾ ਦੀ ਭੈਣ ਨੂੰ ਸਪੋਰਟ ਕੀਤੀ ਜਾ ਰਹੀ ਆ ਉਹ ਵੀ ਬੰਦੀ ਸਿੰਘਾਂ ਦੇ ਵਿੱਚ ਆਉਂਦੇ ਨੇ ਕੀ ਉਸ ਦੀ ਸਪੋਰਟ ਕੀਤੀ ਜਾਊਗੀ ਤੁਹਾਡੇ ਵੱਲੋਂ ਨਹੀਂ ਬਿਲਕੁਲ ਵੇਖੋ ਜੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜੇ ਨੇ ਤਾਂ ਫਿਰ ਉਹਨਾਂ ਦੀ ਕੋਈ ਸਪੋਰਟ ਨਹੀਂ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹਦਾ ਹਜੇ ਤੱਕ ਸ਼ਿਵ ਸੈਨਾ ਦੇ ਨਾਲ ਗੱਠਜੋੜ ਆ ਜਦ ਤੱਕ ਅਕਾਲੀ ਦਲ ਕਲੀਅਰ ਕਰੇ ਸਾਡਾ ਸ਼ਿਵ ਸੈਨਾ ਨਾਲ ਗੱਠਜੋੜ ਨਹੀਂ ਆ ਤਾਂ ਅਸੀਂ ਉਹਨਾਂ ਸਾਡੇ ਸਿੱਖ ਵਿਰੋਧੀ ਲੋਕਾਂ ਦੇ ਨਾਲ ਨਹੀਂ ਖੜ ਸਕਦੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਅੱਜ ਉਹਨਾਂ ਨੂੰ ਬੰਦੀ ਸਿੰਘ ਯਾਦ ਆਉਂਦੇ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਸੀਗਾ ਉਸ ਟਾਈਮ ਤੇ ਇਹ ਬੰਦੀ ਸਿੰਘਾਂ ਨੂੰ ਕਾਤਲ ਪਾਰਟੀ ਕਹਿੰਦੇ ਹੁੰਦੇ ਸੀ ਸੁਖਬੀਰ ਬਾਦਲ ਇਹ ਗੱਲ ਕਲੀਅਰ ਕਰਨ ਕਿ ਉਹ ਕਾਤਲ ਨੂੰ ਟਿਕਟ ਦੇ ਰਹੇ ਨੇ ਪਹਿਲਾਂ ਉਹ ਬੰਦੀ ਸਿੰਘਾਂ ਨੂੰ ਕਾਤਲ ਕਹਿ ਕੇ ਸੰਬੋਧਨ ਹੁੰਦੇ ਸੀਗੇ ਮੈਂ ਤਾਂ ਰਾਜੋਆਣਾ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਪਹਿਲਾਂ ਵਾਲੇ ਬਿਆਨਾਂ ਨੂੰ ਵੀ ਮੱਦੇਨਜ਼ਰ ਰੱਖਿਆ ਜਾਵੇ ਇਹੋ ਜਿਹਾ ਫੈਸਲਾ ਲੈਣ ਲਈ ਕਿਉਂਕਿ ਤੁਸੀਂ ਸਾਡੇ ਸਤਿਕਾਰਯੋਗ ਸ਼ਖਸੀਅਤ ਹੋ ਸਾਡੀ ਕੌਮ ਦੇ ਯਾਰ ਮੈਂਬਰੀ ਕਮੇਟੀ ਬਣਾਈ ਸੀ ਕਮੇਟੀ ਦੇ ਵੀ ਬਾਅਦ ਵਿੱਚ ਵਿਰੋਧ ਹੋਣ ਲੱਗਿਆ ਕਿਹਾ ਜਾ ਰਿਹਾ ਦਾਦੂਵਾਲ ਸਾਹਿਬ ਵੱਲੋਂ ਵੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤਾਂ ਕਰਕੇ ਅਸੀਂ ਸਪੋਰਟ ਕਰਾਂਗੇ ਬੰਦੀ ਸਿੰਘਾਂ ਨੂੰ ਬਿਲਕੁਲ ਜਾਇਜ਼ ਗੱਲ ਆ ਜੀ ਬਿਲਕੁਲ ਜਾਇਜ਼ ਗੱਲ ਆ ਕਿਉਂਕਿ ਇਹਨਾਂ ਦੀ ਵਜ੍ਹਾ ਕਰਕੇ ਤਾਂ ਬੰਦੀ ਸਿੰਘ ਬਣੇ ਨੇ ਉਹ ਇਹ ਬਾਦਲ ਕਿਆਂ ਦੇ ਪਰਿਵਾਰ ਦੀ ਵਜ੍ਹਾ ਕਰਕੇ ਅੱਜ ਸਾਡੇ ਸਿੰਘ ਅੱਜ ਬੈਠੇ ਨੇ ਇਹ ਕਿੰਨੇ ਵਾਰੀ ਪਾਵਰ ਚ ਆਏ ਨੇ ਤੇ ਉਦੋਂ ਤੱਕ ਇਹਨਾਂ ਨੇ ਕਿਉਂ ਨਹੀਂ ਕਮੇਟੀਆਂ ਬਣਾਈਆਂ ਅੱਜ ਇਹਨਾਂ ਨੂੰ ਕਮੇਟੀਆਂ ਬਣਾਉਣ ਦਾ ਯਾਦ ਆਉਂਦਾ ਅਸੀਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਮੇਟੀ ਬਣਨੀ ਚਾਹੀਦੀ ਆ ਬਿਲਕੁਲ ਗੱਲ ਆ ਪਰ ਇਹ ਜਿਹੜੇ ਬੰਦੇ ਜਿਹੜੇ ਕਾਤਲ ਨੇ ਸਾਡੇ ਉਹ ਵਿੱਚ ਨਹੀਂ ਹੋਣੇ ਚਾਹੀਦੇ ਬਹੁਤ ਸਾਰੇ ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਪੇ ਆ ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਪੇ ਆ ਬਿਲਕੁਲ ਜੀ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਗੱਲ ਹੈ ਜਿਵੇਂ ਸੁਖਬੀਰ ਬਾਦਲ ਦੀ ਗੱਲ ਜੇਕਰ 71 ਹੋਣਾ ਤਾਂ ਕਿਸੇ ਸਿਧਾਂਤ ਤੇ ਹੋਇਆ ਜਾਂਦਾ ਹੁੰਦਾ ਸਿਧਾਂਤ ਬਣਾ ਲੈਣ ਸਿਧਾਂਤ ਤੇ 71 ਹੋ ਜਾਣ ਅੱਜ ਉਹ ਕਹਿੰਦੇ ਨੇ ਵੀ ਬੰਦੀ ਸਿੰਘਾਂ ਨੂੰ ਟਿਕਟ ਦਿੰਨੇ ਅਸੀਂ ਜਿਸ ਦਿਨ ਬੀਬੀ ਖਾਲੜਾ ਜੀ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੇ ਬਰਾਬਰ ਬੀਬੀ ਜਗੀਰ ਕੌਰ ਨੂੰ ਇਲੈਕਸ਼ਨ ਲੜਾਇਆ ਉਸ ਟਾਈਮ ਤੇ ਉਹਨਾਂ ਨੇ ਇਸ ਗੱਲ ਨੂੰ ਕਿਉਂ ਨਾ ਮੱਦੇਨਜ਼ਰ ਰੱਖਿਆ ਹੋਂਦ ਨੂੰ ਬਚਾਉਣ ਵਾਸਤੇ ਅੱਜ ਬੰਦੀ ਸਿੰਘਾਂ ਦੀ ਯਾਦ ਆ ਗਈ ਆ ਕਿੰਨਾ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਪਹਿਲਾਂ ਯਾਦ ਨਹੀਂ ਆਈ ਜਗਤਾਰ ਸਿੰਘ ਹਵਾਰੇ ਨੂੰ ਕਾਤਲ ਕਹਿੰਦੇ ਸੀ ਹੁਣ ਤੱਕ ਅੱਜ ਇਹਨਾਂ ਨੂੰ ਬੰਦੀ ਸਿੰਘਾਂ ਦਾ ਸਹਾਰਾ ਲੈ ਕੇ ਡੁੱਬਦੀ ਹੋਈ ਬੇੜੀ ਨੂੰ ਸੁਖਬੀਰ ਸਿੰਘ ਬਾਦਲ ਪਾਰ ਲਾਉਣਾ ਚਾਹੁੰਦੇ ਆ ਭੁੱਲਾਂ ਹੀ ਐਡੀਆਂ ਤਗੜੀਆਂ ਕਰਕੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਕੋਟਕਪੂਰੇ ਦੇ ਵਿੱਚ ਉੱਥੇ ਗੁਰੂ ਸਾਹਿਬ ਦਾ ਜਾਪ ਕਰਦਿਆਂ ਸੰਗਤਾਂ ਤੇ ਗੋਲੀ ਚਲਾਈ ਗਈ ਗੁਰੂ ਸਰਸਾ ਸੌਦਾ ਸਾਹਿਬ ਜੋ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਸੌਦਾ ਸਾਹਿਬ ਦੀ ਜਿਹੜੀ ਮਾਫੀ ਸੀਗੀ ਇਥੋਂ ਕਾਲ ਤਖਤ ਸਾਹਿਬ ਦਵਾਈ ਕਾਲ ਤਖਤ ਸਾਹਿਬ ਦਾ ਸਤਿਕਾਰ ਘਟਾਇਆ ਉਸ ਸਮੇਂ ਇਹਨਾਂ ਨੇ ਕਿਉਂਕਿ ਇਹਨਾਂ ਦੇ ਗੁਨਾਹ ਹੀ ਬਹੁਤ ਤਕੜੇ ਇਹਨਾਂ ਨੂੰ ਕਿਵੇਂ ਮਾਫ ਕਰੂਗੀ ਸਿੱਖ ਕੌਮ ਜੀ ਮਿਸਲਾਂ ਕਹਿੰਦੇ ਜਦੋਂ ਇਕੱਠੀਆਂ ਹੋ ਜਾਂਦੀਆਂ ਸੀ ਦੁਸ਼ਮਣ ਦਾ ਜਾਨ ਬਸ ਗਰਦਾਸ ਦਾ ਟਾਈਮ ਹੋ
ਮਿਸਲਾਂ ਕਦੇ ਬੇਅਦਬੀਆਂ ਤੇ ਨਾ ਕਰਾਉਂਦੀਆਂ ਸੀ। ਮਿਸਲਾਂ ਦੇ ਵਿਚਾਰਕ ਮਤਭੇਦ ਹੁੰਦੇ ਸੀ, ਪੰਥਕ ਮਤਭੇਦ ਨਹੀਂ ਸੀ ਹੁੰਦੇ। ਜਿਹੜੀਆਂ ਮਿਸਲਾਂ ਸੀ ਨਾ, ਇੱਕ ਸਵਾਲ ਹੋਇਆ ਕਿ ਮਿਸਲਾਂ ਵੀ ਇਕੱਤਰ ਹੋ ਜਾਂਦੀਆਂ ਸੀ। ਮਿਸਲਾਂ ਬੇਅਦਬੀ ਨਹੀਂ ਸੀ ਕਰਾਉਂਦੀਆਂ ਹੁੰਦੀਆਂ। ਮਿਸਲਾਂ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਸੀ ਪਹੁੰਚਾਉਂਦੀਆਂ ਹੁੰਦੀਆਂ। ਸਿੱਖਾਂ ਨੂੰ ਮਸਲ ਕੇ ਨਹੀਂ ਸੀ ਮਾਰਦੀਆਂ ਹੁੰਦੀਆਂ ਮਿਸਲਾਂ। ਅਸੀਂ ਸਿਧਾਂਤਕ ਇਕੱਠ ਕਰਨਾ ਚਾਹੁੰਦੇ ਆ, ਸਾਰੀ ਕੌਮ ਇਕੱਤਰ ਹੋਵੇ, ਪਰ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਜੇ ਉਹ ਵੀ ਵਿੱਚ ਬੈਠਣਗੇ ਤਾਂ ਫਿਰ ਅਸੀਂ ਇਨਸਾਫ ਕਿਹਦੇ ਤੋਂ ਲਵਾਂਗੇ? ਕੋਈ ਕੰਟਰੋਲ ਨਹੀਂ ਇਹਨਾਂ ਤੋਂ ਹੋ ਰਿਹਾ ਪੰਜਾਬ ਦੇ ਵਿੱਚ। ਬਹੁਤ ਮਾੜੀ ਪਾਰਟੀ ਆ। ਹੈਲੋ ਅੱਜ ਅਸੀਂ ਆਲ ਇੰਡੀਆ ਸਿੱਖ ਫੈਡਰੇਸ਼ਨ ਅਤੇ ਵਾਰਸ ਪੰਜਾਬ ਦੇ ਬਾਈ ਜੋ ਦੀਪ ਸਿੱਧੂ ਦੀ ਜਥੇਬੰਦੀ ਆ, ਦੋਨੋਂ ਜਥੇਬੰਦੀਆਂ ਵੱਲੋਂ ਅੱਜ ਸ਼ਹੀਦਾਂ ਨੂੰ ਸਰਹੱਦ ਭੇਟ ਕਰਨ ਲਈ ਮਾਰਚ ਕੱਢਿਆ ਗਿਆ। ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਨੇ ਜਿਹੜੀ ਧਰਮ ਦੀ ਸਾਡੀ ਧਰਮ ਯੁੱਧ ਮੋਰਚਾ ਦੀ ਅਸਲ ਲੜਾਈ, ਜੋ ਪੰਜਾਬ ਦੀਆਂ ਮੰਗਾਂ ਸਨ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਦਾ ਮਸਲਾ, ਪੰਜਾਬ ਦੇ ਪਾਣੀਆਂ ਦੀ ਲੜਾਈ, ਪੰਜਾਬ ਨੂੰ ਵੱਧ ਅਧਿਕਾਰਾਂ ਦੀ ਜੋ ਲੜਾਈ ਲੜੀ, ਜਿਹੜੇ 1947 ਦੇ ਵਿੱਚ ਉਹ ਦੇਸ਼ ਦੀ ਵੰਡ ਹੋਈ, ਸਾਡੇ ਨਾਲ ਵਾਅਦੇ ਕੀਤੇ ਸੀ, ਉਹ ਪੂਰੇ ਨਹੀਂ ਕੀਤੇ ਸਰਕਾਰਾਂ ਨੇ। ਉਹ ਲੜਾਈ ਨੂੰ ਉਹਨਾਂ ਨੇ ਅੱਗੇ ਤੋਰਿਆ, ਪਰ ਸਮੇਂ ਦੀ ਹਕੂਮਤ ਨੇ ਸਾਡੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਅਤੇ 36 ਹੋਰ ਗੁਰਦੁਆਰਿਆਂ ਤੇ ਹਮਲਾ ਕਰਕੇ ਇੱਥੇ ਜਿਹੜੇ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸੀ, ਜਿਹੜੇ ਮਾਸੂਮ ਨਿੱਕੇ ਨਿੱਕੇ ਬੱਚੇ, ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ। ਇੱਥੇ ਜੋ ਪ੍ਰਕਾਰਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਮਾਰਚ ਕੱਢਿਆ ਜਾ ਰਿਹਾ ਦੋਵਾਂ ਜਥੀਆਂ ਬੰਦਿਆਂ ਵੱਲੋਂ। ਜਿਹੜੀਆਂ ਸਾਡੀਆਂ ਮੰਗਾਂ ਅੱਜ 38 ਸਾਲ ਹੋ ਗਏ ਜਿਉਂਦੀਆਂ ਤਿਉਂ ਖੜੀਆਂ, ਜਿਹੜੇ ਲੋਕਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਤੇ ਭਾਈ ਅਮਰੀਕ ਸਿੰਘ ਵੱਲੋਂ ਵਿੱਢੇ ਸੰਘਰਸ਼ ਦੌਰਾਨ ਉਹਨਾਂ ਦੌਰਾਨ ਜਿਹੜੀ ਲੜਾਈ ਅੱਗੇ ਵਧਾਈ, ਭਾਈ ਅੱਜ ਬੰਦੀ ਸਿੰਘ ਸਾਡੇ ਜੇਲ੍ਹਾਂ 'ਚ ਬੈਠੇ ਆ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ। ਦੇਖੋ ਭਾਰਤ ਦਾ ਸੰਵਿਧਾਨ ਦੂਰੇ ਮਾਪਦੰਡ ਆ। ਇੱਥੇ ਕਿਸ਼ੋਰੀ ਲਾਲ ਵਰਗੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕਾਪੇ ਦੇ ਨਾਲ ਜਿਹੜੇ ਸਿੱਖਾਂ ਨੂੰ ਵੱਢਿਆ, ਗਲਾਂ 'ਚ ਟਾਇਰ ਪਾ ਕੇ ਸਾੜਿਆ, ਸੱਜਣ ਕੁਮਾਰ, ਜਗਦੀਸ਼ ਟਰੈਕਟਰ ਵਰਗੇ ਸਰੇਆਮ ਘੁੰਮ ਰਹੇ ਆ। ਪਰ ਜਿਹੜੇ ਅੱਜ ਬੰਦੀ ਸਿੰਘ ਆ ਸਾਡੇ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ, ਉਹ ਅੱਜ ਜੇਲ੍ਹਾਂ ਦੇ ਵਿੱਚ ਬੰਦ ਆ। ਉਹਨਾਂ ਦੀ ਰਿਹਾਈ ਲਈ ਜੋ ਕਿ ਅੱਜ ਅਸੀਂ ਇੱਥੇ ਇਹ ਮਾਰਚ ਕਰ ਰਹੇ ਹਾਂ ਜੀ। ਤੇ ਗੱਲ ਕਰੀਏ ਦੀਪ ਸਿੱਧੂ ਹੁਣਾਂ ਨੇ ਸਿਮਰਜੀਤ ਸਮਾਨ ਦੀ ਪੂਰੀ ਸਪੋਰਟ ਕੀਤੀ ਸੀ ਜਦੋਂ ਵਿਧਾਨ ਸਭਾ ਚੋਣਾਂ ਸੀ। ਸਿਮਰਜੀਤ ਸਮਾਨ ਦੁਬਾਰਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਨੇ ਜਿਮਣੀ। ਕੀ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਆ ਉਹ ਸਪੋਰਟ? ਬਿਲਕੁਲ ਜੀ, ਅਸੀਂ ਪਹਿਲੇ ਹੀ ਕਲੀਅਰ ਕਰ ਚੁੱਕੇ ਹਾਂ ਕਿ ਵਾਰਸ ਪੰਜਾਬ ਦੇ ਜਥੇਬੰਦੀ ਸਿਮਰਨਜੀਤ ਸਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਬਿਲਕੁਲ ਉਹਦੀ ਸਪੋਰਟ ਕਰੂਗੀ, ਕਿਉਂਕਿ ਬਾਈ ਜਾਂਦਿਆਂ ਹੋਇਆਂ ਉਹਦੀ ਸਪੋਰਟ ਕਰਕੇ ਗਏ ਆ। ਕਿਉਂਕਿ ਸਿਮਰਨਜੀਤ ਮਾਨ ਦੀ ਜਿਹੜੀ ਪਾਰਟੀ ਆ ਉਹ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਆ। ਹੋਰ ਕੋਈ ਵੀ ਨੈਸ਼ਨਲ ਪਾਰਟੀ ਜਾਂ ਇੱਥੋਂ ਦੀ ਪੰਜਾਬ ਦੀ ਲੋਕਲ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰਦੀ, ਉਹ ਸਾਡੇ ਜਜ਼ਬਾਤਾਂ ਨੂੰ ਮਸਲਦੀਆਂ ਵਾ। ਤੇ ਜਿਹੜਾ ਸਿਮਰਨਜੀਤ ਮਾਨ ਆ ਉਹਦੀ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਹੈ। ਇਸੇ ਕਰਕੇ ਬਾਈ ਨੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਉਸ ਟਾਈਮ ਤੇ ਵੀ ਉਹਨਾਂ ਦੀ ਸਪੋਰਟ ਕੀਤੀ ਸੀ ਤੇ ਉਹ ਅੱਜ ਵੀ ਕਰੂਗਾ। ਜੇ ਗੱਲ ਕਰੀਏ ਹੁਣ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ ਰਾਜੋਵਾਲ ਦੇ ਭੈਣ ਨੂੰ ਸਪੋਰਟ ਕੀਤੀ ਜਾ ਰਹੀ ਆ, ਉਹ ਵੀ ਬੰਦੀ ਸਿੰਘਾਂ ਦੇ ਵਿੱਚ ਆਉਂਦੇ ਨੇ, ਕੀ ਉਸ ਦੀ ਸਪੋਰਟ ਕੀਤੀ ਜਾਊਗੀ ਤੁਹਾਡੇ ਵੱਲੋਂ? ਨਹੀਂ, ਬਿਲਕੁਲ। ਵੇਖੋ, ਜੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜੇ ਨੇ ਤਾਂ ਫਿਰ ਉਹਨਾਂ ਦੀ ਕੋਈ ਸਪੋਰਟ ਨਹੀਂ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹਦਾ ਹਜੇ ਤੱਕ ਸ਼ਿਵ ਸੈਨਾ ਦੇ ਨਾਲ ਗੱਠਜੋੜ ਆ। ਜਦ ਤੱਕ ਅਕਾਲੀ ਦਲ ਕਲੀਅਰ ਕਰੇ ਸਾਡਾ ਸ਼ਿਵ ਸੈਨਾ ਨਾਲ ਗੱਠਜੋੜ ਨਹੀਂ ਆ, ਤਾਂ ਅਸੀਂ ਉਹਨਾਂ ਸਾਡੇ ਸਿੱਖ ਵਿਰੋਧੀ ਲੋਕਾਂ ਦੇ ਨਾਲ ਨਹੀਂ ਖੜ ਸਕਦੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਅੱਜ ਉਹਨਾਂ ਨੂੰ ਬੰਦੀ ਸਿੰਘ ਯਾਦ ਆਉਂਦੇ ਨੇ, ਜਦੋਂ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਸੀਗਾ ਉਸ ਟਾਈਮ ਤੇ ਇਹ ਬੰਦੀ ਸਿੰਘਾਂ ਨੂੰ ਕਾਤਲ ਪਾਰਟੀ ਕਹਿੰਦੇ ਹੁੰਦੇ ਸੀ। ਸੁਖਬੀਰ ਬਾਦਲ ਇਹ ਗੱਲ ਕਲੀਅਰ ਕਰਨ ਕਿ ਉਹ ਕਾਤਲ ਨੂੰ ਟਿਕਟ ਦੇ ਰਹੇ ਨੇ। ਪਹਿਲਾਂ ਉਹ ਬੰਦੀ ਸਿੰਘਾਂ ਨੂੰ ਕਾਤਲ ਕਹਿ ਕੇ ਸੰਬੋਧਨ ਹੁੰਦੇ ਸੀਗੇ। ਮੈਂ ਤਾਂ ਰਾਜਵਾਨਾ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਪਹਿਲਾਂ ਵਾਲੇ ਬਿਆਨਾਂ ਨੂੰ ਵੀ ਮੱਦੇਨਜ਼ਰ ਰੱਖਿਆ ਜਾਵੇ ਇਹੋ ਜਿਹਾ ਫੈਸਲਾ ਲੈਣ ਲਈ, ਕਿਉਂਕਿ ਤੁਸੀਂ ਸਾਡੇ ਸਤਿਕਾਰਯੋਗ ਸ਼ਖਸੀਅਤ ਹੋ ਸਾਡੀ ਕੌਮ ਦੀ। ਯਾਰ ਮੈਂਬਰੀ ਕਮੇਟੀ ਬਣਾਈ ਸੀ, ਕਮੇਟੀ ਦੇ ਵੀ ਬਾਅਦ ਵਿੱਚ ਵਿਰੋਧ ਹੋਣ ਲੱਗਿਆ। ਕਿਹਾ ਜਾ ਰਿਹਾ ਦਾਦੂਵਾਲ ਸਾਹਿਬ ਵੱਲੋਂ ਵੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ, ਤਾਂ ਕਰਕੇ ਅਸੀਂ ਸਪੋਰਟ ਕਰਾਂਗੇ ਬੰਦੀ ਸਿੰਘਾਂ ਨੂੰ। ਬਿਲਕੁਲ ਜਾਇਜ਼ ਗੱਲ ਆ ਜੀ, ਬਿਲਕੁਲ ਜਾਇਜ਼ ਗੱਲ ਆ, ਕਿਉਂਕਿ ਇਹਨਾਂ ਦੀ ਵਜ੍ਹਾ ਕਰਕੇ ਤਾਂ ਬੰਦੀ ਸਿੰਘ ਬਣੇ ਨੇ। ਉਹ
ਇਹ ਬਾਦਲ ਕਿਆਂ ਦੇ ਪਰਿਵਾਰ ਦੀ ਵਜ੍ਹਾ ਕਰਕੇ ਅੱਜ ਸਾਡੇ ਸਿੰਘ ਅੱਜ ਬੈਠੇ ਨੇ। ਇਹ ਕਿੰਨੇ ਵਾਰੀ ਪਾਵਰ ਚ ਆਏ ਨੇ ਤੇ ਉਦੋਂ ਤੱਕ ਇਹਨਾਂ ਨੇ ਕਿਉਂ ਨਹੀਂ ਕਮੇਟੀਆਂ ਬਣਾਈਆਂ? ਅੱਜ ਇਹਨਾਂ ਨੂੰ ਕਮੇਟੀਆਂ ਬਣਾਉਣ ਦਾ ਯਾਦ ਆਉਂਦਾ। ਅਸੀਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੇ ਹਾਂ। ਹਾਂ, ਕਮੇਟੀ ਬਣਨੀ ਚਾਹੀਦੀ ਆ, ਬਿਲਕੁਲ ਗੱਲ ਆ, ਪਰ ਇਹ ਜਿਹੜੇ ਬੰਦੇ ਜਿਹੜੇ ਕਾਤਲ ਨੇ ਸਾਡੇ ਉਹ ਵਿੱਚ ਨਹੀਂ ਹੋਣੇ ਚਾਹੀਦੇ। ਬਹੁਤ ਸਾਰੇ ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਏ ਆ। ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਏ ਆ। ਬਿਲਕੁਲ ਜੀ, ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਗੱਲ ਹੈ, ਜਿਵੇਂ ਸੁਖਬੀਰ ਬਾਦਲ ਦੀ ਗੱਲ, ਜੇਕਰ 71 ਹੋਣਾ ਤਾਂ ਕਿਸੇ ਸਿਧਾਂਤ ਤੇ ਹੋਇਆ ਜਾਂਦਾ ਹੁੰਦਾ। ਸਿਧਾਂਤ ਬਣਾ ਲੈਣ, ਸਿਧਾਂਤ ਤੇ 71 ਹੋ ਜਾਣ। ਅੱਜ ਉਹ ਕਹਿੰਦੇ ਨੇ ਵੀ ਬੰਦੀ ਸਿੰਘਾਂ ਨੂੰ ਟਿਕਟ ਦਿੰਨੇ ਅਸੀਂ। ਜਿਸ ਦਿਨ ਬੀਬੀ ਖਾਲੜਾ ਜੀ ਇਲੈਕਸ਼ਨ ਲੜ ਰਹੇ ਸੀ, ਉਹਨਾਂ ਨੇ ਬਰਾਬਰ ਬੀਬੀ ਜਗੀਰ ਕੌਰ ਨੂੰ ਇਲੈਕਸ਼ਨ ਲੜਾਇਆ। ਉਸ ਟਾਈਮ ਤੇ ਉਹਨਾਂ ਨੇ ਇਸ ਗੱਲ ਨੂੰ ਕਿਉਂ ਨਾ ਮੱਦੇ ਨਜ਼ਰ ਰੱਖਿਆ? ਹੋਂਦ ਨੂੰ ਬਚਾਉਣ ਵਾਸਤੇ ਅੱਜ ਬੰਦੀ ਸਿੰਘਾਂ ਦੀ ਯਾਦ ਆ ਗਈ ਆ। ਕਿੰਨਾ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਪਹਿਲਾਂ ਯਾਦ ਨਹੀਂ ਆਈ। ਜਗਤਾਰ ਸਿੰਘ ਹਵਾਰੇ ਨੂੰ ਕਾਤਲ ਕਹਿੰਦੇ ਸੀ, ਹੁਣ ਤੱਕ ਅੱਜ ਇਹਨਾਂ ਨੂੰ ਬੰਦੀ ਸਿੰਘਾਂ ਦਾ ਸਹਾਰਾ ਲੈ ਕੇ ਡੁੱਬਦੀ ਹੋਈ ਬੇੜੀ ਨੂੰ ਸੁਖਬੀਰ ਸਿੰਘ ਬਾਦਲ ਪਾਰ ਲਾਉਣਾ ਚਾਹੁੰਦੇ ਆ। ਭੁੱਲਾਂ ਹੀ ਐਡੀਆਂ ਤਗੜੀਆਂ ਕਰਕੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਕੋਟਕਪੂਰੇ ਦੇ ਵਿੱਚ। ਉੱਥੇ ਗੁਰੂ ਸਾਹਿਬ ਦਾ ਜਾਪ ਕਰਦਿਆਂ ਸੰਗਤਾਂ ਤੇ ਗੋਲੀ ਚਲਾਈ ਗਈ। ਗੁਰੂ ਸਰਸਾ ਸੌਦਾ ਸਾਹਿਬ ਜੋ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ, ਸੌਦਾ ਸਾਹਿਬ ਦੀ ਜਿਹੜੀ ਮਾਫੀ ਸੀਗੀ, ਇਥੋਂ ਕਾਲ ਤਖਤ ਸਾਹਿਬ ਦਵਾਈ, ਕਾਲ ਤਖਤ ਸਾਹਿਬ ਦਾ ਸਤਿਕਾਰ ਘਟਾਇਆ ਉਸ ਸਮੇਂ ਇਹਨਾਂ ਨੇ, ਕਿਉਂਕਿ ਇਹਨਾਂ ਦੇ ਗੁਨਾਹ ਹੀ ਬਹੁਤ ਤਕੜੇ। ਇਹਨਾਂ ਨੂੰ ਕਿਵੇਂ ਮਾਫ ਕਰੂਗੀ ਸਿੱਖ ਕੌਮ ਜੀ? ਮਿਸਲਾਂ ਕਹਿੰਦੇ ਜਦੋਂ ਇਕੱਠੀਆਂ ਹੋ ਜਾਂਦੀਆਂ ਸੀ ਦੁਸ਼ਮਣ ਦਾ ਜਾਨ ਬਸ ਦਰਦਾਸ ਦਾ ਟਾਈਮ ਹੋਇਆ। ਮਿਸਲਾਂ ਕਦੇ ਬੇਅਦਬੀਆਂ ਤੇ ਨਾ ਕਰਾਉਂਦੀਆਂ ਸੀ। ਮਿਸਲਾਂ ਦੇ ਵਿਚਾਰਕ ਮਤਭੇਦ ਹੁੰਦੇ ਸੀ, ਪੰਥਕ ਮਤਭੇਦ ਨਹੀਂ ਸੀ ਹੁੰਦੇ। ਜਿਹੜੀਆਂ ਮਿਸਲਾਂ ਸੀ ਨਾ, ਇੱਕ ਸਵਾਲ ਹੋਇਆ ਕਿ ਮਿਸਲਾਂ ਵੀ 71 ਹੋ ਜਾਂਦੀਆਂ ਸੀ। ਮਿਸਲਾਂ ਬੇਅਦਬੀ ਨਹੀਂ ਸੀ ਕਰਾਉਂਦੀਆਂ ਹੁੰਦੀਆਂ। ਮਿਸਲਾਂ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਸੀ ਪਹੁੰਚਾਉਂਦੀਆਂ ਹੁੰਦੀਆਂ। ਸਿੱਖਾਂ ਨੂੰ ਮਸਲ ਕੇ ਨਹੀਂ ਸੀ ਮਾਰਦੀਆਂ ਹੁੰਦੀਆਂ ਮਿਸਲਾਂ। ਅਸੀਂ ਸਿਧਾਂਤ ਇਕੱਠ ਕਰਨਾ ਚਾਹੁੰਦੇ ਆ, ਸਾਰੀ ਕੌਮ ਇਕੱਤਰ ਹੋਵੇ, ਪਰ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਜੇ ਉਹ ਵੀ ਵਿੱਚ ਬੈਠਣਗੇ ਤਾਂ ਫਿਰ ਅਸੀਂ ਇਨਸਾਫ ਕਿਹਦੇ ਤੋਂ ਲਵਾਂਗੇ? ਕੋਈ ਕੰਟਰੋਲ ਨਹੀਂ ਇਹਨਾਂ ਤੋਂ ਹੋ ਰਿਹਾ ਪੰਜਾਬ ਦੇ ਵਿੱਚ। ਬਹੁਤ ਮਾੜੀ ਪਾਰਟੀ ਆ। ਅੱਜ ਅਸੀਂ ਆਲ ਇੰਡੀਆ ਸਿੱਖ ਫੈਡਰੇਸ਼ਨ ਅਤੇ ਵਾਰਸ ਪੰਜਾਬ ਦੇ ਬਾਈ ਜੋ ਦੀਪ ਸਿੱਧੂ ਦੀ ਜਥੇਬੰਦੀ ਆ, ਦੋਨੋਂ ਜਥੇਬੰਦੀਆਂ ਵੱਲੋਂ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮਾਰਚ ਕੱਢਿਆ ਗਿਆ। ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਨੇ ਜਿਹੜੀ ਧਰਮ ਦੀ ਸਾਡੀ ਧਰਮ ਯੁੱਧ ਮੋਰਚਾ ਦੀ ਅਸੀਂ ਲੜਾਈ, ਜੋ ਪੰਜਾਬ ਦੀਆਂ ਮੰਗਾਂ ਸਨ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਦਾ ਮਸਲਾ, ਪੰਜਾਬ ਦੇ ਪਾਣੀਆਂ ਦੀ ਲੜਾਈ, ਪੰਜਾਬ ਨੂੰ ਵੱਧ ਅਧਿਕਾਰਾਂ ਦੀ ਜੋ ਲੜਾਈ ਲੜੀ, ਜਿਹੜੇ 1947 ਦੇ ਵਿੱਚ ਉਹ ਦੇਸ਼ ਦੀ ਵੰਡ ਹੋਈ, ਸਾਡੇ ਨਾਲ ਵਾਅਦੇ ਕੀਤੇ ਸੀ, ਉਹ ਪੂਰੇ ਨਹੀਂ ਕੀਤੇ ਸਰਕਾਰਾਂ ਨੇ। ਉਹ ਲੜਾਈ ਨੂੰ ਉਹਨਾਂ ਨੇ ਅੱਗੇ ਤੋਰਿਆ, ਪਰ ਸਮੇਂ ਦੀ ਹੁਕੂਮਤ ਨੇ ਸਾਡੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ 36 ਹੋਰ ਗੁਰਦੁਆਰਿਆਂ ਤੇ ਹਮਲਾ ਕਰਕੇ ਇੱਥੇ ਜਿਹੜੇ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸੀ, ਜਿਹੜੇ ਮਾਸੂਮ ਨਿੱਕੇ ਨਿੱਕੇ ਬੱਚੇ, ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ। ਇੱਥੇ ਜੋ ਪ੍ਰਕਰਮਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਮਾਰਚ ਕੱਢਿਆ ਜਾ ਰਿਹਾ ਦੋਵਾਂ ਜਥੀਆਂ ਬੰਦਿਆਂ ਵੱਲੋਂ। ਜਿਹੜੀਆਂ ਸਾਡੀਆਂ ਮੰਗਾਂ ਅੱਜ 38 ਸਾਲ ਹੋ ਗਏ ਜਿਉਂਦੀਆਂ ਤਿਉਂ ਖੜੀਆਂ, ਜਿਹੜੇ ਲੋਕਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਤੇ ਭਾਈ ਅਮਰੀਕ ਸਿੰਘ ਵੱਲੋਂ ਵਿੱਢੇ ਸੰਘਰਸ਼ ਦੌਰਾਨ ਉਹਨਾਂ ਦੌਰਾਨ ਜਿਹੜੀ ਲੜਾਈ ਅੱਗੇ ਵਧਾਈ, ਭਾਈ ਅੱਜ ਬੰਦੀ ਸਿੰਘ ਸਾਡੇ ਜੇਲ੍ਹਾਂ 'ਚ ਬੈਠੇ ਆ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ। ਦੇਖੋ, ਭਾਰਤ ਦਾ ਸੰਵਿਧਾਨ ਦੂਰੇ ਮਾਪਦੰਡ ਆ। ਇੱਥੇ ਕਿਸ਼ੋਰੀ ਲਾਲ ਵਰਗੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕਾਪੇ ਦੇ ਨਾਲ ਜਿਹੜੇ ਸਿੱਖਾਂ ਨੂੰ ਵੱਢਿਆ, ਗਲਾਂ 'ਚ ਟਾਇਰ ਪਾ ਕੇ ਸਾੜਿਆ, ਸੱਜਣ ਕੁਮਾਰ, ਜਗਦੀਸ਼ ਟਰੈਕਟਰ ਵਰਗੇ ਸਰੇਆਮ ਘੁੰਮ ਰਹੇ ਆ। ਪਰ ਜਿਹੜੇ ਅੱਜ ਬੰਦੀ ਸਿੰਘ ਆ ਸਾਡੇ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ, ਉਹ ਅੱਜ ਜੇਲ੍ਹਾਂ ਦੇ ਵਿੱਚ ਬੰਦ ਆ। ਉਹਨਾਂ ਦੀ ਰਿਹਾਈ ਲਈ ਜੋ ਕਿ ਅੱਜ ਅਸੀਂ ਇੱਥੇ ਇਹ ਮਾਰਚ ਕਰ ਰਹੇ ਹਾਂ ਜੀ। ਤੇ ਗੱਲ ਕਰੀਏ ਦੀਪ ਸਿੱਧੂ ਹੁਣਾਂ ਨੇ ਸਿਮਰਜੀਤ ਸਮਾਨ ਦੀ ਪੂਰੀ ਸਪੋਰਟ ਕੀਤੀ ਸੀ ਜਦੋਂ ਵਿਧਾਨ ਸਭਾ ਚੋਣਾਂ ਸੀ। ਸਿਮਰਜੀਤ ਸਮਾਨ ਦੁਬਾਰਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਨੇ ਜਿਮਣੀ। ਕੀ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਆ ਉਹ ਸਪੋਰਟ? ਬਿਲਕੁਲ ਜੀ, ਅਸੀਂ ਪਹਿਲੇ ਕਲੀਅਰ ਕਰ ਚੁੱਕੇ ਹਾਂ ਕਿ ਵਾਰਸ ਪੰਜਾਬ ਦੇ ਜਥੇਬੰਦੀ ਸਿਮਰਨਜੀਤ ਸਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਬਿਲਕੁਲ ਉਹਦੀ ਸਪੋਰਟ ਕਰੂਗੀ, ਕਿਉਂਕਿ ਬਾਈ ਜਾਂਦਿਆਂ ਹੋਇਆਂ ਉਹਦੀ ਸਪੋਰਟ ਕਰਕੇ ਗਏ ਆ। ਕਿਉਂਕਿ
ਸਿਮਰਨਜੀਤ ਮਾਨ ਦੀ ਜਿਹੜੀ ਪਾਰਟੀ ਆ ਉਹ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਆ। ਹੋਰ ਕੋਈ ਵੀ ਨੈਸ਼ਨਲ ਪਾਰਟੀ ਜਾਂ ਇੱਥੋਂ ਦੀ ਪੰਜਾਬ ਦੀ ਲੋਕਲ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰਦੀ, ਉਹ ਸਾਡੇ ਜਜ਼ਬਾਤਾਂ ਨੂੰ ਮਸਲਦੀਆਂ ਵਾ। ਤੇ ਜਿਹੜਾ ਸਿਮਰਨਜੀਤ ਮਾਨ ਆ ਉਹਦੀ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਐ। ਇਸੇ ਕਰਕੇ ਬਾਈ ਨੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਉਸ ਟਾਈਮ ਤੇ ਵੀ ਉਹਨਾਂ ਦੀ ਸਪੋਰਟ ਕੀਤੀ ਸੀ ਤੇ ਉਹ ਅੱਜ ਵੀ ਕਰੂਗਾ। ਜੇ ਗੱਲ ਕਰੀਏ ਹੁਣ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਰਾਜੋਆਣਾ ਦੀ ਭੈਣ ਨੂੰ ਸਪੋਰਟ ਕੀਤੀ ਜਾ ਰਹੀ ਆ, ਉਹ ਵੀ ਬੰਦੀ ਸਿੰਘਾਂ ਦੇ ਵਿੱਚ ਆਉਂਦੇ ਨੇ, ਕਿ ਉਹ ਉਸ ਦੀ ਵੀ ਸਪੋਰਟ ਕੀਤੀ ਜਾਊਗੀ ਤੁਹਾਡੇ ਵੱਲੋਂ? ਨਹੀਂ, ਬਿਲਕੁਲ। ਵੇਖੋ, ਜੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜੇ ਨੇ ਤਾਂ ਫਿਰ ਉਹਨਾਂ ਦੀ ਕੋਈ ਸਪੋਰਟ ਨਹੀਂ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹਦਾ ਹਜੇ ਤੱਕ ਸ਼ਿਵ ਸੈਨਾ ਦੇ ਨਾਲ ਗੱਠਜੋੜ ਆ। ਜਦ ਤੱਕ ਅਕਾਲੀ ਦਲ ਕਲੀਅਰ ਕਰੇ ਸਾਡਾ ਸ਼ਿਵ ਸੈਨਾ ਨਾਲ ਗੱਠਜੋੜ ਨਹੀਂ ਆ ਤਾਂ ਅਸੀਂ ਉਹਨਾਂ ਸਾਡੇ ਸਿੱਖ ਵਿਰੋਧੀ ਲੋਕਾਂ ਦੇ ਨਾਲ ਨਹੀਂ ਖੜ ਸਕਦੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਅੱਜ ਉਹਨਾਂ ਨੂੰ ਬੰਦੀ ਸਿੰਘ ਯਾਦ ਆਉਂਦੇ ਨੇ, ਜਦੋਂ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਸੀਗਾ ਉਸ ਟਾਈਮ ਤੇ ਇਹ ਬੰਦੀ ਸਿੰਘਾਂ ਨੂੰ ਕਾਤਲ ਪਾਰਟੀ ਕਹਿੰਦੇ ਹੁੰਦੇ ਸੀ। ਸੁਖਬੀਰ ਬਾਦਲ ਇਹ ਗੱਲ ਕਲੀਅਰ ਕਰਨ ਕਿ ਉਹ ਕਾਤਲ ਨੂੰ ਟਿਕਟ ਦੇ ਰਹੇ ਨੇ। ਪਹਿਲਾਂ ਉਹ ਬੰਦੀ ਸਿੰਘਾਂ ਨੂੰ ਕਾਤਲ ਕਹਿ ਕੇ ਸੰਬੋਧਨ ਹੁੰਦੇ ਸੀਗੇ। ਮੈਂ ਤਾਂ ਰਾਜੋਆਣਾ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਪਹਿਲਾਂ ਵਾਲੇ ਬਿਆਨਾਂ ਨੂੰ ਵੀ ਮੱਦੇਨਜ਼ਰ ਰੱਖਿਆ ਜਾਵੇ ਇਹੋ ਜਿਹਾ ਫੈਸਲਾ ਲੈਣ ਲਈ, ਕਿਉਂਕਿ ਤੁਸੀਂ ਸਾਡੇ ਸਤਿਕਾਰਯੋਗ ਸ਼ਖਸੀਅਤ ਹੋ ਸਾਡੀ ਕੌਮ ਦੀ। ਯਾਰ ਮੈਂਬਰੀ ਕਮੇਟੀ ਬਣਾਈ ਸੀ, ਕਮੇਟੀ ਦੇ ਵੀ ਬਾਅਦ ਵਿੱਚ ਵਿਰੋਧ ਹੋਣ ਲੱਗਿਆ। ਕਿਹਾ ਜਾ ਰਿਹਾ ਦਾਦੂਵਾਲ ਸਾਹਿਬ ਵੱਲੋਂ ਵੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ, ਤਾਂ ਕਰਕੇ ਅਸੀਂ ਸਪੋਰਟ ਕਰਾਂਗੇ ਬੰਦੀ ਸਿੰਘਾਂ ਨੂੰ। ਬਿਲਕੁਲ ਜਾਇਜ਼ ਗੱਲ ਆ ਜੀ, ਬਿਲਕੁਲ ਜਾਇਜ਼ ਗੱਲ ਆ, ਕਿਉਂਕਿ ਇਹਨਾਂ ਦੀ ਵਜ੍ਹਾ ਕਰਕੇ ਤਾਂ ਬੰਦੀ ਸਿੰਘ ਬਣੇ ਨੇ। ਇਹ ਬਾਦਲ ਕਿਆਂ ਦੇ ਪਰਿਵਾਰ ਦੀ ਵਜ੍ਹਾ ਕਰਕੇ ਅੱਜ ਸਾਡੇ ਸਿੰਘ ਅੱਜ ਬੈਠੇ ਨੇ। ਇਹ ਕਿੰਨੇ ਵਾਰੀ ਪਾਵਰ ਚ ਆਏ ਨੇ ਤੇ ਉਦੋਂ ਤੱਕ ਇਹਨਾਂ ਨੇ ਕਿਉਂ ਨਹੀਂ ਕਮੇਟੀਆਂ ਬਣਾਈਆਂ? ਅੱਜ ਇਹਨਾਂ ਨੂੰ ਕਮੇਟੀਆਂ ਬਣਾਉਣ ਦਾ ਯਾਦ ਆਉਂਦਾ। ਅਸੀਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੇ ਹਾਂ। ਹਾਂ, ਕਮੇਟੀ ਬਣਨੀ ਚਾਹੀਦੀ ਆ, ਬਿਲਕੁਲ ਗੱਲ ਆ, ਪਰ ਇਹ ਜਿਹੜੇ ਕਾਤਲ ਨੇ ਸਾਡੇ ਉਹ ਵਿੱਚ ਨਹੀਂ ਹੋਣੇ ਚਾਹੀਦੇ। ਬਹੁਤ ਸਾਰੇ ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਏ ਆ, ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਏ ਆ। ਬਿਲਕੁਲ ਜੀ, ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਗੱਲ ਹੈ, ਜਿਵੇਂ ਸੁਖਬੀਰ ਬਾਦਲ ਦੀ ਗੱਲ, ਜੇਕਰ 71 ਹੋਣਾ ਤਾਂ ਕਿਸੇ ਸਿਧਾਂਤ ਤੇ ਹੋਇਆ ਜਾਂਦਾ ਹੁੰਦਾ। ਸਿਧਾਂਤ ਬਣਾ ਲੈਣ, ਸਿਧਾਂਤ ਤੇ 71 ਹੋ ਜਾਣ। ਅੱਜ ਉਹ ਕਹਿੰਦੇ ਨੇ ਵੀ ਬੰਦੀ ਸਿੰਘਾਂ ਨੂੰ ਟਿਕਟ ਦਿੰਨੇ ਅਸੀਂ। ਜਿਸ ਦਿਨ ਬੀਬੀ ਖਾਲੜਾ ਜੀ ਇਲੈਕਸ਼ਨ ਲੜ ਰਹੇ ਸੀ, ਉਹਨਾਂ ਨੇ ਬਰਾਬਰ ਬੀਬੀ ਜਗੀਰ ਕੌਰ ਨੂੰ ਇਲੈਕਸ਼ਨ ਲੜਾਇਆ। ਉਸ ਟਾਈਮ ਤੇ ਉਹਨਾਂ ਨੇ ਇਸ ਗੱਲ ਨੂੰ ਕਿਉਂ ਨਾ ਮੱਦੇਨਜ਼ਰ ਰੱਖਿਆ? ਹੋਂਦ ਨੂੰ ਬਚਾਉਣ ਵਾਸਤੇ ਅੱਜ ਬੰਦੀ ਸਿੰਘਾਂ ਦੀ ਯਾਦ ਆ ਗਈ ਆ। ਕਿੰਨਾ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਪਹਿਲਾਂ ਯਾਦ ਨਹੀਂ ਆਈ। ਜਗਤਾਰ ਸਿੰਘ ਹਵਾਰੇ ਨੂੰ ਕਾਤਲ ਕਹਿੰਦੇ ਸੀ ਹੁਣ ਤੱਕ। ਅੱਜ ਇਹਨਾਂ ਨੂੰ ਬੰਦੀ ਸਿੰਘਾਂ ਦਾ ਸਹਾਰਾ ਲੈ ਕੇ ਡੁੱਬਦੀ ਹੋਈ ਬੇੜੀ ਨੂੰ ਸੁਖਬੀਰ ਸਿੰਘ ਬਾਦਲ ਪਾਰ ਲਾਉਣਾ ਚਾਹੁੰਦੇ ਆ। ਭੁੱਲਾਂ ਹੀ ਐਡੀਆਂ ਤਗੜੀਆਂ ਕਰਕੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਕੋਟਕਪੂਰੇ ਦੇ ਵਿੱਚ। ਉੱਥੇ ਗੁਰੂ ਸਾਹਿਬ ਦਾ ਜਾਪ ਕਰਦਿਆਂ ਸੰਗਤਾਂ ਤੇ ਗੋਲੀ ਚਲਾਈ ਗਈ। ਗੁਰੂ ਸਰਸਾ ਸੌਦਾ ਸਾਹਿਬ ਜੋ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ, ਸੌਦਾ ਸਾਹਿਬ ਦੀ ਜਿਹੜੀ ਮਾਫੀ ਸੀਗੀ, ਇਥੋਂ ਕਾਲ ਤਖਤ ਸਾਹਿਬ ਦਵਾਈ, ਕਾਲ ਤਖਤ ਸਾਹਿਬ ਦਾ ਸਤਿਕਾਰ ਘਟਾਇਆ ਉਸ ਸਮੇਂ ਇਹਨਾਂ ਨੇ, ਕਿਉਂਕਿ ਇਹਨਾਂ ਦੇ ਗੁਨਾਹ ਹੀ ਬਹੁਤ ਤਕੜੇ। ਇਹਨਾਂ ਨੂੰ ਕਿਵੇਂ ਮਾਫ ਕਰੂਗੀ ਸਿੱਖ ਕੌਮ ਜੀ? ਮਿਸਲਾਂ ਕਹਿੰਦੇ ਜਦੋਂ ਇਕੱਠੀਆਂ ਹੋ ਜਾਂਦੇ ਸੀ ਦੁਸ਼ਮਣ ਦਾ ਜਾਨ। ਚਲੋ ਬਸ ਅਰਦਾਸ ਦਾ ਟਾਈਮ ਹੋ ਗਿਆ। ਮਿਸਲਾਂ ਕਦੇ ਬੇਅਦਬੀਆਂ ਦੇ ਨਾਲ ਕਰਾਉਂਦੀਆਂ ਸੀ। ਮਿਸਲਾਂ ਦੇ ਵਿਚਾਰਕ ਮਤਭੇਦ ਹੁੰਦੇ ਸੀ, ਪੰਥਕ ਮਤਭੇਦ ਨਹੀਂ ਸੀ ਹੁੰਦੇ। ਜਿਹੜੀਆਂ ਮਿਸਲਾਂ ਸੀ ਨਾ, ਇੱਕ ਸਵਾਲ ਹੋਇਆ ਕਿ ਮਿਸਲਾਂ ਵੀ 71 ਹੋ ਜਾਂਦੀਆਂ ਸੀ। ਮਿਸਲਾਂ ਬੇਅਦਬੀ ਨਹੀਂ ਸੀ ਕਰਾਉਂਦੀਆਂ ਹੁੰਦੀਆਂ। ਮਿਸਲਾਂ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਸੀ ਪਹੁੰਚਾਉਂਦੀਆਂ ਹੁੰਦੀਆਂ। ਸਿੱਖਾਂ ਨੂੰ ਮਸਲ ਕੇ ਨਹੀਂ ਸੀ ਮਾਰਦੀਆਂ ਹੁੰਦੀਆਂ ਮਿਸਲਾਂ। ਅਸੀਂ ਸਿਧਾਂਤ ਇਕੱਠ ਕਰਨਾ ਚਾਹੁੰਦੇ ਆ, ਸਾਰੀ ਕੌਮ ਇਕੱਤਰ ਹੋਵੇ, ਪਰ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਜੇ ਉਹ ਵੀ ਵਿੱਚ ਬੈਠਣਗੇ ਤਾਂ ਫਿਰ ਅਸੀਂ ਇਨਸਾਫ ਕਿਹਦੇ ਤੋਂ ਲਵਾਂਗੇ? ਕੋਈ ਕੰਟਰੋਲ ਨਹੀਂ ਇਹਨਾਂ ਤੋਂ ਹੋ ਰਿਹਾ ਪੰਜਾਬ ਦੇ ਵਿੱਚ। ਬਹੁਤ ਮਾੜੀ ਪਾਰਟੀ ਆ। ਹੈਲੋ
ਅੱਜ ਅਸੀਂ ਆਲ ਇੰਡੀਆ ਸਿੱਖ ਫੈਡਰੇਸ਼ਨ ਅਤੇ ਵਾਰਸ ਪੰਜਾਬ ਦੇ ਬਾਈ ਜੋ ਦੀਪ ਸਿੱਧੂ ਦੀ ਜਥੇਬੰਦੀ ਆ ਦੋਨੋਂ ਜਥੇਬੰਦੀਆਂ ਵੱਲੋਂ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮਾਰਚ ਕੱਢਿਆ ਗਿਆ ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਨੇ ਜਿਹੜੀ ਧਰਮ ਦੀ ਸਾਡੀ ਧਰਮ ਯੁੱਧ ਮੋਰਚਾ ਦੀ ਅਸੀਂ ਲੜਾਈ ਜੋ ਪੰਜਾਬ ਦੀਆਂ ਮੰਗਾਂ ਸਨ ਪੰਜਾਬੀ ਬੋਲਦੇ ਇਲਾਕੇ ਚੰਡੀਗੜ੍ਹ ਦਾ ਮਸਲਾ ਪੰਜਾਬ ਦੇ ਪਾਣੀਆਂ ਦੀ ਲੜਾਈ ਪੰਜਾਬ ਨੂੰ ਵੱਧ ਅਧਿਕਾਰਾਂ ਦੀ ਜੋ ਲੜਾਈ ਲੜੀ ਜਿਹੜੇ 1947 ਦੇ ਵਿੱਚ ਉਹ ਦੇਸ਼ ਦੀ ਵੰਡ ਹੋਈ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਸਰਕਾਰਾਂ ਨੇ ਉਹ ਲੜਾਈ ਨੂੰ ਉਹਨਾਂ ਨੇ ਅੱਗੇ ਤੋਰਿਆ ਪਰ ਸਮੇਂ ਦੀ ਹਕੂਮਤ ਨੇ ਸਾਡੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਅਤੇ 36 ਹੋਰ ਗੁਰਦੁਆਰਿਆਂ ਤੇ ਹਮਲਾ ਕਰਕੇ ਇੱਥੇ ਜਿਹੜੇ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸੀ ਜਿਹੜੇ ਮਾਸੂਮ ਨਿੱਕੇ ਨਿੱਕੇ ਬੱਚੇ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ ਇੱਥੇ ਜੋ ਪ੍ਰਕਰਮਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਹ ਮਾਰਚ ਕੱਢਿਆ ਜਾ ਰਿਹਾ ਦੋਵਾਂ ਜਥੀਆਂ ਬੰਦਿਆਂ ਵੱਲੋਂ ਜਿਹੜੀਆਂ ਸਾਡੀਆਂ ਮੰਗਾਂ ਅੱਜ 38 ਸਾਲ ਹੋ ਗਏ ਜਿਉਂਦੀਆਂ ਤਿਉਂ ਖੜੀਆਂ ਜਿਹੜੇ ਲੋਕਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਤੇ ਭਾਈ ਅਮਰੀਕ ਸਿੰਘ ਵੱਲੋਂ ਵਿੱਢੇ ਸੰਘਰਸ਼ ਦੌਰਾਨ ਉਹਨਾਂ ਦੌਰਾਨ ਜਿਹੜੀ ਲੜਾਈ ਅੱਗੇ ਵਧਾਈ ਭਾਈ ਅੱਜ ਬੰਦੀ ਸਿੰਘ ਸਾਡੇ ਜੇਲ੍ਹਾਂ 'ਚ ਬੈਠੇ ਆ ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਦੇਖੋ ਭਾਰਤ ਦਾ ਸੰਵਿਧਾਨ ਦੂਰੇ ਮਾਪਦੰਡ ਆ ਇੱਥੇ ਕਿਸ਼ੋਰੀ ਲਾਲ ਵਰਗੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕਾਪੇ ਦੇ ਨਾਲ ਜਿਹੜੇ ਸਿੱਖਾਂ ਨੂੰ ਵੱਢਿਆ ਗਲਾਂ 'ਚ ਟਾਇਰ ਪਾ ਕੇ ਸਾੜਿਆ ਸੱਜਣ ਕੁਮਾਰ ਜਗਦੀਸ਼ ਟਰੈਕਟਰ ਵਰਗੇ ਸਰੇਆਮ ਘੁੰਮ ਰਹੇ ਆ ਪਰ ਜਿਹੜੇ ਅੱਜ ਬੰਦੀ ਸਿੰਘ ਆ ਸਾਡੇ ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਉਹ ਅੱਜ ਜੇਲ੍ਹਾਂ ਦੇ ਵਿੱਚ ਬੰਦ ਆ ਉਹਨਾਂ ਦੀ ਰਿਹਾਈ ਲਈ ਜੋ ਕਿ ਅੱਜ ਅਸੀਂ ਇੱਥੇ ਇਹ ਮਾਰਚ ਕਰ ਰਹੇ ਹਾਂ ਜੀ ਤੇ ਗੱਲ ਕਰੀਏ ਦੀਪ ਸਿੱਧੂ ਹੁਣਾਂ ਨੇ ਸਿਮਰਜੀਤ ਮਾਨ ਦੀ ਪੂਰੀ ਸਪੋਰਟ ਕੀਤੀ ਸੀ ਜਦੋਂ ਵਿਧਾਨ ਸਭਾ ਚੋਣਾਂ ਸੀ ਸਿਮਰਜੀਤ ਮਾਨ ਦੁਬਾਰਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਨੇ ਜਿਮਣੀ ਕੀ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਆ ਉਹ ਸਪੋਰਟ ਬਿਲਕੁਲ ਜੀ ਅਸੀਂ ਪਹਿਲੇ ਕਲੀਅਰ ਕਰ ਚੁੱਕੇ ਹਾਂ ਕਿ ਵਾਰਸ ਪੰਜਾਬ ਦੇ ਜਥੇਬੰਦੀ ਸਿਮਰਨਜੀਤ ਸਿੰਘ ਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਬਿਲਕੁਲ ਉਹਦੀ ਸਪੋਰਟ ਕਰੂਗੀ ਕਿਉਂਕਿ ਬਾਈ ਜਾਂਦਿਆਂ ਹੋਇਆਂ ਉਹਦੀ ਸਪੋਰਟ ਕਰਕੇ ਗਏ ਆ ਕਿਉਂਕਿ ਸਿਮਰਨਜੀਤ ਮਾਨ ਦੀ ਜਿਹੜੀ ਪਾਰਟੀ ਆ ਉਹ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਆ ਹੋਰ ਕੋਈ ਵੀ ਨੈਸ਼ਨਲ ਪਾਰਟੀ ਜਾਂ ਇੱਥੋਂ ਦੀ ਪੰਜਾਬ ਦੀ ਲੋਕਲ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰਦੀ ਉਹ ਸਾਡੇ ਜਜ਼ਬਾਤਾਂ ਨੂੰ ਮਸਲਦੀਆਂ ਵਾ ਤੇ ਜਿਹੜਾ ਸਿਮਰਨਜੀਤ ਮਾਨ ਆ ਉਹਦੀ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਇਸੇ ਕਰਕੇ ਬਾਈ ਨੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਉਸ ਟਾਈਮ ਤੇ ਵੀ ਉਹਨਾਂ ਦੀ ਸਪੋਰਟ ਕੀਤੀ ਸੀ ਤੇ ਉਹ ਅੱਜ ਵੀ ਕਰੂਗਾ ਜੇ ਗੱਲ ਕਰੀਏ ਹੁਣ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ ਰਾਜੋਆਲ ਦੀ ਭੈਣ ਨੂੰ ਸਪੋਰਟ ਕੀਤੀ ਜਾ ਰਹੀ ਆ ਉਹ ਵੀ ਬੰਦੀ ਸਿੰਘਾਂ ਦੇ ਵਿੱਚ ਆਉਂਦੇ ਨੇ ਕੀ ਉਸ ਦੀ ਸਪੋਰਟ ਕੀਤੀ ਜਾਊਗੀ ਤੁਹਾਡੇ ਵੱਲੋਂ ਨਹੀਂ ਬਿਲਕੁਲ ਵੇਖੋ ਜੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜੇ ਨੇ ਤਾਂ ਫਿਰ ਉਹਨਾਂ ਦੀ ਕੋਈ ਸਪੋਰਟ ਨਹੀਂ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹਦਾ ਹਜੇ ਤੱਕ ਸ਼ਿਵ ਸੈਨਾ ਦੇ ਨਾਲ ਗੱਠਜੋੜ ਆ ਜਦ ਤੱਕ ਅਕਾਲੀ ਦਲ ਕਲੀਅਰ ਕਰੇ ਸਾਡਾ ਸ਼ਿਵ ਸੈਨਾ ਨਾਲ ਗੱਠਜੋੜ ਨਹੀਂ ਆ ਤਾਂ ਅਸੀਂ ਉਹਨਾਂ ਸਾਡੇ ਸਿੱਖ ਵਿਰੋਧੀ ਲੋਕਾਂ ਦੇ ਨਾਲ ਨਹੀਂ ਖੜ ਸਕਦੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਅੱਜ ਉਹਨਾਂ ਨੂੰ ਬੰਦੀ ਸਿੰਘ ਯਾਦ ਆਉਂਦੇ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਸੀਗਾ ਉਸ ਟਾਈਮ ਤੇ ਇਹ ਬੰਦੀ ਸਿੰਘਾਂ ਨੂੰ ਕਾਤਲ ਪਾਰਟੀ ਕਹਿੰਦੇ ਹੁੰਦੇ ਸੀ ਸੁਖਬੀਰ ਬਾਦਲ ਇਹ ਗੱਲ ਕਲੀਅਰ ਕਰਨ ਕਿ ਉਹ ਕਾਤਲ ਨੂੰ ਟਿਕਟ ਦੇ ਰਹੇ ਨੇ ਪਹਿਲਾਂ ਉਹ ਬੰਦੀ ਸਿੰਘਾਂ ਨੂੰ ਕਾਤਲ ਕਹਿ ਕੇ ਸੰਬੋਧਨ ਹੁੰਦੇ ਸੀਗੇ ਮੈਂ ਤਾਂ ਰਾਜਵਾਨਾ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਪਹਿਲਾਂ ਵਾਲੇ ਬਿਆਨਾਂ ਨੂੰ ਵੀ ਮੱਦੇਨਜ਼ਰ ਰੱਖਿਆ ਜਾਵੇ ਇਹੋ ਜਿਹਾ ਫੈਸਲਾ ਲੈਣ ਲਈ ਕਿਉਂਕਿ ਤੁਸੀਂ ਸਾਡੇ ਸਤਿਕਾਰਯੋਗ ਸ਼ਖਸੀਅਤ ਹੋ ਸਾਡੀ ਕੌਮ ਦੇ 11 ਮੈਂਬਰੀ ਕਮੇਟੀ ਬਣਾਈ ਸੀ ਕਮੇਟੀ ਦੇ ਵੀ ਬਾਅਦ ਵਿੱਚ ਵਿਰੋਧ ਹੋਣ ਲੱਗਿਆ ਕਿਹਾ ਜਾ ਰਿਹਾ ਦਾਦੂਵਾਲ ਸਾਹਿਬ ਵੱਲੋਂ ਵੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤਾਂ ਕਰਕੇ ਅਸੀਂ ਸਪੋਰਟ ਕਰਾਂਗੇ ਬੰਦੀ ਸਿੰਘਾਂ ਨੂੰ ਬਿਲਕੁਲ ਜਾਇਜ਼ ਗੱਲ ਆ ਜੀ ਬਿਲਕੁਲ ਜਾਇਜ਼ ਗੱਲ ਆ ਕਿਉਂਕਿ ਇਹਨਾਂ ਦੀ ਵਜ੍ਹਾ ਕਰਕੇ ਤਾਂ ਬੰਦੀ ਸਿੰਘ ਬਣੇ ਨੇ ਉਹ ਇਹ ਬਾਦਲ ਕਿਆਂ ਦੇ ਪਰਿਵਾਰ ਦੀ ਵਜ੍ਹਾ ਕਰਕੇ ਅੱਜ ਸਾਡੇ ਸਿੰਘ ਅੱਜ ਬੈਠੇ ਨੇ ਇਹ ਕਿੰਨੇ ਵਾਰੀ ਪਾਵਰ ਚ ਆਏ ਨੇ ਤੇ ਉਦੋਂ ਤੱਕ ਇਹਨਾਂ ਨੇ ਕਿਉਂ ਨਹੀਂ ਕਮੇਟੀਆਂ ਬਣਾਈਆਂ ਅੱਜ ਇਹਨਾਂ ਨੂੰ ਕਮੇਟੀਆਂ ਬਣਾਉਣ ਦਾ ਯਾਦ ਆਉਂਦਾ ਅਸੀਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਮੇਟੀ ਬਣਨੀ ਚਾਹੀਦੀ ਆ ਬਿਲਕੁਲ ਗੱਲ ਆ ਪਰ ਇਹ ਜਿਹੜੇ ਕਾਤਲ ਨੇ ਸਾਡੇ ਉਹ ਵਿੱਚ ਨਹੀਂ ਹੋਣੇ ਚਾਹੀਦੇ ਬਹੁਤ ਸਾਰੇ ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਿਆ ਬਿਲਕੁਲ ਜੀ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਗੱਲ ਹੈ ਜਿਵੇਂ ਸੁਖਬੀਰ ਬਾਦਲ ਦੀ ਗੱਲ ਜੇਕਰ 71 ਹੋਣਾ ਤਾਂ ਕਿਸੇ ਸਿਧਾਂਤ ਤੇ ਹੋਇਆ ਜਾਂਦਾ ਹੁੰਦਾ ਸਿਧਾਂਤ ਬਣਾ ਲੈਣ ਸਿਧਾਂਤ ਤੇ 71 ਹੋ ਜਾਣ ਅੱਜ ਉਹ ਕਹਿੰਦੇ ਨੇ ਵੀ ਬੰਦੀ ਸਿੰਘਾਂ ਨੂੰ ਟਿਕਟ ਦਿੰਨੇ ਅਸੀਂ ਜਿਸ ਦਿਨ ਬੀਬੀ ਖਾਲੜਾ ਜੀ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੇ ਬਰਾਬਰ ਬੀਬੀ ਜਗੀਰ ਕੌਰ ਨੂੰ ਇਲੈਕਸ਼ਨ ਲੜਾਇਆ ਉਸ ਟਾਈਮ ਤੇ ਉਹਨਾਂ ਨੇ ਇਸ ਗੱਲ ਨੂੰ ਕਿਉਂ ਨਾ ਮੱਦੇਨਜ਼ਰ ਰੱਖਿਆ ਹੋਂਦ ਨੂੰ ਬਚਾਉਣ ਵਾਸਤੇ ਅੱਜ ਬੰਦੀ ਸਿੰਘਾਂ ਦੀ ਯਾਦ ਆ ਗਈ ਆ ਕਿੰਨਾ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਪਹਿਲਾਂ ਯਾਦ ਨਹੀਂ ਆਈ ਜਗਤਾਰ ਸਿੰਘ ਹਵਾਰੇ ਨੂੰ ਕਾਤਲ ਕਹਿੰਦੇ ਸੀ ਹੁਣ ਤੱਕ ਅੱਜ ਇਹਨਾਂ ਨੂੰ ਬੰਦੀ ਸਿੰਘਾਂ ਦਾ ਸਹਾਰਾ ਲੈ ਕੇ ਡੁੱਬਦੀ ਹੋਈ ਬੇੜੀ ਨੂੰ ਸੁਖਬੀਰ ਸਿੰਘ ਬਾਦਲ ਪਾਰ ਲਾਉਣਾ ਚਾਹੁੰਦੇ ਆ ਭੁੱਲਾਂ ਹੀ ਐਡੀਆਂ ਤਗੜੀਆਂ ਕਰਕੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਕੋਟਕਪੂਰੇ ਦੇ ਵਿੱਚ ਉੱਥੇ ਗੁਰੂ ਸਾਹਿਬ ਦਾ ਜਾਪ ਕਰਦਿਆਂ ਸੰਗਤਾਂ ਤੇ ਗੋਲੀ ਚਲਾਈ ਗਈ ਗੁਰੂ ਸੌਦਾ ਸਾਹਿਬ ਜੋ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਸੌਦਾ ਸਾਹਿਬ ਦੀ ਜਿਹੜੀ ਮਾਫੀ ਸੀਗੀ ਇਥੋਂ ਕਾਲ ਤਖਤ ਸਾਹਿਬ ਦਵਾਈ ਕਾਲ ਤਖਤ ਸਾਹਿਬ ਦਾ ਸਤਿਕਾਰ ਘਟਾਇਆ ਉਸ ਸਮੇਂ ਇਹਨਾਂ ਨੇ ਕਿਉਂਕਿ ਇਹਨਾਂ ਦੇ ਗੁਨਾਹ ਹੀ ਬਹੁਤ ਤਕੜੇ ਇਹਨਾਂ ਨੂੰ ਕਿਵੇਂ ਮਾਫ ਕਰੂਗੀ ਸਿੱਖ ਕੌਮ ਜੀ ਮਿਸਲਾਂ ਕਹਿੰਦੇ ਜਦੋਂ ਇਕੱਠੀਆਂ ਹੋ ਜਾਂਦੇ ਸੀ ਦੁਸ਼ਮਣ ਦਾ ਜਾਨ ਚਲੋ ਬਸ ਅਰਦਾਸ ਦਾ ਟਾਈਮ ਹੋਇਆ ਮਿਸਲਾਂ ਕਦੇ ਬੇਅਦਬੀਆਂ ਦੇ ਨਾਲ ਕਰਾਉਂਦੀਆਂ ਸੀ ਮਿਸਲਾਂ ਦੇ ਵਿਚਾਰਕ ਮਤਭੇਦ ਹੁੰਦੇ ਸੀ ਪੰਥਕ ਮਤਭੇਦ ਨਹੀਂ ਸੀ ਹੁੰਦੇ ਜਿਹੜੇਗਾ ਮਿਸਲਾਂ ਸੀ ਨਾ ਇੱਕ ਸਵਾਲ ਹੋਇਆ ਕਿ ਮਿਸਲਾਂ ਵੀ 71 ਹੋ ਜਾਂਦੀਆਂ ਸੀ ਮਿਸਲਾਂ ਬੇਅਦਬੀ ਨਹੀਂ ਸੀ ਕਰਾਉਂਦੀਆਂ ਹੁੰਦੀਆਂ ਮਿਸਲਾਂ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਸੀ ਪਹੁੰਚਾਉਂਦੀਆਂ ਹੁੰਦੀਆਂ ਸਿੱਖਾਂ ਨੂੰ ਮਸਲ ਕੇ ਨਹੀਂ ਸੀ ਮਾਰਦੀਆਂ ਹੁੰਦੀਆਂ ਮਿਸਲਾਂ
ਅਸੀਂ ਸਿਧਾਂਤਕ ਇਕੱਠ ਕਰਨਾ ਚਾਹੁੰਦੇ ਆ, ਸਾਰੀ ਕੌਮ ਇਕੱਤਰ ਹੋਵੇ, ਪਰ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਜੇ ਉਹ ਵੀ ਵਿੱਚ ਬੈਠਣਗੇ ਤਾਂ ਫਿਰ ਅਸੀਂ ਇਨਸਾਫ ਕਿਹਦੇ ਤੋਂ ਲਵਾਂਗੇ? ਕੋਈ ਕੰਟਰੋਲ ਨਹੀਂ ਇਹਨਾਂ ਤੋਂ ਹੋ ਰਿਹਾ ਪੰਜਾਬ ਦੇ ਵਿੱਚ। ਬਹੁਤ ਮਾੜੀ ਪਾਰਟੀ ਆ। ਹੈਲੋ ਅੱਜ ਅਸੀਂ ਆਲ ਇੰਡੀਆ ਸਿੱਖ ਫੈਡਰੇਸ਼ਨ ਅਤੇ ਵਾਰਸ ਪੰਜਾਬ ਦੇ ਬਾਈ ਜੋ ਦੀਪ ਸਿੱਧੂ ਦੀ ਜਥੇਬੰਦੀ ਆ, ਦੋਨੋਂ ਜਥੇਬੰਦੀਆਂ ਵੱਲੋਂ ਅੱਜ ਸ਼ਹੀਦਾਂ ਨੂੰ ਸਰਹੱਦ ਭੇਟ ਕਰਨ ਲਈ ਮਾਰਚ ਕੱਢਿਆ ਗਿਆ। ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਨੇ ਜਿਹੜੀ ਸਾਡੀ ਧਰਮ ਯੁੱਧ ਮੋਰਚਾ ਦੀ ਅਸਲ ਲੜਾਈ ਜੋ ਪੰਜਾਬ ਦੀਆਂ ਮੰਗਾਂ ਸਨ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਦਾ ਮਸਲਾ, ਪੰਜਾਬ ਦੇ ਪਾਣੀਆਂ ਦੀ ਲੜਾਈ, ਪੰਜਾਬ ਨੂੰ ਵੱਧ ਅਧਿਕਾਰਾਂ ਦੀ ਜੋ ਲੜਾਈ ਲੜੀ, ਜਿਹੜੇ 1947 ਦੇ ਵਿੱਚ ਉਹ ਦੇਸ਼ ਦੀ ਵੰਡ ਹੋਈ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਸਰਕਾਰਾਂ ਨੇ। ਉਹ ਲੜਾਈ ਨੂੰ ਉਹਨਾਂ ਨੇ ਅੱਗੇ ਤੋਰਿਆ, ਪਰ ਸਮੇਂ ਦੀ ਹੁਕੂਮਤ ਨੇ ਸਾਡੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਅਤੇ 36 ਹੋਰ ਗੁਰਦੁਆਰਿਆਂ ਤੇ ਹਮਲਾ ਕਰਕੇ ਇੱਥੇ ਜਿਹੜੇ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸੀ, ਜਿਹੜੇ ਮਾਸੂਮ ਨਿੱਕੇ ਨਿੱਕੇ ਬੱਚੇ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ, ਇੱਥੇ ਜੋ ਪ੍ਰਕਾਰਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਹ ਮਾਰਚ ਕੱਢਿਆ ਜਾ ਰਿਹਾ ਦੋਵਾਂ ਜਥੀਆਂ ਬੰਦਿਆਂ ਵੱਲੋਂ। ਜਿਹੜੀਆਂ ਸਾਡੀਆਂ ਮੰਗਾਂ ਹੁਣ ਅੱਜ 38 ਸਾਲ ਹੋ ਗਏ ਜਿਉਂਦੀਆਂ ਤਿਉਂ ਖੜੀਆਂ, ਜਿਹੜੇ ਲੋਕਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਤੇ ਭਾਈ ਅਮਰੀਕ ਸਿੰਘ ਵੱਲੋਂ ਵਿੱਢੇ ਸੰਘਰਸ਼ ਦੌਰਾਨ ਉਹਨਾਂ ਦੌਰਾਨ ਜਿਹੜੀ ਲੜਾਈ ਅੱਗੇ ਵਧਾਈ, ਭਾਈ ਅੱਜ ਬੰਦੀ ਸਿੰਘ ਸਾਡੇ ਜੇਲ੍ਹਾਂ 'ਚ ਬੈਠੇ ਆ, ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ। ਦੇਖੋ ਭਾਰਤ ਦਾ ਸੰਵਿਧਾਨ ਦੂਰੇ ਮਾਪਦੰਡ ਆ, ਇੱਥੇ ਕਿਸ਼ੋਰੀ ਲਾਲ ਵਰਗੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕਾਪੇ ਦੇ ਨਾਲ ਜਿਹੜੇ ਸਿੱਖਾਂ ਨੂੰ ਵੱਢਿਆ, ਗਲਾਂ 'ਚ ਟਾਇਰ ਪਾ ਕੇ ਸਾੜਿਆ, ਸੱਜਣ ਕੁਮਾਰ ਜਗਦੀਸ਼ ਟਰੈਕਟਰ ਵਰਗੇ ਸਰੇਆਮ ਘੁੰਮ ਰਹੇ ਆ। ਪਰ ਜਿਹੜੇ ਅੱਜ ਬੰਦੀ ਸਿੰਘ ਆ ਸਾਡੇ, ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ, ਉਹ ਅੱਜ ਜੇਲ੍ਹਾਂ ਦੇ ਵਿੱਚ ਬੰਦ ਆ। ਉਹਨਾਂ ਦੀ ਰਿਹਾਈ ਲਈ ਜੋ ਕਿ ਅੱਜ ਅਸੀਂ ਇੱਥੇ ਇਹ ਮਾਰਚ ਕਰ ਰਹੇ ਹਾਂ ਜੀ। ਤੇ ਗੱਲ ਕਰੀਏ ਦੀਪ ਸਿੱਧੂ ਹੁਣਾਂ ਨੇ ਸਿਮਰਜੀਤ ਮਾਨ ਦੀ ਪੂਰੀ ਸਪੋਰਟ ਕੀਤੀ ਸੀ ਜਦੋਂ ਵਿਧਾਨ ਸਭਾ ਚੋਣਾਂ ਸੀ। ਸਿਮਰਜੀਤ ਮਾਨ ਦੁਬਾਰਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਨੇ ਜਿਮਣੀ। ਕੀ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਆ ਉਹ ਸਪੋਰਟ? ਬਿਲਕੁਲ ਜੀ, ਅਸੀਂ ਪਹਿਲੇ ਕਲੀਅਰ ਕਰ ਚੁੱਕੇ ਹਾਂ ਕਿ ਵਾਰਸ ਪੰਜਾਬ ਦੇ ਜਥੇਬੰਦੀ ਸਿਮਰਨਜੀਤ ਸਿੰਘ ਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਬਿਲਕੁਲ ਉਹਦੀ ਸਪੋਰਟ ਕਰੂਗੀ, ਕਿਉਂਕਿ ਬਾਈ ਜਾਂਦਿਆਂ ਹੋਇਆਂ ਉਹਦੀ ਸਪੋਰਟ ਕਰਕੇ ਗਏ ਆ। ਕਿਉਂਕਿ ਸਿਮਰਨਜੀਤ ਮਾਨ ਦੀ ਜਿਹੜੀ ਪਾਰਟੀ ਆ ਉਹ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਆ। ਹੋਰ ਕੋਈ ਵੀ ਨੈਸ਼ਨਲ ਪਾਰਟੀ ਜਾਂ ਇੱਥੋਂ ਦੀ ਪੰਜਾਬ ਦੀ ਲੋਕਲ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰਦੀ, ਉਹ ਸਾਡੇ ਜਜ਼ਬਾਤਾਂ ਨੂੰ ਮਸਲਦੀਆਂ ਵਾ। ਤੇ ਜਿਹੜਾ ਸਿਮਰਨਜੀਤ ਮਾਨ ਆ ਉਹਦੀ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ। ਇਸੇ ਕਰਕੇ ਬਾਈ ਨੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਉਸ ਟਾਈਮ ਤੇ ਵੀ ਉਹਨਾਂ ਦੀ ਸਪੋਰਟ ਕੀਤੀ ਸੀ ਤੇ ਉਹ ਅੱਜ ਵੀ ਕਰੂਗਾ। ਜੇ ਗੱਲ ਕਰੀਏ ਹੁਣ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ ਰਾਜੋਆਣਾ ਦੀ ਭੈਣ ਨੂੰ ਸਪੋਰਟ ਕੀਤੀ ਜਾ ਰਹੀ ਆ, ਉਹ ਵੀ ਬੰਦੀ ਸਿੰਘਾਂ ਦੇ ਵਿੱਚ ਆਉਂਦੇ ਨੇ, ਕੀ ਉਸ ਦੀ ਵੀ ਸਪੋਰਟ ਕੀਤੀ ਜਾਊਗੀ ਤੁਹਾਡੇ ਵੱਲੋਂ? ਨਹੀਂ, ਬਿਲਕੁਲ ਵੇਖੋ, ਜੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜੇ ਨੇ ਤਾਂ ਫਿਰ ਉਹਨਾਂ ਦੀ ਕੋਈ ਸਪੋਰਟ ਨਹੀਂ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹਦਾ ਹਜੇ ਤੱਕ ਸ਼ਿਵ ਸੈਨਾ ਦੇ ਨਾਲ ਗੱਠਜੋੜ ਆ। ਜਦ ਤੱਕ ਅਕਾਲੀ ਦਲ ਕਲੀਅਰ ਕਰੇ ਸਾਡਾ ਸ਼ਿਵ ਸੈਨਾ ਨਾਲ ਗੱਠਜੋੜ ਨਹੀਂ ਆ, ਤਾਂ ਅਸੀਂ ਉਹਨਾਂ ਸਾਡੇ ਸਿੱਖ ਵਿਰੋਧੀ ਲੋਕਾਂ ਦੇ ਨਾਲ ਨਹੀਂ ਖੜ ਸਕਦੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਅੱਜ ਉਹਨਾਂ ਨੂੰ ਬੰਦੀ ਸਿੰਘ ਯਾਦ ਆਉਂਦੇ ਨੇ, ਜਦੋਂ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਸੀਗਾ ਉਸ ਟਾਈਮ ਤੇ ਇਹ ਬੰਦੀ ਸਿੰਘਾਂ ਨੂੰ ਕਾਤਲ ਪਾਰਟੀ ਕਹਿੰਦੇ ਹੁੰਦੇ ਸੀ। ਸੁਖਬੀਰ ਬਾਦਲ ਇਹ ਗੱਲ ਕਲੀਅਰ ਕਰਨ ਕਿ ਉਹ ਕਾਤਲ ਨੂੰ ਟਿਕਟ ਦੇ ਰਹੇ ਨੇ। ਪਹਿਲਾਂ ਉਹ ਬੰਦੀ ਸਿੰਘਾਂ ਨੂੰ ਕਾਤਲ ਕਹਿ ਕੇ ਸੰਬੋਧਨ ਹੁੰਦੇ ਸੀਗੇ। ਮੈਂ ਤਾਂ ਰਾਜੋਆਣਾ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਪਹਿਲਾਂ ਵਾਲੇ ਬਿਆਨਾਂ ਨੂੰ ਵੀ ਮੱਦੇਨਜ਼ਰ ਰੱਖਿਆ ਜਾਵੇ ਇਹੋ ਜਿਹਾ ਫੈਸਲਾ ਲੈਣ ਲਈ, ਕਿਉਂਕਿ ਤੁਸੀਂ ਸਾਡੇ ਸਤਿਕਾਰਯੋਗ ਸ਼ਖਸੀਅਤ ਹੋ ਸਾਡੀ ਕੌਮ ਦੇ। ਯਾਰ ਮੈਂਬਰੀ ਕਮੇਟੀ ਬਣਾਈ ਸੀ, ਕਮੇਟੀ ਦੇ ਵੀ ਬਾਅਦ ਵਿੱਚ ਵਿਰੋਧ ਹੋਣ ਲੱਗਿਆ। ਕਿਹਾ ਜਾ ਰਿਹਾ ਦਾਦੂਵਾਲ ਸਾਹਿਬ ਵੱਲੋਂ ਵੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ, ਤਾਂ ਕਰਕੇ ਅਸੀਂ ਸਪੋਰਟ ਕਰਾਂਗੇ ਬੰਦੀ ਸਿੰਘਾਂ ਨੂੰ। ਬਿਲਕੁਲ ਜਾਇਜ਼ ਗੱਲ ਆ ਜੀ, ਬਿਲਕੁਲ ਜਾਇਜ਼ ਗੱਲ ਆ, ਕਿਉਂਕਿ ਇਹਨਾਂ ਦੀ ਵਜ੍ਹਾ ਕਰਕੇ ਤਾਂ ਬੰਦੀ ਸਿੰਘ ਬਣੇ ਨੇ। ਇਹ ਬਾਦਲ ਕਿਆਂ ਦੇ ਪਰਿਵਾਰ ਦੀ ਵਜ੍ਹਾ ਕਰਕੇ ਅੱਜ ਸਾਡੇ ਸਿੰਘ ਅੱਜ ਬੈਠੇ ਨੇ। ਇਹ ਕਿੰਨੇ ਵਾਰੀ ਪਾਵਰ ਚ ਆਏ ਨੇ ਤੇ ਉਦੋਂ ਤੱਕ ਇਹਨਾਂ ਨੇ ਕਿਉਂ ਨਹੀਂ ਕਮੇਟੀਆਂ ਬਣਾਈਆਂ? ਅੱਜ ਇਹਨਾਂ ਨੂੰ ਕਮੇਟੀਆਂ ਬਣਾਉਣ ਦਾ ਯਾਦ ਆਉਂਦਾ। ਅਸੀਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੇ ਹਾਂ। ਹਾਂ, ਕਮੇਟੀ ਬਣਨੀ ਚਾਹੀਦੀ ਆ, ਬਿਲਕੁਲ
ਗੱਲ ਆ, ਪਰ ਇਹ ਜਿਹੜੇ ਬੰਦੇ ਜਿਹੜੇ ਕਾਤਲ ਨੇ ਸਾਡੇ ਉਹ ਵਿੱਚ ਨਹੀਂ ਹੋਣੇ ਚਾਹੀਦੇ। ਬਹੁਤ ਸਾਰੇ ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਏ ਆ, ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਏ ਆ। ਬਿਲਕੁਲ ਜੀ, ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਗੱਲ ਹੈ, ਜਿਵੇਂ ਸੁਖਬੀਰ ਬਾਦਲ ਦੀ ਗੱਲ ਜੇਕਰ 71 ਹੋਣਾ ਤਾਂ ਕਿਸੇ ਸਿਧਾਂਤ ਤੇ ਹੋਇਆ ਜਾਂਦਾ ਹੁੰਦਾ, ਸਿਧਾਂਤ ਬਣਾ ਲੈਣ, ਸਿਧਾਂਤ ਤੇ 71 ਹੋ ਜਾਣ। ਅੱਜ ਉਹ ਕਹਿੰਦੇ ਨੇ ਵੀ ਬੰਦੀ ਸਿੰਘਾਂ ਨੂੰ ਟਿਕਟ ਦਿੰਨੇ ਅਸੀਂ। ਜਿਸ ਦਿਨ ਬੀਬੀ ਖਾਲੜਾ ਜੀ ਇਲੈਕਸ਼ਨ ਲੜ ਰਹੇ ਸੀ, ਉਹਨਾਂ ਨੇ ਬਰਾਬਰ ਬੀਬੀ ਜਗੀਰ ਕੌਰ ਨੂੰ ਇਲੈਕਸ਼ਨ ਲੜਾਇਆ। ਉਸ ਟਾਈਮ ਤੇ ਉਹਨਾਂ ਨੇ ਇਸ ਗੱਲ ਨੂੰ ਕਿਉਂ ਨਾ ਮੱਦੇਨਜ਼ਰ ਰੱਖਿਆ? ਹੋਂਦ ਨੂੰ ਬਚਾਉਣ ਵਾਸਤੇ ਅੱਜ ਬੰਦੀ ਸਿੰਘਾਂ ਦੀ ਯਾਦ ਆ ਗਈ ਆ। ਕਿੰਨਾ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਪਹਿਲਾਂ ਯਾਦ ਨਹੀਂ ਆਈ। ਜਗਤਾਰ ਸਿੰਘ ਹਵਾਰੇ ਨੂੰ ਕਾਤਲ ਕਹਿੰਦੇ ਸੀ ਹੁਣ ਤੱਕ, ਅੱਜ ਇਹਨਾਂ ਨੂੰ ਬੰਦੀ ਸਿੰਘਾਂ ਦਾ ਸਹਾਰਾ ਲੈ ਕੇ ਡੁੱਬਦੀ ਹੋਈ ਬੇੜੀ ਨੂੰ ਸੁਖਬੀਰ ਸਿੰਘ ਬਾਦਲ ਪਾਰ ਲਾਉਣਾ ਚਾਹੁੰਦੇ ਆ। ਭੁੱਲਾਂ ਹੀ ਐਡੀਆਂ ਤਗੜੀਆਂ ਕਰਕੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਕੋਟਕਪੂਰੇ ਦੇ ਵਿੱਚ। ਉੱਥੇ ਗੁਰੂ ਸਾਹਿਬ ਦਾ ਜਾਪ ਕਰਦਿਆਂ ਸੰਗਤਾਂ ਤੇ ਗੋਲੀ ਚਲਾਈ ਗਈ। ਗੁਰੂ ਸੌਦਾ ਸਾਧ ਜੋ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ, ਸੌਦਾ ਸਾਹਿਬ ਦੀ ਜਿਹੜੀ ਮਾਫੀ ਸੀਗੀ, ਇਥੋਂ ਕਾਲ ਤਖਤ ਸਾਹਿਬ ਦਵਾਈ, ਕਾਲ ਤਖਤ ਸਾਹਿਬ ਦਾ ਸਤਿਕਾਰ ਘਟਾਇਆ ਉਸ ਸਮੇਂ ਇਹਨਾਂ ਨੇ, ਕਿਉਂਕਿ ਇਹਨਾਂ ਦੇ ਗੁਨਾਹ ਹੀ ਬਹੁਤ ਤਕੜੇ। ਇਹਨਾਂ ਨੂੰ ਕਿਵੇਂ ਮਾਫ ਕਰੂਗੀ ਸਿੱਖ ਕੌਮ ਜੀ? ਮਿਸਲਾਂ ਕਹਿੰਦੇ ਜਦੋਂ ਇਕੱਠੀਆਂ ਹੋ ਜਾਂਦੀਆਂ ਸੀ ਦੁਸ਼ਮਣ ਦਾ ਜਾਨ ਚਲੋ ਬਸ ਅਰਦਾਸ ਦਾ ਟਾਈਮ ਹੋਇਆ। ਮਿਸਲਾਂ ਕਦੇ ਬੇਅਦਬੀਆਂ ਤੇ ਨਾ ਕਰਾਉਂਦੀਆਂ ਸੀ। ਮਿਸਲਾਂ ਦੇ ਵਿਚਾਰਕ ਮਤਭੇਦ ਹੁੰਦੇ ਸੀ, ਪੰਥਕ ਮਤਭੇਦ ਨਹੀਂ ਸੀ ਹੁੰਦੇ। ਜਿਹੜੀਆਂ ਮਿਸਲਾਂ ਸੀ ਨਾ, ਇੱਕ ਸਵਾਲ ਹੋਇਆ ਕਿ ਮਿਸਲਾਂ ਵੀ 71 ਹੋ ਜਾਂਦੀਆਂ ਸੀ। ਮਿਸਲਾਂ ਬੇਅਦਬੀ ਨਹੀਂ ਸੀ ਕਰਾਉਂਦੀਆਂ ਹੁੰਦੀਆਂ। ਮਿਸਲਾਂ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਸੀ ਪਹੁੰਚਾਉਂਦੀਆਂ ਹੁੰਦੀਆਂ। ਸਿੱਖਾਂ ਨੂੰ ਮਸਲ ਕੇ ਨਹੀਂ ਸੀ ਮਾਰਦੀਆਂ ਹੁੰਦੀਆਂ ਮਿਸਲਾਂ। ਅਸੀਂ ਸਿਧਾਂਤ ਇਕੱਠ ਕਰਨਾ ਚਾਹੁੰਦੇ ਆ, ਸਾਰੀ ਕੌਮ ਇਕੱਤਰ ਹੋਵੇ, ਪਰ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਜੇ ਉਹ ਵੀ ਵਿੱਚ ਬੈਠਣਗੇ ਤਾਂ ਫਿਰ ਅਸੀਂ ਇਨਸਾਫ ਕਿਹਦੇ ਤੋਂ ਲਵਾਂਗੇ? ਕੋਈ ਕੰਟਰੋਲ ਨਹੀਂ ਇਹਨਾਂ ਤੋਂ ਹੋ ਰਿਹਾ ਪੰਜਾਬ ਦੇ ਵਿੱਚ। ਬਹੁਤ ਮਾੜੀ ਪਾਰਟੀ ਆ। ਹੈਲੋ ਅੱਜ ਅਸੀਂ ਆਲ ਇੰਡੀਆ ਸਿੱਖ ਫੈਡਰੇਸ਼ਨ ਅਤੇ ਵਾਰਸ ਪੰਜਾਬ ਦੇ ਬਾਈ ਜੋ ਦੀਪ ਸਿੱਧੂ ਦੀ ਜਥੇਬੰਦੀ ਆ, ਦੋਨੋਂ ਜਥੇਬੰਦੀਆਂ ਵੱਲੋਂ ਅੱਜ ਸ਼ਹੀਦਾਂ ਨੂੰ ਸਰਹੱਦ ਭੇਟ ਕਰਨ ਲਈ ਮਾਰਚ ਕੱਢਿਆ ਗਿਆ। ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਨੇ ਜਿਹੜੀ ਧਰਮ ਦੀ ਸਾਡੀ ਧਰਮ ਯੁੱਧ ਮੋਰਚਾ ਦੀ ਅਸਲ ਲੜਾਈ, ਜੋ ਪੰਜਾਬ ਦੀਆਂ ਮੰਗਾਂ ਸਨ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਦਾ ਮਸਲਾ, ਪੰਜਾਬ ਦੇ ਪਾਣੀਆਂ ਦੀ ਲੜਾਈ, ਪੰਜਾਬ ਨੂੰ ਵੱਧ ਅਧਿਕਾਰਾਂ ਦੀ ਜੋ ਲੜਾਈ ਲੜੀ, ਜਿਹੜੇ 1947 ਦੇ ਵਿੱਚ ਉਹ ਦੇਸ਼ ਦੀ ਵੰਡ ਹੋਈ, ਸਾਡੇ ਨਾਲ ਵਾਅਦੇ ਕੀਤੇ ਸੀ, ਉਹ ਪੂਰੇ ਨਹੀਂ ਕੀਤੇ ਸਰਕਾਰਾਂ ਨੇ। ਉਹ ਲੜਾਈ ਨੂੰ ਉਹਨਾਂ ਨੇ ਅੱਗੇ ਤੋਰਿਆ, ਪਰ ਸਮੇਂ ਦੀ ਹਕੂਮਤ ਨੇ ਸਾਡੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਤੇ 36 ਹੋਰ ਗੁਰਦੁਆਰਿਆਂ ਤੇ ਹਮਲਾ ਕਰਕੇ ਇੱਥੇ ਜਿਹੜੇ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸੀ, ਜਿਹੜੇ ਮਾਸੂਮ ਨਿੱਕੇ ਨਿੱਕੇ ਬੱਚੇ, ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ। ਇੱਥੇ ਜੋ ਪ੍ਰਕਾਰਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਮਾਰਚ ਕੱਢਿਆ ਜਾ ਰਿਹਾ ਦੋਵਾਂ ਜਥੀਆਂ ਬੰਦਿਆਂ ਵੱਲੋਂ। ਜਿਹੜੀਆਂ ਸਾਡੀਆਂ ਮੰਗਾਂ ਅੱਜ 38 ਸਾਲ ਹੋ ਗਏ ਜਿਉਂਦੀਆਂ ਤਿਉਂ ਖੜੀਆਂ, ਜਿਹੜੇ ਲੋਕਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਤੇ ਭਾਈ ਅਮਰੀਕ ਸਿੰਘ ਵੱਲੋਂ ਵਿੱਢੇ ਸੰਘਰਸ਼ ਦੌਰਾਨ ਉਹਨਾਂ ਦੌਰਾਨ ਜਿਹੜੀ ਲੜਾਈ ਅੱਗੇ ਵਧਾਈ, ਭਾਈ ਅੱਜ ਬੰਦੀ ਸਿੰਘ ਸਾਡੇ ਜੇਲ੍ਹਾਂ 'ਚ ਬੈਠੇ ਆ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ। ਦੇਖੋ ਭਾਰਤ ਦਾ ਸੰਵਿਧਾਨ ਦੂਰੇ ਮਾਪਦੰਡ ਆ। ਇੱਥੇ ਕਿਸ਼ੋਰੀ ਲਾਲ ਵਰਗੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕਾਪੇ ਦੇ ਨਾਲ ਜਿਹੜੇ ਸਿੱਖਾਂ ਨੂੰ ਵੱਢਿਆ, ਗਲਾਂ 'ਚ ਟਾਇਰ ਪਾ ਕੇ ਸਾੜਿਆ, ਸੱਜਣ ਕੁਮਾਰ, ਜਗਦੀਸ਼ ਟਰੈਕਟਰ ਵਰਗੇ ਸਰੇਆਮ ਘੁੰਮ ਰਹੇ ਆ। ਪਰ ਜਿਹੜੇ ਅੱਜ ਬੰਦੀ ਸਿੰਘ ਆ ਸਾਡੇ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ, ਉਹ ਅੱਜ ਜੇਲ੍ਹਾਂ ਦੇ ਵਿੱਚ ਬੰਦ ਆ। ਉਹਨਾਂ ਦੀ ਰਿਹਾਈ ਲਈ ਜੋ ਕਿ ਅੱਜ ਅਸੀਂ ਇੱਥੇ ਇਹ ਮਾਰਚ ਕਰ ਰਹੇ ਹਾਂ ਜੀ। ਤੇ ਗੱਲ ਕਰੀਏ ਦੀਪ ਸਿੱਧੂ ਹੁਣਾਂ ਨੇ ਸਿਮਰਜੀਤ ਸਮਾਨ ਦੀ ਪੂਰੀ ਸਪੋਰਟ ਕੀਤੀ ਸੀ ਜਦੋਂ ਵਿਧਾਨ ਸਭਾ ਚੋਣਾਂ ਸੀ। ਸਿਮਰਜੀਤ ਸਮਾਨ ਦੁਬਾਰਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਨੇ ਜਿਮਣੀ। ਕੀ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਆ ਉਹ ਸਪੋਰਟ? ਬਿਲਕੁਲ ਜੀ, ਅਸੀਂ ਪਹਿਲੇ ਹੀ ਕਲੀਅਰ ਕਰ ਚੁੱਕੇ ਹਾਂ ਕਿ ਵਾਰਸ ਪੰਜਾਬ ਦੇ ਜਥੇਬੰਦੀ ਸਿਮਰਨਜੀਤ ਸਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਬਿਲਕੁਲ ਉਹਦੀ ਸਪੋਰਟ ਕਰੂਗੀ, ਕਿਉਂਕਿ ਬਾਈ ਜਾਂਦਿਆਂ ਹੋਇਆਂ ਉਹਦੀ ਸਪੋਰਟ ਕਰਕੇ ਗਏ ਆ। ਕਿਉਂਕਿ ਸਿਮਰਨਜੀਤ ਮਾਨ ਦੀ ਜਿਹੜੀ ਪਾਰਟੀ ਆ ਉਹ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਆ। ਹੋਰ ਕੋਈ ਵੀ ਨੈਸ਼ਨਲ ਪਾਰਟੀ ਜਾਂ ਇੱਥੋਂ ਦੀ ਪੰਜਾਬ ਦੀ ਲੋਕਲ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰਦੀ, ਉਹ ਸਾਡੇ ਜਜ਼ਬਾਤਾਂ ਨੂੰ ਮਸਲਦੀਆਂ ਵਾ। ਤੇ ਜਿਹੜਾ ਸਿਮਰਨਜੀਤ ਮਾਨ ਆ ਉਹਦੀ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਐ। ਇਸੇ ਕਰਕੇ ਬਾਈ ਨੇ
ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਉਸ ਟਾਈਮ ਤੇ ਵੀ ਉਹਨਾਂ ਦੀ ਸਪੋਰਟ ਕੀਤੀ ਸੀ ਤੇ ਉਹ ਅੱਜ ਵੀ ਕਰੂਗਾ। ਜੇ ਗੱਲ ਕਰੀਏ ਹੁਣ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਰਾਜੋਆਣਾ ਦੀ ਭੈਣ ਨੂੰ ਸਪੋਰਟ ਕੀਤੀ ਜਾ ਰਹੀ ਆ, ਉਹ ਵੀ ਬੰਦੀ ਸਿੰਘਾਂ ਦੇ ਵਿੱਚ ਆਉਂਦੇ ਨੇ, ਕੀ ਉਹ ਉਸ ਦੀ ਸਪੋਰਟ ਕੀਤੀ ਜਾਊਗੀ ਤੁਹਾਡੇ ਵੱਲੋਂ? ਨਹੀਂ, ਬਿਲਕੁਲ ਵੇਖੋ, ਜੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜੇ ਨੇ ਤਾਂ ਫਿਰ ਉਹਨਾਂ ਦੀ ਕੋਈ ਸਪੋਰਟ ਨਹੀਂ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹਦਾ ਹਜੇ ਤੱਕ ਸ਼ਿਵ ਸੈਨਾ ਦੇ ਨਾਲ ਗੱਠਜੋੜ ਆ। ਜਦ ਤੱਕ ਅਕਾਲੀ ਦਲ ਕਲੀਅਰ ਕਰੇ ਸਾਡਾ ਸ਼ਿਵ ਸੈਨਾ ਨਾਲ ਗੱਠਜੋੜ ਨਹੀਂ ਆ ਤਾਂ ਅਸੀਂ ਉਹਨਾਂ ਸਾਡੇ ਸਿੱਖ ਵਿਰੋਧੀ ਲੋਕਾਂ ਦੇ ਨਾਲ ਨਹੀਂ ਖੜ ਸਕਦੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਅੱਜ ਉਹਨਾਂ ਨੂੰ ਬੰਦੀ ਸਿੰਘ ਯਾਦ ਆਉਂਦੇ ਨੇ, ਜਦੋਂ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਸੀਗਾ ਉਸ ਟਾਈਮ ਤੇ ਇਹ ਬੰਦੀ ਸਿੰਘਾਂ ਨੂੰ ਕਾਤਲ ਪਾਰਟੀ ਕਹਿੰਦੇ ਹੁੰਦੇ ਸੀ। ਸੁਖਬੀਰ ਬਾਦਲ ਇਹ ਗੱਲ ਕਲੀਅਰ ਕਰਨ ਕਿ ਉਹ ਕਾਤਲ ਨੂੰ ਟਿਕਟ ਦੇ ਰਹੇ ਨੇ। ਪਹਿਲਾਂ ਉਹ ਬੰਦੀ ਸਿੰਘਾਂ ਨੂੰ ਕਾਤਲ ਕਹਿ ਕੇ ਸੰਬੋਧਨ ਹੁੰਦੇ ਸੀਗੇ। ਮੈਂ ਤਾਂ ਰਾਜੋਆਣਾ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਪਹਿਲਾਂ ਵਾਲੇ ਬਿਆਨਾਂ ਨੂੰ ਵੀ ਮੱਦੇਨਜ਼ਰ ਰੱਖਿਆ ਜਾਵੇ ਇਹੋ ਜਿਹਾ ਫੈਸਲਾ ਲੈਣ ਲਈ, ਕਿਉਂਕਿ ਤੁਸੀਂ ਸਾਡੇ ਸਤਿਕਾਰਯੋਗ ਸ਼ਖਸੀਅਤ ਹੋ ਸਾਡੀ ਕੌਮ ਦੇ। ਯਾਰ ਮੈਂਬਰੀ ਕਮੇਟੀ ਬਣਾਈ ਸੀ, ਕਮੇਟੀ ਦੇ ਵੀ ਬਾਅਦ ਵਿੱਚ ਵਿਰੋਧ ਹੋਣ ਲੱਗਿਆ। ਕਿਹਾ ਜਾ ਰਿਹਾ ਦਾਦੂਵਾਲ ਸਾਹਿਬ ਵੱਲੋਂ ਵੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ, ਤਾਂ ਕਰਕੇ ਅਸੀਂ ਸਪੋਰਟ ਕਰਾਂਗੇ ਬੰਦੀ ਸਿੰਘਾਂ ਨੂੰ। ਬਿਲਕੁਲ ਜਾਇਜ਼ ਗੱਲ ਆ ਜੀ, ਬਿਲਕੁਲ ਜਾਇਜ਼ ਗੱਲ ਆ, ਕਿਉਂਕਿ ਇਹਨਾਂ ਦੀ ਵਜ੍ਹਾ ਕਰਕੇ ਤਾਂ ਬੰਦੀ ਸਿੰਘ ਬਣੇ ਨੇ। ਇਹ ਬਾਦਲ ਕਿਆਂ ਦੇ ਪਰਿਵਾਰ ਦੀ ਵਜ੍ਹਾ ਕਰਕੇ ਅੱਜ ਸਾਡੇ ਸਿੰਘ ਅੱਜ ਬੈਠੇ ਨੇ। ਇਹ ਕਿੰਨੇ ਵਾਰੀ ਪਾਵਰ ਚ ਆਏ ਨੇ ਤੇ ਉਦੋਂ ਤੱਕ ਇਹਨਾਂ ਨੇ ਕਿਉਂ ਨਹੀਂ ਕਮੇਟੀਆਂ ਬਣਾਈਆਂ? ਅੱਜ ਇਹਨਾਂ ਨੂੰ ਕਮੇਟੀਆਂ ਬਣਾਉਣ ਦਾ ਯਾਦ ਆਉਂਦਾ। ਅਸੀਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੇ ਹਾਂ। ਹਾਂ, ਕਮੇਟੀ ਬਣਨੀ ਚਾਹੀਦੀ ਆ, ਬਿਲਕੁਲ ਗੱਲ ਆ, ਪਰ ਇਹ ਜਿਹੜੇ ਕਾਤਲ ਨੇ ਸਾਡੇ ਉਹ ਵਿੱਚ ਨਹੀਂ ਹੋਣੇ ਚਾਹੀਦੇ। ਬਹੁਤ ਸਾਰੇ ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਿਆ, ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਿਆ। ਬਿਲਕੁਲ ਜੀ, ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਗੱਲ ਹੈ, ਜਿਵੇਂ ਸੁਖਬੀਰ ਬਾਦਲ ਦੀ ਗੱਲ, ਜੇਕਰ 71 ਹੋਣਾ ਤਾਂ ਕਿਸੇ ਸਿਧਾਂਤ ਤੇ ਹੋਇਆ ਜਾਂਦਾ ਹੁੰਦਾ। ਸਿਧਾਂਤ ਬਣਾ ਲੈਣ, ਸਿਧਾਂਤ ਤੇ 71 ਹੋ ਜਾਣ। ਅੱਜ ਉਹ ਕਹਿੰਦੇ ਨੇ ਵੀ ਬੰਦੀ ਸਿੰਘਾਂ ਨੂੰ ਟਿਕਟ ਦਿੰਨੇ ਅਸੀਂ। ਜਿਸ ਦਿਨ ਬੀਬੀ ਖਾਲੜਾ ਜੀ ਇਲੈਕਸ਼ਨ ਲੜ ਰਹੇ ਸੀ, ਉਹਨਾਂ ਨੇ ਬਰਾਬਰ ਬੀਬੀ ਜਗੀਰ ਕੌਰ ਨੂੰ ਇਲੈਕਸ਼ਨ ਲੜਾਇਆ। ਉਸ ਟਾਈਮ ਤੇ ਉਹਨਾਂ ਨੇ ਇਸ ਗੱਲ ਨੂੰ ਕਿਉਂ ਨਾ ਮੱਦੇਨਜ਼ਰ ਰੱਖਿਆ? ਹੋਂਦ ਨੂੰ ਬਚਾਉਣ ਵਾਸਤੇ ਅੱਜ ਬੰਦੀ ਸਿੰਘਾਂ ਦੀ ਯਾਦ ਆ ਗਈ ਆ। ਕਿੰਨਾ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਪਹਿਲਾਂ ਯਾਦ ਨਹੀਂ ਆਈ। ਜਗਤਾਰ ਸਿੰਘ ਹਵਾਰੇ ਨੂੰ ਕਾਤਲ ਕਹਿੰਦੇ ਸੀ, ਹੁਣ ਤੱਕ ਅੱਜ ਇਹਨਾਂ ਨੂੰ ਬੰਦੀ ਸਿੰਘਾਂ ਦਾ ਸਹਾਰਾ ਲੈ ਕੇ ਡੁੱਬਦੀ ਹੋਈ ਬੇੜੀ ਨੂੰ ਸੁਖਬੀਰ ਸਿੰਘ ਬਾਦਲ ਪਾਰ ਲਾਉਣਾ ਚਾਹੁੰਦੇ ਆ। ਭੁੱਲਾਂ ਹੀ ਐਡੀਆਂ ਤਗੜੀਆਂ ਕਰਕੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਕੋਟਕਪੂਰੇ ਦੇ ਵਿੱਚ। ਉੱਥੇ ਗੁਰੂ ਸਾਹਿਬ ਦਾ ਜਾਪ ਕਰਦਿਆਂ ਸੰਗਤਾਂ ਤੇ ਗੋਲੀ ਚਲਾਈ ਗਈ। ਗੁਰੂ ਸਰਸਾ ਸੌਦਾ ਸਾਹਿਬ ਜੋ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ, ਸੌਦਾ ਸਾਹਿਬ ਦੀ ਜਿਹੜੀ ਮਾਫੀ ਸੀਗੀ, ਇਥੋਂ ਕਾਲ ਤਖਤ ਸਾਹਿਬ ਦਵਾਈ, ਕਾਲ ਤਖਤ ਸਾਹਿਬ ਦਾ ਸਤਿਕਾਰ ਘਟਾਇਆ ਉਸ ਸਮੇਂ ਇਹਨਾਂ ਨੇ, ਕਿਉਂਕਿ ਇਹਨਾਂ ਦੇ ਗੁਨਾਹ ਹੀ ਬਹੁਤ ਤਕੜੇ। ਇਹਨਾਂ ਨੂੰ ਕਿਵੇਂ ਮਾਫ ਕਰੂਗੀ ਸਿੱਖ ਕੌਮ ਜੀ? ਮਿਸਲਾਂ ਕਹਿੰਦੇ ਜਦੋਂ ਇਕੱਠੀਆਂ ਹੋ ਜਾਂਦੀਆਂ ਸੀ ਦੁਸ਼ਮਣ ਦਾ ਜਾਨ ਬਸ ਦਰਦਾਸ ਦਾ ਟਾਈਮ ਹੋਇਆ। ਮਿਸਲਾਂ ਕਦੇ ਬੇਅਦਬੀਆਂ ਦੇ ਨਾਲ ਕਰਾਉਂਦੀਆਂ ਸੀ। ਮਿਸਲਾਂ ਦੇ ਵਿਚਾਰਕ ਮਤਭੇਦ ਹੁੰਦੇ ਸੀ, ਪੰਥਕ ਮਤਭੇਦ ਨਹੀਂ ਸੀ ਹੁੰਦੇ। ਜਿਹੜੀਆਂ ਮਿਸਲਾਂ ਸੀ ਨਾ, ਇੱਕ ਸਵਾਲ ਹੋਇਆ ਕਿ ਮਿਸਲਾਂ ਵੀ 71 ਹੋ ਜਾਂਦੀਆਂ ਸੀ। ਮਿਸਲਾਂ ਬੇਅਦਬੀ ਨਹੀਂ ਸੀ ਕਰਾਉਂਦੀਆਂ ਹੁੰਦੀਆਂ। ਮਿਸਲਾਂ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਸੀ ਪਹੁੰਚਾਉਂਦੀਆਂ ਹੁੰਦੀਆਂ। ਸਿੱਖਾਂ ਨੂੰ ਮਸਲ ਕੇ ਨਹੀਂ ਸੀ ਮਾਰਦੀਆਂ ਹੁੰਦੀਆਂ ਮਿਸਲਾਂ। ਅਸੀਂ ਸਿਧਾਂਤ ਇਕੱਠ ਕਰਨਾ ਚਾਹੁੰਦੇ ਆ, ਸਾਰੀ ਕੌਮ ਇਕੱਤਰ ਹੋਵੇ, ਪਰ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਜੇ ਉਹ ਵੀ ਵਿੱਚ ਬੈਠਣਗੇ ਤਾਂ ਫਿਰ ਅਸੀਂ ਇਨਸਾਫ ਕਿਹਦੇ ਤੋਂ ਲਵਾਂਗੇ? ਕੋਈ ਕੰਟਰੋਲ ਨਹੀਂ ਇਹਨਾਂ ਤੋਂ ਹੋ ਰਿਹਾ ਪੰਜਾਬ ਦੇ ਵਿੱਚ। ਬਹੁਤ ਮਾੜੀ ਪਾਰਟੀ ਆ। ਹੈਲੋ ਅੱਜ ਅਸੀਂ ਆਲ ਇੰਡੀਆ ਸਿੱਖ ਫੈਡਰੇਸ਼ਨ ਅਤੇ ਵਾਰਸ ਪੰਜਾਬ ਦੇ ਬਾਈ ਜੋ ਦੀਪ ਸਿੱਧੂ ਦੀ ਜਥੇਬੰਦੀ ਆ, ਦੋਨੋਂ ਜਥੇਬੰਦੀਆਂ ਵੱਲੋਂ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮਾਰਚ ਕੱਢਿਆ ਗਿਆ। ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਨੇ ਜਿਹੜੀ ਸਾਡੀ ਧਰਮ ਯੁੱਧ ਮੋਰਚਾ ਦੀ ਅਸਲ ਲੜਾਈ, ਜੋ ਪੰਜਾਬ ਦੀਆਂ ਮੰਗਾਂ ਸਨ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਦਾ ਮਸਲਾ, ਪੰਜਾਬ ਦੇ ਪਾਣੀਆਂ ਦੀ ਲੜਾਈ, ਪੰਜਾਬ ਨੂੰ ਵੱਧ ਅਧਿਕਾਰਾਂ ਦੀ ਜੋ ਲੜਾਈ ਲੜੀ, ਜਿਹੜੇ 1947 ਦੇ ਵਿੱਚ ਉਹ ਦੇਸ਼ ਦੀ ਵੰਡ ਹੋਈ, ਸਾਡੇ ਨਾਲ ਵਾਅਦੇ ਕੀਤੇ ਸੀ, ਉਹ ਪੂਰੇ ਨਹੀਂ ਕੀਤੇ ਸਰਕਾਰਾਂ ਨੇ। ਉਹ ਲੜਾਈ ਨੂੰ ਉਹਨਾਂ ਨੇ ਅੱਗੇ ਤੋਰਿਆ, ਪਰ ਸਮੇਂ ਦੀ ਹਕੂਮਤ ਨੇ ਸਾਡੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ 36 ਹੋਰ ਗੁਰਦੁਆਰਿਆਂ ਤੇ ਹਮਲਾ ਕਰਕੇ ਇੱਥੇ ਜਿਹੜੇ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸੀ,
ਜਿਹੜੇ ਮਾਸੂਮ ਨਿੱਕੇ ਨਿੱਕੇ ਬੱਚੇ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ ਇੱਥੇ ਜੋ ਪ੍ਰਕਰਮਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਹ ਮਾਰਚ ਕੱਢਿਆ ਜਾ ਰਿਹਾ ਦੋਵਾਂ ਜਥੀਆਂ ਬੰਦਿਆਂ ਵੱਲੋਂ। ਜਿਹੜੀਆਂ ਸਾਡੀਆਂ ਮੰਗਾਂ ਹੁਣ ਅੱਜ 38 ਸਾਲ ਹੋ ਗਏ ਜਿਉਂਦੀਆਂ ਤਿਉਂ ਖੜੀਆਂ। ਜਿਹੜੇ ਲੋਕਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਤੇ ਭਾਈ ਅਮਰੀਕ ਸਿੰਘ ਵੱਲੋਂ ਵਿੱਢੇ ਸੰਘਰਸ਼ ਦੌਰਾਨ ਉਹਨਾਂ ਦੌਰਾਨ ਜਿਹੜੀ ਲੜਾਈ ਅੱਗੇ ਵਧਾਈ, ਭਾਈ ਅੱਜ ਬੰਦੀ ਸਿੰਘ ਸਾਡੇ ਜੇਲ੍ਹਾਂ 'ਚ ਬੈਠੇ ਆ ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ। ਦੇਖੋ ਭਾਰਤ ਦਾ ਸੰਵਿਧਾਨ ਦੂਰੇ ਮਾਪਦੰਡ ਆ। ਇੱਥੇ ਕਿਸ਼ੋਰੀ ਲਾਲ ਵਰਗੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕਾਪੇ ਦੇ ਨਾਲ ਜਿਹੜੇ ਸਿੱਖਾਂ ਨੂੰ ਵੱਢਿਆ, ਗਲਾਂ 'ਚ ਟਾਇਰ ਪਾ ਕੇ ਸਾੜਿਆ, ਸੱਜਣ ਕੁਮਾਰ ਜਗਦੀਸ਼ ਟਰੈਕਟਰ ਵਾਲੇ ਸਰੇਆਮ ਘੁੰਮ ਰਹੇ ਆ। ਪਰ ਜਿਹੜੇ ਅੱਜ ਬੰਦੀ ਸਿੰਘ ਆ ਸਾਡੇ ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਉਹ ਅੱਜ ਜੇਲ੍ਹਾਂ ਦੇ ਵਿੱਚ ਬੰਦ ਆ। ਉਹਨਾਂ ਦੀ ਰਿਹਾਈ ਲਈ ਜੋ ਕਿ ਅੱਜ ਅਸੀਂ ਇੱਥੇ ਇਹ ਮਾਰਚ ਕਰ ਰਹੇ ਹਾਂ ਜੀ। ਤੇ ਗੱਲ ਕਰੀਏ ਦੀਪ ਸਿੱਧੂ ਹੁਣਾਂ ਨੇ ਸਿਮਰਜੀਤ ਮਾਨ ਦੀ ਪੂਰੀ ਸਪੋਰਟ ਕੀਤੀ ਸੀ ਜਦੋਂ ਵਿਧਾਨ ਸਭਾ ਚੋਣਾਂ ਸੀ। ਸਿਮਰਜੀਤ ਮਾਨ ਦੁਬਾਰਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਨੇ ਜਿਮਣੀ। ਕੀ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਆ ਉਹ ਸਪੋਰਟ? ਬਿਲਕੁਲ ਜੀ, ਅਸੀਂ ਪਹਿਲਾਂ ਹੀ ਕਲੀਅਰ ਕਰ ਚੁੱਕੇ ਹਾਂ ਕਿ ਵਾਰਸ ਪੰਜਾਬ ਦੇ ਜਥੇਬੰਦੀ ਸਿਮਰਨਜੀਤ ਸਿੰਘ ਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਬਿਲਕੁਲ ਉਹਦੀ ਸਪੋਰਟ ਕਰੂਗੀ ਕਿਉਂਕਿ ਬਾਈ ਜਾਂਦਿਆਂ ਹੋਇਆਂ ਉਹਦੀ ਸਪੋਰਟ ਕਰਕੇ ਗਏ ਆ। ਕਿਉਂਕਿ ਸਿਮਰਨਜੀਤ ਮਾਨ ਦੀ ਜਿਹੜੀ ਪਾਰਟੀ ਆ ਉਹ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਆ। ਹੋਰ ਕੋਈ ਵੀ ਨੈਸ਼ਨਲ ਪਾਰਟੀ ਜਾਂ ਇੱਥੋਂ ਦੀ ਪੰਜਾਬ ਦੀ ਲੋਕਲ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰਦੀ, ਉਹ ਸਾਡੇ ਜਜ਼ਬਾਤਾਂ ਨੂੰ ਮਸਲਦੀਆਂ ਵਾ। ਤੇ ਜਿਹੜਾ ਸਿਮਰਨਜੀਤ ਮਾਨ ਆ ਉਹਦੀ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਐ। ਇਸੇ ਕਰਕੇ ਬਾਈ ਨੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਉਸ ਟਾਈਮ ਤੇ ਵੀ ਉਹਨਾਂ ਦੀ ਸਪੋਰਟ ਕੀਤੀ ਸੀ ਤੇ ਉਹ ਅੱਜ ਵੀ ਕਰੂਗਾ। ਜੇ ਗੱਲ ਕਰੀਏ ਹੁਣ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ ਰਾਜੋਵਾਲ ਦੀ ਭੈਣ ਨੂੰ ਸਪੋਰਟ ਕੀਤੀ ਜਾ ਰਹੀ ਆ, ਉਹ ਵੀ ਬੰਦੀ ਸਿੰਘਾਂ ਦੇ ਵਿੱਚ ਆਉਂਦੇ ਨੇ, ਕੀ ਉਸ ਦੀ ਵੀ ਸਪੋਰਟ ਕੀਤੀ ਜਾਊਗੀ ਤੁਹਾਡੇ ਵੱਲੋਂ? ਨਹੀਂ, ਬਿਲਕੁਲ ਵੇਖੋ, ਜੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜੇ ਨੇ ਤਾਂ ਫਿਰ ਉਹਨਾਂ ਦੀ ਕੋਈ ਸਪੋਰਟ ਨਹੀਂ ਆ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹਦਾ ਹਜੇ ਤੱਕ ਸ਼ਿਵ ਸੈਨਾ ਦੇ ਨਾਲ ਗੱਠਜੋੜ ਆ। ਜਦ ਤੱਕ ਅਕਾਲੀ ਦਲ ਕਲੀਅਰ ਕਰੇ ਸਾਡਾ ਸ਼ਿਵ ਸੈਨਾ ਨਾਲ ਗੱਠਜੋੜ ਨਹੀਂ ਆ ਤਾਂ ਅਸੀਂ ਉਹਨਾਂ ਸਾਡੇ ਸਿੱਖ ਵਿਰੋਧੀ ਲੋਕਾਂ ਦੇ ਨਾਲ ਨਹੀਂ ਖੜ ਸਕਦੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਅੱਜ ਉਹਨਾਂ ਨੂੰ ਬੰਦੀ ਸਿੰਘ ਯਾਦ ਆਉਂਦੇ ਨੇ, ਜਦੋਂ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਸੀਗਾ ਉਸ ਟਾਈਮ ਤੇ ਇਹ ਬੰਦੀ ਸਿੰਘਾਂ ਨੂੰ ਕਾਤਲ ਪਾਰਟੀ ਕਹਿੰਦੇ ਹੁੰਦੇ ਸੀ। ਸੁਖਬੀਰ ਬਾਦਲ ਇਹ ਗੱਲ ਕਲੀਅਰ ਕਰਨ ਕਿ ਉਹ ਕਾਤਲ ਨੂੰ ਟਿਕਟ ਦੇ ਰਹੇ ਨੇ। ਪਹਿਲਾਂ ਉਹ ਬੰਦੀ ਸਿੰਘਾਂ ਨੂੰ ਕਾਤਲ ਕਹਿ ਕੇ ਸੰਬੋਧਨ ਹੁੰਦੇ ਸੀਗੇ। ਮੈਂ ਤਾਂ ਰਾਜਵਾਨਾ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਪਹਿਲਾਂ ਵਾਲੇ ਬਿਆਨਾਂ ਨੂੰ ਵੀ ਮੱਦੇਨਜ਼ਰ ਰੱਖਿਆ ਜਾਵੇ ਇਹੋ ਜਿਹਾ ਫੈਸਲਾ ਲੈਣ ਲਈ, ਕਿਉਂਕਿ ਤੁਸੀਂ ਸਾਡੇ ਸਤਿਕਾਰਯੋਗ ਸ਼ਖਸੀਅਤ ਹੋ ਸਾਡੀ ਕੌਮ ਦੇ। ਯਾਰ ਮੈਂਬਰੀ ਕਮੇਟੀ ਬਣਾਈ ਸੀ, ਕਮੇਟੀ ਦੇ ਵੀ ਬਾਅਦ ਵਿੱਚ ਵਿਰੋਧ ਹੋਣ ਲੱਗਿਆ। ਕਿਹਾ ਜਾ ਰਿਹਾ ਦਾਦੂਵਾਲ ਸਾਹਿਬ ਵੱਲੋਂ ਵੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ, ਤਾਂ ਕਰਕੇ ਅਸੀਂ ਸਪੋਰਟ ਕਰਾਂਗੇ ਬੰਦੀ ਸਿੰਘਾਂ ਨੂੰ। ਬਿਲਕੁਲ ਜਾਇਜ਼ ਗੱਲ ਆ ਜੀ, ਬਿਲਕੁਲ ਜਾਇਜ਼ ਗੱਲ ਆ, ਕਿਉਂਕਿ ਇਹਨਾਂ ਦੀ ਵਜ੍ਹਾ ਕਰਕੇ ਤਾਂ ਬੰਦੀ ਸਿੰਘ ਬਣੇ ਨੇ। ਇਹ ਬਾਦਲ ਕਿਆਂ ਦੇ ਪਰਿਵਾਰ ਦੀ ਵਜ੍ਹਾ ਕਰਕੇ ਅੱਜ ਸਾਡੇ ਸਿੰਘ ਅੱਜ ਬੈਠੇ ਨੇ। ਇਹ ਕਿੰਨੇ ਵਾਰੀ ਪਾਵਰ ਚ ਆਏ ਨੇ ਤੇ ਉਦੋਂ ਤੱਕ ਇਹਨਾਂ ਨੇ ਕਿਉਂ ਨਹੀਂ ਕਮੇਟੀਆਂ ਬਣਾਈਆਂ? ਅੱਜ ਇਹਨਾਂ ਨੂੰ ਕਮੇਟੀਆਂ ਬਣਾਉਣ ਦਾ ਯਾਦ ਆਉਂਦਾ। ਅਸੀਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੇ ਹਾਂ। ਹਾਂ, ਕਮੇਟੀ ਬਣਨੀ ਚਾਹੀਦੀ ਆ, ਬਿਲਕੁਲ ਗੱਲ ਆ, ਪਰ ਇਹ ਜਿਹੜੇ ਕਾਤਲ ਨੇ ਸਾਡੇ ਉਹ ਵਿੱਚ ਨਹੀਂ ਹੋਣੇ ਚਾਹੀਦੇ। ਬਹੁਤ ਸਾਰੇ ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਏ ਆ। ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਏ ਆ। ਬਿਲਕੁਲ ਜੀ, ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਗੱਲ ਹੈ, ਜਿਵੇਂ ਸੁਖਬੀਰ ਬਾਦਲ ਦੀ ਗੱਲ, ਜੇਕਰ 71 ਹੋਣਾ ਤਾਂ ਕਿਸੇ ਸਿਧਾਂਤ ਤੇ ਹੋਇਆ ਜਾਂਦਾ ਹੁੰਦਾ। ਸਿਧਾਂਤ ਬਣਾ ਲੈਣ, ਸਿਧਾਂਤ ਤੇ 71 ਹੋ ਜਾਣ। ਅੱਜ ਉਹ ਕਹਿੰਦੇ ਨੇ ਵੀ ਬੰਦੀ ਸਿੰਘਾਂ ਨੂੰ ਟਿਕਟ ਦਿੰਨੇ ਅਸੀਂ। ਜਿਸ ਦਿਨ ਬੀਬੀ ਖਾਲੜਾ ਜੀ ਇਲੈਕਸ਼ਨ ਲੜ ਰਹੇ ਸੀ, ਉਹਨਾਂ ਨੇ ਬਰਾਬਰ ਬੀਬੀ ਜਗੀਰ ਕੌਰ ਨੂੰ ਇਲੈਕਸ਼ਨ ਲੜਾਇਆ। ਉਸ ਟਾਈਮ ਤੇ ਉਹਨਾਂ ਨੇ ਇਸ ਗੱਲ ਨੂੰ ਕਿਉਂ ਨਾ ਮੱਦੇਨਜ਼ਰ ਰੱਖਿਆ? ਹੋਂਦ ਨੂੰ ਬਚਾਉਣ ਵਾਸਤੇ ਅੱਜ ਬੰਦੀ ਸਿੰਘਾਂ ਦੀ ਯਾਦ ਆ ਗਈ ਆ। ਕਿੰਨਾ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਪਹਿਲਾਂ ਯਾਦ ਨਹੀਂ ਆਈ। ਜਗਤਾਰ ਸਿੰਘ ਹਵਾਰੇ ਨੂੰ ਕਾਤਲ ਕਹਿੰਦੇ ਸੀ ਹੁਣ ਤੱਕ। ਅੱਜ ਇਹਨਾਂ ਨੂੰ ਬੰਦੀ ਸਿੰਘਾਂ ਦਾ ਸਹਾਰਾ ਲੈ ਕੇ ਡੁੱਬਦੀ ਹੋਈ ਬੇੜੀ ਨੂੰ ਸੁਖਬੀਰ ਸਿੰਘ ਬਾਦਲ ਪਾਰ ਲਾਉਣਾ ਚਾਹੁੰਦੇ ਆ। ਭੁੱਲਾਂ ਹੀ ਐਡੀਆਂ ਤਗੜੀਆਂ ਕਰਕੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਕੋਟਕਪੂਰੇ ਦੇ ਵਿੱਚ। ਉੱਥੇ ਗੁਰੂ ਸਾਹਿਬ ਦਾ ਜਾਪ ਕਰਦਿਆਂ ਸੰਗਤਾਂ ਤੇ ਗੋਲੀ ਚਲਾਈ ਗਈ। ਗੁਰੂ ਸਰਸਾ ਸੌਦਾ ਸਾਹਿਬ ਜੋ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ, ਸੌਦਾ ਸਾਹਿਬ ਦੀ ਜਿਹੜੀ ਮਾਫੀ ਸੀਗੀ, ਇਥੋਂ ਕਾਲ ਤਖਤ ਸਾਹਿਬ ਦਵਾਈ, ਕਾਲ ਤਖਤ ਸਾਹਿਬ ਦਾ ਸਤਿਕਾਰ ਘਟਾਇਆ ਉਸ ਸਮੇਂ ਇਹਨਾਂ ਨੇ, ਕਿਉਂਕਿ ਇਹਨਾਂ ਦੇ ਗੁਨਾਹ ਹੀ ਬਹੁਤ ਤਕੜੇ। ਇਹਨਾਂ ਨੂੰ ਕਿਵੇਂ ਮਾਫ ਕਰੂਗੀ ਸਿੱਖ ਕੌਮ ਜੀ? ਮਿਸਲਾਂ ਕਹਿੰਦੇ ਜਦੋਂ ਇਕੱਠੀਆਂ ਹੋ ਜਾਂਦੇ ਸੀ ਦੁਸ਼ਮਣ ਦਾ ਜਾਨ ਚਲੋ ਬਸ ਅਰਦਾਸ ਦਾ ਟਾਈਮ ਹੋਇਆ। ਮਿਸਲਾਂ ਕਦੇ ਬੇਅਦਬੀਆਂ ਦੇ ਨਾਲ ਕਰਾਉਂਦੀਆਂ ਸੀ। ਮਿਸਲਾਂ ਦੇ ਵਿਚਾਰਕ ਮਤਭੇਦ ਹੁੰਦੇ ਸੀ, ਪੰਥਕ ਮਤਭੇਦ ਨਹੀਂ ਸੀ ਹੁੰਦੇ। ਜਿਹੜੇਗਾ ਮਿਸਲਾਂ ਸੀ ਨਾ, ਇੱਕ ਸਵਾਲ ਹੋਇਆ ਕਿ ਮਿਸਲਾਂ ਵੀ 71 ਹੋ ਜਾਂਦੀਆਂ ਸੀ। ਮਿਸਲਾਂ ਬੇਅਦਬੀ ਨਹੀਂ ਸੀ ਕਰਾਉਂਦੀਆਂ ਹੁੰਦੀਆਂ। ਮਿਸਲਾਂ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਸੀ ਪਹੁੰਚਾਉਂਦੀਆਂ ਹੁੰਦੀਆਂ। ਸਿੱਖਾਂ ਨੂੰ ਮਸਲ ਕੇ ਨਹੀਂ ਸੀ ਮਾਰਦੀਆਂ ਹੁੰਦੀਆਂ ਮਿਸਲਾਂ। ਅਸੀਂ ਸਿਧਾਂਤ ਇਕੱਠ ਕਰਨਾ ਚਾਹੁੰਦੇ ਆ, ਸਾਰੀ ਕੌਮ ਇਕੱਤਰ ਹੋਵੇ, ਪਰ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਜੇ ਉਹ ਵੀ ਵਿੱਚ ਬੈਠਣਗੇ ਤਾਂ ਫਿਰ ਅਸੀਂ ਇਨਸਾਫ ਕਿਹਦੇ ਤੋਂ ਲਵਾਂਗੇ? ਕੋਈ ਕੰਟਰੋਲ ਨਹੀਂ ਇਹਨਾਂ ਤੋਂ ਹੋ ਰਿਹਾ ਪੰਜਾਬ ਦੇ ਵਿੱਚ। ਬਹੁਤ ਮਾੜੀ ਪਾਰਟੀ ਆ।
ਅੱਜ ਅਸੀਂ ਆਲ ਇੰਡੀਆ ਸਿੱਖ ਫੈਡਰੇਸ਼ਨ ਅਤੇ ਵਾਰਸ ਪੰਜਾਬ ਦੇ ਬਾਈ ਜੋ ਦੀਪ ਸਿੱਧੂ ਦੀ ਜਥੇਬੰਦੀ ਆ ਦੋਨੋਂ ਜਥੇਬੰਦੀਆਂ ਵੱਲੋਂ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮਾਰਚ ਕੱਢਿਆ ਗਿਆ ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਨੇ ਜਿਹੜੀ ਸਾਡੀ ਧਰਮ ਯੁੱਧ ਮੋਰਚਾ ਦੀ ਅਸਲ ਲੜਾਈ ਜੋ ਪੰਜਾਬ ਦੀਆਂ ਮੰਗਾਂ ਸਨ ਪੰਜਾਬੀ ਬੋਲਦੇ ਇਲਾਕੇ ਚੰਡੀਗੜ੍ਹ ਦਾ ਮਸਲਾ ਪੰਜਾਬ ਦੇ ਪਾਣੀਆਂ ਦੀ ਲੜਾਈ ਪੰਜਾਬ ਨੂੰ ਵੱਧ ਅਧਿਕਾਰਾਂ ਦੀ ਜੋ ਲੜਾਈ ਲੜੀ ਜਿਹੜੇ 1947 ਦੇ ਵਿੱਚ ਉਹ ਦੇਸ਼ ਦੀ ਵੰਡ ਹੋਈ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਸਰਕਾਰਾਂ ਨੇ ਉਹ ਲੜਾਈ ਨੂੰ ਉਹਨਾਂ ਨੇ ਅੱਗੇ ਤੋਰਿਆ ਪਰ ਸਮੇਂ ਦੀ ਹੁਕੂਮਤ ਨੇ ਸਾਡੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਅਤੇ 36 ਹੋਰ ਗੁਰਦੁਆਰਿਆਂ ਤੇ ਹਮਲਾ ਕਰਕੇ ਇੱਥੇ ਜਿਹੜੇ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸੀ ਜਿਹੜੇ ਮਾਸੂਮ ਨਿੱਕੇ ਨਿੱਕੇ ਬੱਚੇ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ ਇੱਥੇ ਜੋ ਪ੍ਰਕਰਮਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਹ ਮਾਰਚ ਕੱਢਿਆ ਜਾ ਰਿਹਾ ਦੋਵਾਂ ਜਥੀਆਂ ਬੰਦਿਆਂ ਵੱਲੋਂ ਜਿਹੜੀਆਂ ਸਾਡੀਆਂ ਮੰਗਾਂ ਅੱਜ 38 ਸਾਲ ਹੋ ਗਏ ਜਿਉਂਦੀਆਂ ਤਿਉਂ ਖੜੀਆਂ ਜਿਹੜੇ ਲੋਕਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਤੇ ਭਾਈ ਅਮਰੀਕ ਸਿੰਘ ਵੱਲੋਂ ਵਿੱਢੇ ਸੰਘਰਸ਼ ਦੌਰਾਨ ਉਹਨਾਂ ਦੌਰਾਨ ਜਿਹੜੀ ਲੜਾਈ ਅੱਗੇ ਵਧਾਈ ਭਾਈ ਅੱਜ ਬੰਦੀ ਸਿੰਘ ਸਾਡੇ ਜੇਲ੍ਹਾਂ 'ਚ ਬੈਠੇ ਆ ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਦੇਖੋ ਭਾਰਤ ਦਾ ਸੰਵਿਧਾਨ ਦੂਰੇ ਮਾਪਦੰਡ ਆ ਇੱਥੇ ਕਿਸ਼ੋਰੀ ਲਾਲ ਵਰਗੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕਾਪੇ ਦੇ ਨਾਲ ਜਿਹੜੇ ਸਿੱਖਾਂ ਨੂੰ ਵੱਢਿਆ ਗਲਾਂ 'ਚ ਟਾਇਰ ਪਾ ਕੇ ਸਾੜਿਆ ਸੱਜਣ ਕੁਮਾਰ ਜਗਦੀਸ਼ ਟਰੈਕਟਰ ਵਰਗੇ ਸਰੇਆਮ ਘੁੰਮ ਰਹੇ ਆ ਪਰ ਜਿਹੜੇ ਅੱਜ ਬੰਦੀ ਸਿੰਘ ਆ ਸਾਡੇ ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਉਹ ਅੱਜ ਜੇਲ੍ਹਾਂ ਦੇ ਵਿੱਚ ਬੰਦ ਆ ਉਹਨਾਂ ਦੀ ਰਿਹਾਈ ਲਈ ਜੋ ਕਿ ਅੱਜ ਅਸੀਂ ਇੱਥੇ ਇਹ ਮਾਰਚ ਕਰ ਰਹੇ ਹਾਂ ਜੀ ਤੇ ਗੱਲ ਕਰੀਏ ਦੀਪ ਸਿੱਧੂ ਹੁਣਾਂ ਨੇ ਸਿਮਰਜੀਤ ਸਮਾਨ ਦੀ ਪੂਰੀ ਸਪੋਰਟ ਕੀਤੀ ਸੀ ਜਦੋਂ ਵਿਧਾਨ ਸਭਾ ਚੋਣਾਂ ਸੀ ਸਿਮਰਜੀਤ ਸਮਾਨ ਦੁਬਾਰਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਨੇ ਜਿਮਣੀ ਕੀ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਆ ਉਹ ਸਪੋਰਟ ਬਿਲਕੁਲ ਜੀ ਅਸੀਂ ਪਹਿਲੇ ਕਲੀਅਰ ਕਰ ਚੁੱਕੇ ਹਾਂ ਕਿ ਵਾਰਸ ਪੰਜਾਬ ਦੇ ਜਥੇਬੰਦੀ ਸਿਮਰਨਜੀਤ ਸਿੰਘ ਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਬਿਲਕੁਲ ਉਹਦੀ ਸਪੋਰਟ ਕਰੂਗੀ ਕਿਉਂਕਿ ਬਾਈ ਜਾਂਦਿਆਂ ਹੋਇਆਂ ਉਹਦੀ ਸਪੋਰਟ ਕਰਕੇ ਗਏ ਆ ਕਿਉਂਕਿ ਸਿਮਰਨਜੀਤ ਮਾਨ ਦੀ ਜਿਹੜੀ ਪਾਰਟੀ ਆ ਉਹ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਆ ਹੋਰ ਕੋਈ ਵੀ ਨੈਸ਼ਨਲ ਪਾਰਟੀ ਜਾਂ ਇੱਥੋਂ ਦੀ ਪੰਜਾਬ ਦੀ ਲੋਕਲ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰਦੀ ਉਹ ਸਾਡੇ ਜਜ਼ਬਾਤਾਂ ਨੂੰ ਮਸਲਦੀਆਂ ਵਾ ਤੇ ਜਿਹੜਾ ਸਿਮਰਨਜੀਤ ਮਾਨ ਆ ਉਹਦੀ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਇਸੇ ਕਰਕੇ ਬਾਈ ਨੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਉਸ ਟਾਈਮ ਤੇ ਵੀ ਉਹਨਾਂ ਦੀ ਸਪੋਰਟ ਕੀਤੀ ਸੀ ਤੇ ਉਹ ਅੱਜ ਵੀ ਕਰੂਗਾ ਜੇ ਗੱਲ ਕਰੀਏ ਹੁਣ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ ਰਾਜੋਵਾਲ ਦੀ ਭੈਣ ਨੂੰ ਸਪੋਰਟ ਕੀਤੀ ਜਾ ਰਹੀ ਆ ਉਹ ਵੀ ਬੰਦੀ ਸਿੰਘਾਂ ਦੇ ਵਿੱਚ ਆਉਂਦੇ ਨੇ ਕੀ ਉਸ ਦੀ ਸਪੋਰਟ ਕੀਤੀ ਜਾਊਗੀ ਤੁਹਾਡੇ ਵੱਲੋਂ ਨਹੀਂ ਬਿਲਕੁਲ ਵੇਖੋ ਜੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜੇ ਨੇ ਤਾਂ ਫਿਰ ਉਹਨਾਂ ਦੀ ਕੋਈ ਸਪੋਰਟ ਨਹੀਂ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹਦਾ ਹਜੇ ਤੱਕ ਸ਼ਿਵ ਸੈਨਾ ਦੇ ਨਾਲ ਗੱਠਜੋੜ ਆ ਜਦ ਤੱਕ ਅਕਾਲੀ ਦਲ ਕਲੀਅਰ ਕਰੇ ਸਾਡਾ ਸ਼ਿਵ ਸੈਨਾ ਨਾਲ ਗੱਠਜੋੜ ਨਹੀਂ ਆ ਤਾਂ ਅਸੀਂ ਉਹਨਾਂ ਸਾਡੇ ਸਿੱਖ ਵਿਰੋਧੀ ਲੋਕਾਂ ਦੇ ਨਾਲ ਨਹੀਂ ਖੜ ਸਕਦੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਅੱਜ ਉਹਨਾਂ ਨੂੰ ਬੰਦੀ ਸਿੰਘ ਯਾਦ ਆਉਂਦੇ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਸੀਗਾ ਉਸ ਟਾਈਮ ਤੇ ਇਹ ਬੰਦੀ ਸਿੰਘਾਂ ਨੂੰ ਕਾਤਲ ਪਾਰਟੀ ਕਹਿੰਦੇ ਹੁੰਦੇ ਸੀ ਸੁਖਬੀਰ ਬਾਦਲ ਇਹ ਗੱਲ ਕਲੀਅਰ ਕਰਨ ਕਿ ਉਹ ਕਾਤਲ ਨੂੰ ਟਿਕਟ ਦੇ ਰਹੇ ਨੇ ਪਹਿਲਾਂ ਉਹ ਬੰਦੀ ਸਿੰਘਾਂ ਨੂੰ ਕਾਤਲ ਕਹਿ ਕੇ ਸੰਬੋਧਨ ਹੁੰਦੇ ਸੀਗੇ ਮੈਂ ਤਾਂ ਰਾਜਵਾਨਾ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਪਹਿਲਾਂ ਵਾਲੇ ਬਿਆਨਾਂ ਨੂੰ ਵੀ ਮੱਦੇਨਜ਼ਰ ਰੱਖਿਆ ਜਾਵੇ ਇਹੋ ਜਿਹਾ ਫੈਸਲਾ ਲੈਣ ਲਈ ਕਿਉਂਕਿ ਤੁਸੀਂ ਸਾਡੇ ਸਤਿਕਾਰਯੋਗ ਸ਼ਖਸੀਅਤ ਹੋ ਸਾਡੀ ਕੌਮ ਦੇ ਯਾਰ ਮੈਂਬਰੀ ਕਮੇਟੀ ਬਣਾਈ ਸੀ ਕਮੇਟੀ ਦੇ ਵੀ ਬਾਅਦ ਵਿੱਚ ਵਿਰੋਧ ਹੋਣ ਲੱਗਿਆ ਕਿਹਾ ਜਾ ਰਿਹਾ ਦਾਦੂਵਾਲ ਸਾਹਿਬ ਵੱਲੋਂ ਵੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤਾਂ ਕਰਕੇ ਅਸੀਂ ਸਪੋਰਟ ਕਰਾਂਗੇ ਬੰਦੀ ਸਿੰਘਾਂ ਨੂੰ ਬਿਲਕੁਲ ਜਾਇਜ਼ ਗੱਲ ਆ ਜੀ ਬਿਲਕੁਲ ਜਾਇਜ਼ ਗੱਲ ਆ ਕਿਉਂਕਿ ਇਹਨਾਂ ਦੀ ਵਜ੍ਹਾ ਕਰਕੇ ਤਾਂ ਬੰਦੀ ਸਿੰਘ ਬਣੇ ਨੇ ਇਹ ਬਾਦਲ ਕਿਆਂ ਦੇ ਪਰਿਵਾਰ ਦੀ ਵਜ੍ਹਾ ਕਰਕੇ ਅੱਜ ਸਾਡੇ ਸਿੰਘ ਅੱਜ ਬੈਠੇ ਨੇ ਇਹ ਕਿੰਨੇ ਵਾਰੀ ਪਾਵਰ ਚ ਆਏ ਨੇ ਤੇ ਉਦੋਂ ਤੱਕ ਇਹਨਾਂ ਨੇ ਕਿਉਂ ਨਹੀਂ ਕਮੇਟੀਆਂ ਬਣਾਈਆਂ ਅੱਜ ਇਹਨਾਂ ਨੂੰ ਕਮੇਟੀਆਂ ਬਣਾਉਣ ਦਾ ਯਾਦ ਆਉਂਦਾ ਅਸੀਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਮੇਟੀ ਬਣਨੀ ਚਾਹੀਦੀ ਆ ਬਿਲਕੁਲ ਗੱਲ ਆ ਪਰ ਇਹ ਜਿਹੜੇ ਕਾਤਲ ਨੇ ਸਾਡੇ ਉਹ ਵਿੱਚ ਨਹੀਂ ਹੋਣੇ ਚਾਹੀਦੇ ਬਹੁਤ ਸਾਰੇ ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਿਆ ਬਿਲਕੁਲ ਜੀ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਗੱਲ ਹੈ ਜਿਵੇਂ ਸੁਖਬੀਰ ਬਾਦਲ ਦੀ ਗੱਲ ਜੇਕਰ 71 ਹੋਣਾ ਤਾਂ ਕਿਸੇ ਸਿਧਾਂਤ ਤੇ ਹੋਇਆ ਜਾਂਦਾ ਹੁੰਦਾ ਸਿਧਾਂਤ ਬਣਾ ਲੈਣ ਸਿਧਾਂਤ ਤੇ 71 ਹੋ ਜਾਣ ਅੱਜ ਉਹ ਕਹਿੰਦੇ ਨੇ ਵੀ ਬੰਦੀ ਸਿੰਘਾਂ ਨੂੰ ਟਿਕਟ ਦਿੰਨੇ ਅਸੀਂ ਜਿਸ ਦਿਨ ਬੀਬੀ ਖਾਲੜਾ ਜੀ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੇ ਬਰਾਬਰ ਬੀਬੀ ਜਗੀਰ ਕੌਰ ਨੂੰ ਇਲੈਕਸ਼ਨ ਲੜਾਇਆ ਉਸ ਟਾਈਮ ਤੇ ਉਹਨਾਂ ਨੇ ਇਸ ਗੱਲ ਨੂੰ ਕਿਉਂ ਨਾ ਮੱਦੇਨਜ਼ਰ ਰੱਖਿਆ ਹੋਂਦ ਨੂੰ ਬਚਾਉਣ ਵਾਸਤੇ ਅੱਜ ਬੰਦੀ ਸਿੰਘਾਂ ਦੀ ਯਾਦ ਆ ਗਈ ਆ ਕਿੰਨਾ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਪਹਿਲਾਂ ਯਾਦ ਨਹੀਂ ਆਈ ਜਗਤਾਰ ਸਿੰਘ ਹਵਾਰੇ ਨੂੰ ਕਾਤਲ ਕਹਿੰਦੇ ਸੀ ਹੁਣ ਤੱਕ ਅੱਜ ਇਹਨਾਂ ਨੂੰ ਬੰਦੀ ਸਿੰਘਾਂ ਦਾ ਸਹਾਰਾ ਲੈ ਕੇ ਡੁੱਬਦੀ ਹੋਈ ਬੇੜੀ ਨੂੰ ਸੁਖਬੀਰ ਸਿੰਘ ਬਾਦਲ ਪਾਰ ਲਾਉਣਾ ਚਾਹੁੰਦੇ ਆ ਭੁੱਲਾਂ ਹੀ ਐਡੀਆਂ ਤਗੜੀਆਂ ਕਰਕੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਕੋਟਕਪੂਰੇ ਦੇ ਵਿੱਚ ਉੱਥੇ ਗੁਰੂ ਸਾਹਿਬ ਦਾ ਜਾਪ ਕਰਦਿਆਂ ਸੰਗਤਾਂ ਤੇ ਗੋਲੀ ਚਲਾਈ ਗਈ ਗੁਰੂ ਸੌਦਾ ਸਾਹਿਬ ਜੋ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਸੌਦਾ ਸਾਹਿਬ ਦੀ ਜਿਹੜੀ ਮਾਫੀ ਸੀਗੀ ਇਥੋਂ ਕਾਲ ਤਖਤ ਸਾਹਿਬ ਦਵਾਈ ਕਾਲ ਤਖਤ ਸਾਹਿਬ ਦਾ ਸਤਿਕਾਰ ਘਟਾਇਆ ਉਸ ਸਮੇਂ ਇਹਨਾਂ ਨੇ ਕਿਉਂਕਿ ਇਹਨਾਂ ਦੇ ਗੁਨਾਹ ਹੀ ਬਹੁਤ ਤਕੜੇ ਇਹਨਾਂ ਨੂੰ ਕਿਵੇਂ ਮਾਫ ਕਰੂਗੀ ਸਿੱਖ ਕੌਮ ਜੀ ਮਿਸਲਾਂ ਕਹਿੰਦੇ ਜਦੋਂ ਇਕੱਠੀਆਂ ਹੋ ਜਾਂਦੇ ਸੀ ਦੁਸ਼ਮਣ ਦਾ ਜਾਨ ਚਲੋ ਬਸ ਅਰਦਾਸ ਦਾ ਟਾਈਮ ਹੋਇਆ ਮਿਸਲਾਂ ਕਦੇ ਬੇਅਦਬੀਆਂ ਦੇ ਨਾਲ ਕਰਾਉਂਦੀਆਂ ਸੀ ਮਿਸਲਾਂ ਦੇ ਵਿਚਾਰਕ ਮਤਭੇਦ ਹੁੰਦੇ ਸੀ ਪੰਥਕ ਮਤਭੇਦ ਨਹੀਂ ਸੀ ਹੁੰਦੇ ਜਿਹੜੀਆਂ ਮਿਸਲਾਂ ਸੀ ਨਾ
ਇੱਕ ਸਵਾਲ ਹੋਇਆ ਕਿ ਮਿਸਲਾਂ ਵੀ ਇਕੱਤਰ ਹੋ ਜਾਂਦੀਆਂ ਸੀ। ਮਿਸਲਾਂ ਬੇਅਦਬੀ ਨਹੀਂ ਸੀ ਕਰਾਉਂਦੀਆਂ ਹੁੰਦੀਆਂ, ਮਿਸਲਾਂ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਸੀ ਪਹੁੰਚਾਉਂਦੀਆਂ ਹੁੰਦੀਆਂ, ਸਿੱਖਾਂ ਨੂੰ ਮਸਲ ਕੇ ਨਹੀਂ ਸੀ ਮਾਰਦੀਆਂ ਹੁੰਦੀਆਂ ਮਿਸਲਾਂ। ਅਸੀਂ ਸਿਧਾਂਤਕ ਇਕੱਠ ਕਰਨਾ ਚਾਹੁੰਦੇ ਆ, ਸਾਰੀ ਕੌਮ ਇਕੱਤਰ ਹੋਵੇ, ਪਰ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਜੇ ਉਹ ਵੀ ਵਿੱਚ ਬੈਠਣਗੇ ਤਾਂ ਫਿਰ ਅਸੀਂ ਇਨਸਾਫ ਕਿਹਦੇ ਤੋਂ ਲਵਾਂਗੇ? ਕੋਈ ਕੰਟਰੋਲ ਨਹੀਂ ਇਹਨਾਂ ਤੋਂ ਹੋ ਰਿਹਾ ਪੰਜਾਬ ਦੇ ਵਿੱਚ। ਬਹੁਤ ਮਾੜੀ ਪਾਰਟੀ ਆ। ਹੈਲੋ ਅੱਜ ਅਸੀਂ ਆਲ ਇੰਡੀਆ ਸਿੱਖ ਫੈਡਰੇਸ਼ਨ ਅਤੇ ਵਾਰਸ ਪੰਜਾਬ ਦੇ ਬਾਈ ਜੋ ਦੀਪ ਸਿੱਧੂ ਦੀ ਜਥੇਬੰਦੀ ਆ, ਦੋਨੋਂ ਜਥੇਬੰਦੀਆਂ ਵੱਲੋਂ ਅੱਜ ਸ਼ਹੀਦਾਂ ਨੂੰ ਸਰਹੱਦ ਭੇਟ ਕਰਨ ਲਈ ਮਾਰਚ ਕੱਢਿਆ ਗਿਆ। ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਨੇ ਜਿਹੜੀ ਸਾਡੀ ਧਰਮ ਯੁੱਧ ਮੋਰਚਾ ਦੀ ਅਸਲ ਲੜਾਈ ਜੋ ਪੰਜਾਬ ਦੀਆਂ ਮੰਗਾਂ ਸਨ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਦਾ ਮਸਲਾ, ਪੰਜਾਬ ਦੇ ਪਾਣੀਆਂ ਦੀ ਲੜਾਈ, ਪੰਜਾਬ ਨੂੰ ਵੱਧ ਅਧਿਕਾਰਾਂ ਦੀ ਜੋ ਲੜਾਈ ਲੜੀ, ਜਿਹੜੇ 1947 ਦੇ ਵਿੱਚ ਉਹ ਦੇਸ਼ ਦੀ ਵੰਡ ਹੋਈ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਸਰਕਾਰਾਂ ਨੇ। ਉਹ ਲੜਾਈ ਨੂੰ ਉਹਨਾਂ ਨੇ ਅੱਗੇ ਤੋਰਿਆ, ਪਰ ਸਮੇਂ ਦੀ ਹੁਕੂਮਤ ਨੇ ਸਾਡੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਅਤੇ 36 ਹੋਰ ਗੁਰਦੁਆਰਿਆਂ ਤੇ ਹਮਲਾ ਕਰਕੇ ਇੱਥੇ ਜਿਹੜੇ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸੀ, ਜਿਹੜੇ ਮਾਸੂਮ ਨਿੱਕੇ ਨਿੱਕੇ ਬੱਚੇ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ, ਇੱਥੇ ਜੋ ਪ੍ਰਕਾਰਮਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਹ ਮਾਰਚ ਕੱਢਿਆ ਜਾ ਰਿਹਾ ਦੋਵਾਂ ਜਥੀਆਂ ਬੰਦਿਆਂ ਵੱਲੋਂ। ਜਿਹੜੀਆਂ ਸਾਡੀਆਂ ਮੰਗਾਂ ਹੁਣ ਅੱਜ 38 ਸਾਲ ਹੋ ਗਏ ਜਿਉਂਦੀਆਂ ਤਿਉਂ ਖੜੀਆਂ, ਜਿਹੜੇ ਲੋਕਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਤੇ ਭਾਈ ਅਮਰੀਕ ਸਿੰਘ ਵੱਲੋਂ ਵਿੱਢੇ ਸੰਘਰਸ਼ ਦੌਰਾਨ ਉਹਨਾਂ ਦੌਰਾਨ ਜਿਹੜੀ ਲੜਾਈ ਅੱਗੇ ਵਧਾਈ, ਭਾਈ ਅੱਜ ਬੰਦੀ ਸਿੰਘ ਸਾਡੇ ਜੇਲ੍ਹਾਂ 'ਚ ਬੈਠੇ ਆ, ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ। ਦੇਖੋ ਭਾਰਤ ਦਾ ਸੰਵਿਧਾਨ ਦੂਰੇ ਮਾਪਦੰਡ ਆ, ਇੱਥੇ ਕਿਸ਼ੋਰੀ ਲਾਲ ਵਰਗੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕਾਪੇ ਦੇ ਨਾਲ ਜਿਹੜੇ ਸਿੱਖਾਂ ਨੂੰ ਵੱਢਿਆ, ਗਲਾਂ 'ਚ ਟਾਇਰ ਪਾ ਕੇ ਸਾੜਿਆ, ਸੱਜਣ ਕੁਮਾਰ ਜਗਦੀਸ਼ ਟਰੈਕਟਰ ਵਰਗੇ ਸਰੇਆਮ ਘੁੰਮ ਰਹੇ ਆ। ਪਰ ਜਿਹੜੇ ਅੱਜ ਬੰਦੀ ਸਿੰਘ ਆ ਸਾਡੇ, ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ, ਉਹ ਅੱਜ ਜੇਲ੍ਹਾਂ ਦੇ ਵਿੱਚ ਬੰਦ ਆ। ਉਹਨਾਂ ਦੀ ਰਿਹਾਈ ਲਈ ਜੋ ਕਿ ਅੱਜ ਅਸੀਂ ਇੱਥੇ ਇਹ ਮਾਰਚ ਕਰ ਰਹੇ ਹਾਂ ਜੀ। ਤੇ ਗੱਲ ਕਰੀਏ ਦੀਪ ਸਿੱਧੂ ਹੁਣਾਂ ਨੇ ਸਿਮਰਜੀਤ ਮਾਨ ਦੀ ਪੂਰੀ ਸਪੋਰਟ ਕੀਤੀ ਸੀ ਜਦੋਂ ਵਿਧਾਨ ਸਭਾ ਚੋਣਾਂ ਸੀ। ਸਿਮਰਜੀਤ ਮਾਨ ਦੁਬਾਰਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਨੇ ਜਿਮਣੀ। ਕੀ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਆ ਉਹ ਸਪੋਰਟ? ਬਿਲਕੁਲ ਜੀ, ਅਸੀਂ ਪਹਿਲੇ ਹੀ ਕਲੀਅਰ ਕਰ ਚੁੱਕੇ ਹਾਂ ਕਿ ਵਾਰਸ ਪੰਜਾਬ ਦੇ ਜਥੇਬੰਦੀ ਸਿਮਰਨਜੀਤ ਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਬਿਲਕੁਲ ਉਹਦੀ ਸਪੋਰਟ ਕਰੂਗੀ, ਕਿਉਂਕਿ ਬਾਈ ਜਾਂਦਿਆਂ ਹੋਇਆਂ ਉਹਦੀ ਸਪੋਰਟ ਕਰਕੇ ਗਏ ਆ। ਕਿਉਂਕਿ ਸਿਮਰਨਜੀਤ ਮਾਨ ਦੀ ਜਿਹੜੀ ਪਾਰਟੀ ਆ ਉਹ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਆ। ਹੋਰ ਕੋਈ ਵੀ ਨੈਸ਼ਨਲ ਪਾਰਟੀ ਜਾਂ ਇੱਥੋਂ ਦੀ ਪੰਜਾਬ ਦੀ ਲੋਕਲ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰਦੀ, ਉਹ ਸਾਡੇ ਜਜ਼ਬਾਤਾਂ ਨੂੰ ਮਸਲਦੀਆਂ ਵਾ। ਤੇ ਜਿਹੜਾ ਸਿਮਰਨਜੀਤ ਮਾਨ ਆ ਉਹਦੀ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ। ਇਸੇ ਕਰਕੇ ਬਾਈ ਨੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਉਸ ਟਾਈਮ ਤੇ ਵੀ ਉਹਨਾਂ ਦੀ ਸਪੋਰਟ ਕੀਤੀ ਸੀ ਤੇ ਉਹ ਅੱਜ ਵੀ ਕਰੂਗਾ। ਜੇ ਗੱਲ ਕਰੀਏ ਹੁਣ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ ਰਾਜੋਆਣਾ ਦੀ ਭੈਣ ਨੂੰ ਸਪੋਰਟ ਕੀਤੀ ਜਾ ਰਹੀ ਆ, ਉਹ ਵੀ ਬੰਦੀ ਸਿੰਘਾਂ ਦੇ ਵਿੱਚ ਆਉਂਦੇ ਨੇ, ਕੀ ਉਸ ਦੀ ਵੀ ਸਪੋਰਟ ਕੀਤੀ ਜਾਊਗੀ ਤੁਹਾਡੇ ਵੱਲੋਂ? ਨਹੀਂ, ਬਿਲਕੁਲ ਵੇਖੋ, ਜੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜੇ ਨੇ ਤਾਂ ਫਿਰ ਉਹਨਾਂ ਦੀ ਕੋਈ ਸਪੋਰਟ ਨਹੀਂ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹਦਾ ਹਜੇ ਤੱਕ ਸ਼ਿਵ ਸੈਨਾ ਦੇ ਨਾਲ ਗੱਠਜੋੜ ਆ। ਜਦ ਤੱਕ ਅਕਾਲੀ ਦਲ ਕਲੀਅਰ ਕਰੇ ਸਾਡਾ ਸ਼ਿਵ ਸੈਨਾ ਨਾਲ ਗੱਠਜੋੜ ਨਹੀਂ ਆ, ਤਾਂ ਅਸੀਂ ਉਹਨਾਂ ਸਾਡੇ ਸਿੱਖ ਵਿਰੋਧੀ ਲੋਕਾਂ ਦੇ ਨਾਲ ਨਹੀਂ ਖੜ ਸਕਦੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਅੱਜ ਉਹਨਾਂ ਨੂੰ ਬੰਦੀ ਸਿੰਘ ਯਾਦ ਆਉਂਦੇ ਨੇ, ਜਦੋਂ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਸੀਗਾ ਉਸ ਟਾਈਮ ਤੇ ਇਹ ਬੰਦੀ ਸਿੰਘਾਂ ਨੂੰ ਕਾਤਲ ਪਾਰਟੀ ਕਹਿੰਦੇ ਹੁੰਦੇ ਸੀ। ਸੁਖਬੀਰ ਬਾਦਲ ਇਹ ਗੱਲ ਕਲੀਅਰ ਕਰਨ ਕਿ ਉਹ ਕਾਤਲ ਨੂੰ ਟਿਕਟ ਦੇ ਰਹੇ ਨੇ। ਪਹਿਲਾਂ ਉਹ ਬੰਦੀ ਸਿੰਘਾਂ ਨੂੰ ਕਾਤਲ ਕਹਿ ਕੇ ਸੰਬੋਧਨ ਹੁੰਦੇ ਸੀਗੇ। ਮੈਂ ਤਾਂ ਰਾਜੋਆਣਾ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਪਹਿਲਾਂ ਵਾਲੇ ਬਿਆਨਾਂ ਨੂੰ ਵੀ ਮੱਦੇਨਜ਼ਰ ਰੱਖਿਆ ਜਾਵੇ ਇਹੋ ਜਿਹਾ ਫੈਸਲਾ ਲੈਣ ਲਈ, ਕਿਉਂਕਿ ਤੁਸੀਂ ਸਾਡੇ ਸਤਿਕਾਰਯੋਗ ਸ਼ਖਸੀਅਤ ਹੋ ਸਾਡੀ ਕੌਮ ਦੇ। ਯਾਦ ਮੈਂਬਰੀ ਕਮੇਟੀ ਬਣਾਈ ਸੀ, ਕਮੇਟੀ ਦੇ ਵੀ ਬਾਅਦ ਵਿੱਚ ਵਿਰੋਧ ਹੋਣ ਲੱਗਿਆ। ਕਿਹਾ ਜਾ ਰਿਹਾ ਦਾਦੂਵਾਲ ਸਾਹਿਬ ਵੱਲੋਂ ਵੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ, ਤਾਂ ਕਰਕੇ ਅਸੀਂ ਸਪੋਰਟ ਕਰਾਂਗੇ ਬੰਦੀ ਸਿੰਘਾਂ ਨੂੰ। ਬਿਲਕੁਲ ਜਾਇਜ਼ ਗੱਲ ਆ ਜੀ, ਬਿਲਕੁਲ ਜਾਇਜ਼ ਗੱਲ ਆ, ਕਿਉਂਕਿ ਇਹਨਾਂ ਦੀ ਵਜ੍ਹਾ ਕਰਕੇ ਤਾਂ ਬੰਦੀ ਸਿੰਘ ਬਣੇ ਨੇ। ਇਹ ਬਾਦਲ ਕਿਆਂ ਦੇ ਪਰਿਵਾਰ ਦੀ ਵਜ੍ਹਾ ਕਰਕੇ ਅੱਜ ਸਾਡੇ ਸਿੰਘ ਅੱਜ ਬੈਠੇ ਨੇ। ਇਹ ਕਿੰਨੇ ਵਾਰੀ ਪਾਵਰ ਚ ਆਏ ਨੇ ਤੇ ਉਦੋਂ ਤੱਕ ਇਹਨਾਂ ਨੇ ਕਿਉਂ ਨਹੀਂ ਕਮੇਟੀਆਂ ਬਣਾਈਆਂ? ਅੱਜ ਇਹਨਾਂ ਨੂੰ ਕਮੇਟੀਆਂ ਬਣਾਉਣ ਦਾ ਯਾਦ ਆਉਂਦਾ। ਅਸੀਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੇ ਹਾਂ। ਹਾਂ, ਕਮੇਟੀ ਬਣਨੀ ਚਾਹੀਦੀ ਆ, ਬਿਲਕੁਲ
ਗੱਲ ਆ, ਪਰ ਇਹ ਜਿਹੜੇ ਬੰਦੇ ਜਿਹੜੇ ਕਾਤਲ ਨੇ ਸਾਡੇ ਉਹ ਵਿੱਚ ਨਹੀਂ ਹੋਣੇ ਚਾਹੀਦੇ। ਬਹੁਤ ਸਾਰੇ ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਏ ਆ, ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਏ ਆ। ਬਿਲਕੁਲ ਜੀ, ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਗੱਲ ਹੈ, ਜਿਵੇਂ ਸੁਖਬੀਰ ਬਾਦਲ ਦੀ ਗੱਲ ਜੇਕਰ 71 ਹੋਣਾ ਤਾਂ ਕਿਸੇ ਸਿਧਾਂਤ ਤੇ ਹੋਇਆ ਜਾਂਦਾ ਹੁੰਦਾ, ਸਿਧਾਂਤ ਬਣਾ ਲੈਣ, ਸਿਧਾਂਤ ਤੇ 71 ਹੋ ਜਾਣ। ਅੱਜ ਉਹ ਕਹਿੰਦੇ ਨੇ ਵੀ ਬੰਦੀ ਸਿੰਘਾਂ ਨੂੰ ਟਿਕਟ ਦਿੰਨੇ ਅਸੀਂ। ਜਿਸ ਦਿਨ ਬੀਬੀ ਖਾਲੜਾ ਜੀ ਇਲੈਕਸ਼ਨ ਲੜ ਰਹੇ ਸੀ, ਉਹਨਾਂ ਨੇ ਬਰਾਬਰ ਬੀਬੀ ਜਗੀਰ ਕੌਰ ਨੂੰ ਇਲੈਕਸ਼ਨ ਲੜਾਇਆ। ਉਸ ਟਾਈਮ ਤੇ ਉਹਨਾਂ ਨੇ ਇਸ ਗੱਲ ਨੂੰ ਕਿਉਂ ਨਾ ਮੱਦੇਨਜ਼ਰ ਰੱਖਿਆ? ਹੋਂਦ ਨੂੰ ਬਚਾਉਣ ਵਾਸਤੇ ਅੱਜ ਬੰਦੀ ਸਿੰਘਾਂ ਦੀ ਯਾਦ ਆ ਗਈ ਆ। ਕਿੰਨਾ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਪਹਿਲਾਂ ਯਾਦ ਨਹੀਂ ਆਈ। ਜਗਤਾਰ ਸਿੰਘ ਹਵਾਰੇ ਨੂੰ ਕਾਤਲ ਕਹਿੰਦੇ ਸੀ ਹੁਣ ਤੱਕ, ਅੱਜ ਇਹਨਾਂ ਨੂੰ ਬੰਦੀ ਸਿੰਘਾਂ ਦਾ ਸਹਾਰਾ ਲੈ ਕੇ ਡੁੱਬਦੀ ਹੋਈ ਬੇੜੀ ਨੂੰ ਸੁਖਬੀਰ ਸਿੰਘ ਬਾਦਲ ਪਾਰ ਲਾਉਣਾ ਚਾਹੁੰਦੇ ਆ। ਭੁੱਲਾਂ ਹੀ ਐਡੀਆਂ ਤਗੜੀਆਂ ਕਰਕੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਕੋਟਕਪੂਰੇ ਦੇ ਵਿੱਚ। ਉੱਥੇ ਗੁਰੂ ਸਾਹਿਬ ਦਾ ਜਾਪ ਕਰਦਿਆਂ ਸੰਗਤਾਂ ਤੇ ਗੋਲੀ ਚਲਾਈ ਗਈ। ਗੁਰੂ ਸਰਸਾ ਸੌਦਾ ਸਾਹਿਬ ਜੋ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ, ਸੌਦਾ ਸਾਹਿਬ ਦੀ ਜਿਹੜੀ ਮਾਫੀ ਸੀਗੀ, ਇਥੋਂ ਕਾਲ ਤਖਤ ਸਾਹਿਬ ਦਵਾਈ, ਕਾਲ ਤਖਤ ਸਾਹਿਬ ਦਾ ਸਤਿਕਾਰ ਘਟਾਇਆ ਉਸ ਸਮੇਂ ਇਹਨਾਂ ਨੇ, ਕਿਉਂਕਿ ਇਹਨਾਂ ਦੇ ਗੁਨਾਹ ਹੀ ਬਹੁਤ ਤਕੜੇ। ਇਹਨਾਂ ਨੂੰ ਕਿਵੇਂ ਮਾਫ ਕਰੂਗੀ ਸਿੱਖ ਕੌਮ ਜੀ? ਮਿਸਲਾਂ ਕਹਿੰਦੇ ਜਦੋਂ ਇਕੱਠੀਆਂ ਹੋ ਜਾਂਦੀਆਂ ਸੀ ਦੁਸ਼ਮਣ ਦਾ ਜਾਨ ਚਲੋ ਬਸ ਅਰਦਾਸ ਦਾ ਟਾਈਮ ਹੋਇਆ। ਮਿਸਲਾਂ ਕਦੇ ਬੇਅਦਬੀਆਂ ਤੇ ਨਾ ਕਰਾਉਂਦੀਆਂ ਸੀ। ਮਿਸਲਾਂ ਦੇ ਵਿਚਾਰਕ ਮਤਭੇਦ ਹੁੰਦੇ ਸੀ, ਪੰਥਕ ਮਤਭੇਦ ਨਹੀਂ ਸੀ ਹੁੰਦੇ। ਜਿਹੜੇਗਾ ਮਿਸਲਾਂ ਸੀ ਨਾ, ਇੱਕ ਸਵਾਲ ਹੋਇਆ ਕਿ ਮਿਸਲਾਂ ਵੀ 71 ਹੋ ਜਾਂਦੀਆਂ ਸੀ। ਮਿਸਲਾਂ ਬੇਅਦਬੀ ਨਹੀਂ ਸੀ ਕਰਾਉਂਦੀਆਂ ਹੁੰਦੀਆਂ। ਮਿਸਲਾਂ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਸੀ ਪਹੁੰਚਾਉਂਦੀਆਂ ਹੁੰਦੀਆਂ। ਸਿੱਖਾਂ ਨੂੰ ਮਸਲ ਕੇ ਨਹੀਂ ਸੀ ਮਾਰਦੀਆਂ ਹੁੰਦੀਆਂ ਮਿਸਲਾਂ। ਅਸੀਂ ਸਿਧਾਂਤ ਇਕੱਠ ਕਰ